एक बारी फतेह फिर बुला लीजिए जी। वाहिगुरु जी का जी का खालसा खालसा वाहिगुरु जी की फतेह। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਤੁਹਾਨੂੰ ਨਵਤੇਜ ਦੱਸ ਦੇਗਾ। ਥੋੜੇ ਵਿੱਚ ਜਿਹੜੀ ਉਹਦੇ ਬਾਅਦ ਚੇਂਜਸ ਕੀਤੀਆਂ ਉਹ ਮੈਂ ਦੱਸ ਦਿੰਦਾ। ਨਵਤੇਜ ਬੜੀ ਮਿਹਨਤ ਕਰ ਰਿਹਾ ਐਂਡ ਆਈ ਐਮ ਵੈਰੀ ਪ੍ਰਾਊਡ ਆਫ ਹਿਮ। ਆਸਾਨ ਨਹੀਂ ਹੁੰਦਾ ਈਮੇਲ ਕਰਨਾ at frequent intervals, ਪਰ I think ਵਾਹਿਗੁਰੂ ਦੀ ਬਖਸ਼ਿਸ਼ ਹੈ ਉਹਦੇ ਤੇ ਬੜੀ ਕਿ ਜੋ ਕੁਝ ਅਸੀਂ ਕਰਨਾ ਚਾਹੁੰਦੇ ਹਾਂ he takes active part in it। ਤੁਸੀਂ ਬਰੀਫਲੀ ਦੱਸ ਸਕਦੇ ਹੋ ਨਵਤੇਜ ਜੀ ਕਲਾਸ ਨੂੰ ਕਿ ਸਾਡਾ ਅੱਜ ਦਾ ਪ੍ਰੋਗਰਾਮ ਕੀ ਹੈ? ਹਾਂਜੀ, ਸੋ ਅੱਜ ਜਿਹੜਾ ਹੁਕਮਨਾਮਾ ਹੋਏਗਾ ਉਹ ਆਪਣੇ ਦਵਿੰਦਰ ਭੈਣ ਜੀ ਕਰ ਰਹੇ ਨੇ ਤੇ ਆਪਣੇ ਕਾਨੜਾ ਰਾਗ ਦੇ 2 ਸ਼ਬਦ ਨੇ ਅੱਜ, ਤੇ ਜਿਨ੍ਹਾਂ ਵਿੱਚੋਂ ਜਿਹੜਾ ਪਹਿਲਾ ਸ਼ਬਦ ਹੈਗਾ ਉਹ ਮਿੰਦਰ ਭਾਜੀ ਤੇ ਆਪਣੇ ਭੈਣ ਜੀ ਕਰਨਗੇ, ਤੇ ਬਾਕੀ ਜਿਹੜਾ ਸੈਕੰਡ ਸ਼ਬਦ ਹੈ ਉਹ ਬਬਲੀ ਭੈਣ ਜੀ ਕਰਨਗੇ। ਤੇ ਅਸੀਂ ਡਿਸਾਈਡ ਕੀਤਾ ਕਿ ਜਿਹੜਾ ਉਹ ਲਾਈਨ ਬਾਈ ਲਾਈਨ ਟ੍ਰਾਂਸਲੇਸ਼ਨ ਹੈ ਨਾ, ਉਹ ਕਦੇ ਕਦੇ ਤੋਂ ਉਹਦੇ ਵਿੱਚ ਜਿਹੜਾ ਮੇਨ ਮੈਸੇਜ ਹੁੰਦਾ ਉਹ ਕਦੇ ਕਦੇ ਲੋਸਟ ਹੋ ਜਾਂਦਾ। ਸੋ ਜਿਹੜਾ ਅਸੀਂ ਕੋਸ਼ਿਸ਼ ਕਰਨੀ ਹੈ ਹੁਣ ਤੋਂ ਨਵਾਂ ਅਸੀਂ ਸਟਾਰਟ ਕਰ ਰਹੇ ਹਾਂ ਕਿ ਜਿਹੜਾ ਆਪਣੇ ਟ੍ਰਾਂਸਲੇਸ਼ਨ ਕਰਨ ਤੋਂ ਪਹਿਲਾਂ ਜਿਹੜੇ ਉਹ 2 ਸ਼ਬਦ ਹੈਗੇ ਮੈਂ 1 ਮਿੰਟ ਦੋਨਾਂ ਤੇ ਬੋਲਾਂਗਾ ਕਿ ਦੋਨਾਂ ਦਾ ਮੈਂ ਐਕਸਪਲੇਨ ਕਰਦਾ ਕਿ ਅੱਜ ਦਾ ਮਤਲਬ ਕਿ ਮੀਨਿੰਗ ਮੇਨ ਥੀਮ ਕੀ ਹੈਗਾ ਦੋਨੇ ਸ਼ਬਦ ਦਾ। ਤੇ ਦਵਿੰਦਰ ਭੈਣ ਜੀ ਵੀ ਹੁਕਮਨਾਮੇ ਦਾ ਸੇਮ ਚੀਜ਼ ਕਰਨਗੇ ਅੱਜ ਕਿ ਦੱਸਣਗੇ ਕਿ ਮੇਨ ਥੀਮ ਕੀ ਹੈ ਹੁਕਮਨਾਮੇ ਦਾ। ਫਿਰ ਅੱਜ ਦਾ ਹੋਰ ਪ੍ਰੋਗਰਾਮ ਹੈ ਕਿ ਜਿਹੜੇ 2 ਸਾਡੇ ਆਪਣੇ ਅਸੀਂ ਸੋਚਿਆ ਕਿ ਜਿਹੜੇ ਤੁਸੀਂ ਕਹਿੰਦੇ ਸੀ ਕਿ ਜਿਹੜੇ ਕੁਐਸਚਨ ਆਨਸਰਸ ਹੈਗੇ ਨੇ ਉਹਨਾਂ ਵਿੱਚੋਂ ਸਾਡੀ ਜਿਹੜੀ ਆਡੀਅנס ਹੈਗੀ ਉਹਨਾਂ ਨੂੰ ਕਾਫੀ ਕੁਝ ਮਿਲਦਾ ਉਹਦੇ ਵਿੱਚੋਂ। ਸੋ ਅਸੀਂ ਸੋਚਿਆ ਕਿ ਜਿਹੜੇ 2 ਟੈਸਟ ਪੇਪਰਸ ਹੈਗੇ ਨੇ ਸ਼੍ਰੀ ਰਾਗ ਉੱਤੇ ਅਤੇ ਰਾਗ ਮਾਂਝ ਦੇ ਉੱਤੇ, ਉਹਨਾਂ ਉੱਤੇ ਜਿਹੜੇ ਥੋੜੇ ਬਹੁਤੇ ਕੁਐਸਚਨਸ ਹੈਗੇ ਨੇ ਉਹ ਪਹਿਲਾ ਜਿਹੜਾ ਹੈਗਾ ਰਾਗ ਆਪਣੇ ਸ਼੍ਰੀ ਰਾਗ ਹੈਗਾ ਉਹ ਆਪਣੇ ਪਰਮਜੀਤ ਕਰੇਗੀ, ਤੇ ਜਿਹੜਾ ਦੂਸਰਾ ਰਾਗ ਹੈਗਾ ਮਾਂਝ ਰਾਗ ਮਾਂਝ ਉਹ ਆਪਣੇ ਗੁਰਦੀਪ ਹੋਣੇ ਕਰਨਗੇ ਉਹਦਾ ਜਿਹੜਾ ਆਪਣੇ ਕੁਐਸਚਨ ਆਨਸਰਸ ਹੈਗੇ ਨੇ। ਤੇ ਬਾਕੀ ਜਿਹੜੇ 2 ਡਿਵੋਸ਼ਨਲ ਸ਼ਬਦ ਹੈਗੇ ਨੇ ਉਹ ਵੀ ਅੱਜ ਕੱਲ ਸਵੇਰੇ ਭੇਜੇ ਸੀਗੇ ਮੈਂ ਦੁਪਹਿਰੇ, ਤੇ ਉਹ ਤੁਸੀਂ ਉਹਨਾਂ ਦਾ ਤੁਸੀਂ ਫਿਰ ਐਕਸਪਲੇਨ ਵਗੈਰਾ ਕਰਦੇ ਹੋ ਉਹਨਾਂ ਦੋਨਾਂ ਉੱਤੇ। ਸੋ ਇਹ ਪ੍ਰੋਗਰਾਮ ਹੈਗਾ ਅੱਜ ਦਾ। ਔਰ ਇਹ ਤੁਸੀਂ ਜ਼ਰੂਰ ਸਾਰੇ ਨੋਟ ਕਰੋ ਕਿ ਜਿੱਥੇ ਵੀ ਸਾਡੇ ਕੋਲੋਂ ਕੋਈ ਗਲਤੀ ਹੋਏਗੀ ਉਹਦੀ ਕਰੈਕਸ਼ਨ ਵਜ਼ੀਰ ਜੀ ਕਰਨਗੇ, ਔਰ ਜਿੱਥੇ ਅਸੀਂ ਸਮਝਾਂਗੇ ਵੀ ਸ਼ਬਦ ਬਹੁਤ ਔਖਾ ਹੈ ਉਹ ਹੀ ਅਸੀਂ ਵਜ਼ੀਰ ਜੀ ਨੂੰ ਦੇ ਦਿਆਂਗੇ, ਕਿਉਂਕਿ ਸਾਡੇ ਚੋਂ ਸਭ ਤੋਂ ਜ਼ਿਆਦਾ ਐਕਸਪਰਟ ਟ੍ਰਾਂਸਲੇਸ਼ਨ ਵਾਸਤੇ ਔਰ ਗੁਰੂ ਸਾਹਿਬ ਦੇ ਸ਼ਬਦਾਂ ਦੇ ਐਕਚੁਅਲ ਮੀਨਿੰਗ ਦੱਸਣ ਵਾਸਤੇ, ਅੰਡਰ ਕਰੰਟ ਮੀਨਿੰਗ ਦੱਸਣ ਵਾਸਤੇ ਉਹ ਸਾਡੀ ਕਾਫੀ ਹੈਲਪ ਕਰਦੇ ਨੇ। ਥੋੜਾ ਜਿਹਾ ਜਿਹੜਾ ਨਵਤੇਜ ਨੇ ਕਿਹਾ ਉਹਦੇ ਵਿੱਚ ਥੋੜਾ ਜਿਹਾ ਐਡੀਸ਼ਨ ਹੈ ਕਿ ਜਿਹੜਾ ਅੱਜ ਹੁਕਮਨਾਮਾ ਆਇਆ ਹੈ ਉਹ ਵੀ 5ਵੀਂ ਪਾਤਸ਼ਾਹੀ ਦਾ, ਔਰ ਰਾਗ ਕਾਨੜੇ ਦੇ ਜਿਹੜੇ ਸ਼ਬਦ ਨੇ ਉਹ ਵੀ 5ਵੀਂ ਪਾਤਸ਼ਾਹੀ ਦੇ ਨੇ। ਸੋ ਕਰਨਹਾਰ ਤੇ ਵਾਹਿਗੁਰੂ ਹੈ। ਸੋ ਜਦੋਂ ਮੈਂ ਨਵਤੇਜ ਨਾਲ ਗੱਲ ਕਰ ਰਿਹਾ ਸਾਂ ਤੇ ਰਾਗ ਕਾਨੜਾ ਦਾ ਸ਼ਬਦ ਜਿਹੜਾ ਬਿਸਰ ਗਈ ਸਪਤਾਤ ਪਰਾਈ, ਔਰ ਮੇਰੀ ਕਲਾਸ ਨੂੰ ਪਤਾ ਵੀ ਇਹ ਸਾਡਾ ਫੇਵਰੇਟ ਸ਼ਬਦ ਹੈ, ਔਰ ਜਦੋਂ ਅਸੀਂ ਯੂਨੀਵਰਸਿਟੀ 'ਚ ਕਲਾਸਾਂ ਲਗਾਉਂਦੇ ਸੀ ਤੇ ਮੇਰੇ ਖਿਆਲ ਹੈ ਹਰ ਈਵਨਿੰਗ ਅਸੀਂ ਇਹ ਸ਼ਬਦ ਦੇ ਬਾਰੇ ਜ਼ਰੂਰ ਗੱਲਬਾਤ ਕਰਦੇ ਸੀ ਕਿ ਇਹਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿੰਨੀ ਵੱਡੀ ਸਿੱਖਿਆ ਦਿੱਤੀ ਹੈ ਕਿ ਨਾ ਕੋ ਵੈਰੀ ਨਾ ਕੋ ਬੇਗਾਨਾ। ਫਿਰ ਮੈਨੂੰ ਕੁਛ ਆਪਣਾ ਨਿੱਜੀ ਖਿਆਲ ਆਇਆ ਕਿ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਹੈ ਕਿ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਉਹ ਵਜ਼ੀਰ ਜੀ ਇੰਨਾ ਪੋਪੂਲਰ ਸੀ ਸ਼ਾਇਦ ਸਾਡੀ ਫੈਮਿਲੀ ਵਿੱਚ ਕਿ ਮੈਨੂੰ ਯਾਦ ਹੈ ਕਿ ਮੇਰੇ ਫਾਦਰ ਨੇ ਉਹਦੀਆਂ ਕਾਪੀਆਂ ਕਰਾ ਕੇ ਗੋਲਡਨ ਅਕਸ਼ਰਾਂ ਵਿੱਚ ਹਰ ਕਮਰੇ ਵਿੱਚ ਉਹ ਸ਼ਬਦ ਉਹਨਾਂ ਟੰਗਿਆ ਸੀ। ਸੋ ਮੇਰਾ ਮਨ ਕੀਤਾ ਵੀ ਅੱਜ ਕਿਉਂਕਿ ਹਰ ਚੀਜ਼ ਗੁਰੂ ਅਰਜਨ ਦੇਵ ਜੀ ਦੀ ਹੈ ਤੇ ਅਸੀਂ ਉਸ ਸ਼ਬਦ ਦੇ ਬਾਰੇ ਵੀ ਦੇਖਾਂਗੇ। ਦੇਖਦੇ ਤੇ ਮਤਲਬ ਸਾਨੂੰ ਪਤਾ ਤੇ ਹੈ, ਲੇਕਿਨ ਸਾਰੀ ਕਲਾਸ ਦੇ ਨਾਲ ਅਸੀਂ ਉਹਦਾ ਵੀ ਅੰਡਰ ਕਰੰਟ ਸਾਂਝਾ ਕਰਾਂਗੇ। ਜਿਸ ਵੇਲੇ ਮੈਂ ਉਹਦੇ ਬਾਰੇ ਸੋਚ ਰਿਹਾ ਸੀ ਤੇ ਮੈਨੂੰ ਖਿਆਲ ਆਇਆ ਕਿ 2 ਸ਼ਬਦ ਹੋਰ ਤੇ ਅਸੀਂ ਗੁਰੂ ਅਰਜਨ ਦੇ ਰੋਜ਼ ਪੜ੍ਹਦੇ ਹੀ ਹਾਂ। ਇੱਕ ਪੜ੍ਹਦੇ ਹਾਂ ਤਾਤੀ ਵਾਹ ਨਾ ਲੱਗ ਗਈ, ਜਿਹੜੇ ਸ਼ਬਦ ਤੁਸੀਂ ਮਤਲਬ ਆਮ ਤੌਰ ਤੇ ਦੇਖਦੇ ਹੋ, ਇੱਕ ਪੜ੍ਹਦੇ ਔਖੀ ਘੜੀ ਨਾ ਦੇਖਣ ਦਾ, ਔਰ ਇਹ ਸਾਰੇ ਸ਼ਬਦ ਚੁੰਗੇ ਦੇਰ ਆਰ ਸੋ ਕਲੋਜ਼ ਟੂ ਅਵਰ ਹਾਰਟ। ਸੋ ਮੈਂ ਸੋਚਿਆ ਕਿ ਇੱਕ ਵਾਰੀ ਹੁਕਮਨਾਮਾ ਦਵਿੰਦਰ ਕਰ ਲਏਗੀ ਤੇ ਉਸ ਤੋਂ ਬਾਅਦ ਅਸੀਂ ਇਹਨਾਂ ਸ਼ਬਦਾਂ ਦੇ ਉੱਤੇ ਵੀ ਸਾਰੀ ਕਲਾਸ ਨੂੰ ਇਨਵੋਲਵ ਕਰਾਂਗੇ, ਔਰ ਜਿੱਥੇ ਵੀ ਥੋੜੀ ਜਿਹੀ ਕਲਾਸ ਥਿੜਕੇਗੀ ਜਾਂ ਜਿਸ ਵੇਲੇ ਵੀ ਸਪੋਜ਼ ਇੱਕ ਸ਼ਬਦ ਦਾ ਨਵਤੇਜ ਵਿਦ ਡਿਊ ਰਿਸਪੈਕਟ ਟੂ ਯੂ,
ਸਪੋਜ਼ ਮੈਂ ਕੋਈ ਸ਼ਬਦ ਤੁਸੀਂ ਦਿੰਦੇ ਹੋ ਮਹਿੰਦਰ ਨੂੰ, ਮਹਿੰਦਰ ਜੀ ਉਹਦਾ ਟ੍ਰਾਂਸਲੇਸ਼ਨ ਕਰਦੇ ਨੇ, ਤੇ ਮੇਰਾ ਖਿਆਲ ਹੈ ਉਹਦੇ ਬਾਅਦ ਉਸ ਸ਼ਬਦ ਦੀ ਸਮਰੀ ਵਾਸਤੇ ਅਸੀਂ ਵਜ਼ੀਰ ਸਿੰਘ ਜੀ ਨੂੰ ਕਹਿ ਸਕਦੇ ਹਾਂ ਕਿ ਇਹ ਹੁਣ ਉਹਨਾਂ ਨੇ ਟ੍ਰਾਂਸਲੇਸ਼ਨ ਕਰਤੀ ਹੈ, ਤੁਸੀਂ ਆ ਕੁਝ ਅਕਸ਼ਰਾਂ ਵਿੱਚ ਇਹਦੀ ਸਮਰੀ ਕਰ ਦਿਓ, ਕਿਉਂਕਿ ਮੇਰੇ ਖਿਆਲ ਉਹ ਸਮਰੀ ਸਾਰਿਆਂ ਤੋਂ ਜ਼ਿਆਦਾ ਯੂਸਫੁਲ ਹੋਏਗੀ ਫॉर ਦੀ ਆਡੀਅנס ਹੂ ਲੁਕਸ ਐਟ ਆਵਰ ਗੁਰਮਤ ਕਲਾਸ। ਸੋ ਚਲੋ ਹੁਣ ਅਸੀਂ ਵਾਹਿਗੁਰੂ ਦੀ ਬਖਸ਼ਿਸ਼ ਨਾਲ ਅੱਜ ਦਾ ਹੁਕਮਨਾਮਾ ਜਿਹੜਾ ਹਰਮੰਦਰ ਸਾਹਿਬ ਆਇਆ, ਔਰ ਅੱਜ ਕੱਲ੍ਹ ਤੁਹਾਨੂੰ ਪਤਾ ਹੁਕਮਨਾਮਾ ਜਲਦੀ ਆਉਣ ਲੱਗ ਪਿਆ। ਸੋ ਬਾਬਾ ਜੀ ਦੀ ਸਵਾਰੀ ਤਕਰੀਬਨ 5 ਵਜੇ ਚੱਲ ਪੈਂਦੀ ਅੱਜ ਕੱਲ੍ਹ ਅਕਾਲ ਤਖਤ ਸਾਹਿਬ ਤੋਂ, ਤੇ ਕੋਈ 7-8 ਮਿੰਟ ਲੱਗਦੇ ਨੇ ਉਹਨਾਂ ਨੂੰ ਟੂ ਰੀਚ ਹਰਮੰਦਰ ਸਾਹਿਬ, ਤੇ 10 ਕੁ ਮਿੰਟ ਫਿਰ ਅੱਗੋਂ ਲੱਗਦੇ ਨੇ ਪੱਟਾਂ ਦੇ ਸਵਈਆਂ ਤੇ। ਅੱਜ 5:20 ਦੇ ਕਰੀਬ ਉਹਨਾਂ ਨੇ ਇਹ ਹੁਕਮਨਾਮਾ ਪੜ੍ਹਿਆ ਸੀ, ਤੇ ਮੈਂ ਉਸੇ ਵੇਲੇ ਮੈਂ ਤੇ ਖੈਰ ਸਵੇਰੇ ਪੜ੍ਹ ਲੈਣਾ ਪਹਿਲਾਂ ਇੰਟਰਨੈਟ ਤੇ ਉਸੇ ਵੇਲੇ ਮੈਂ ਨਵਤੇਜ ਨੂੰ ਉਹਦੀ ਇੰਟਰਨੈਟ ਤੇ ਭੇਜ ਦੇਣਾ ਉਹਦੀ ਕਾਪੀ। ਹਾਂਜੀ ਦਵਿੰਦਰ ਜੀ, ਸ਼ੁਰੂ ਤੋਂ ਲੈ ਕੇ ਅਖੀਰ ਤੱਕ ਹੈਡਿੰਗ ਦਾ ਮਤਲਬ ਕੀ ਹੈ ਤੇ ਲਾਸਟ ਜਿਹੜੇ ਨੰਬਰ ਆਉਣਗੇ ਉਹਨਾਂ ਦਾ ਮਤਲਬ ਕੀ ਹੈ, ਉਹ ਤੁਸੀਂ ਸਭ ਕਲਾਸ ਨੂੰ ਦੱਸੋਗੇ। ਮੇਰਾ ਖਿਆਲ ਹੈ ਕਲਾਸ ਪਹਿਲਾਂ ਸੁਣ ਲਵੇ, ਜਿੱਥੇ ਤੁਸੀਂ ਡਿਸਐਗਰੀ ਕਰੋਗੇ ਜਾਂ ਜਿੱਥੇ ਤੁਸੀਂ ਕੁਝ ਐਡ ਕਰਨਾ ਚਾਹੁੰਦੇ ਹੋ, ਉਹ ਵਨਸ ਦਵਿੰਦਰ ਫਿਨਿਸ਼ਸ ਦੀ ਤਰ੍ਹਾਂ, ਕੋਈ ਛੋਟਾ ਸ਼ਬਦ ਹੈ ਬਹੁਤ ਲੰਬਾ ਹੁੰਦਾ ਤਾਂ ਅਸੀਂ ਡਿਵਾਈਡ ਕਰਦੇ ਹਾਂ, ਇਹ 2 ਪਦਿਆਂ ਦਾ ਹੀ ਸ਼ਬਦ ਹੈ। ਦਵਿੰਦਰ ਯੂ ਕੈਨ ਸਟਾਰਟ ਪਲੀਜ਼। ਹਾਂਜੀ, ਸੋਰਠ ਮਹੱਲਾ ਪੰਜਵਾਂ, ਸੋਰਠ ਰਾਗ ਦਾ ਨਾਮ ਹੈ ਤੇ ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਹਨ। ਤੇ ਉਹ ਗੁਰੂ ਅਰਜਨ ਦੇਵ ਜੀ ਇਸ ਸ਼ਬਦ ਦੇ ਵਿੱਚ ਕਹਿ ਰਹੇ ਹਨ ਕਿ ਇੱਕ ਉਹਨਾਂ ਨੇ ਗੱਲ ਕੀਤੀ ਹੈ ਕਿ ਕਰਮਾਂ ਦੀ ਗੱਲ ਕੀਤੀ, ਫਿਰ ਉਹਨਾਂ ਨੇ ਬਿਰਧ ਦੀ ਗੱਲ ਕੀਤੀ ਹੈ, ਤੇ ਹੋਰ ਕਹਿੰਦੇ ਆ ਕਿ ਜਿਹੜੇ ਇੱਕ ਗੁਰਮੁਖ ਇੱਕ ਤੇ ਮਨਮੁਖ ਹੁੰਦੇ ਆ, ਕਿ ਜਿਹੜੇ ਗੁਰਮੁਖ ਹੈ ਉਹ ਪਰਮਾਤਮਾ ਦੀਆਂ ਜਿਹੜੀਆਂ ਵੀ ਗੱਲਾਂ ਪਰਮਾਤਮਾ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਲ ਹੀ ਸਾਰਾ ਆਪਣਾ ਹਿਸਾਬ ਕਿਤਾਬ ਕਰਦੇ ਹਨ, ਤੇ ਜਿਹੜੇ ਮਨਮੁਖ ਹੈ ਉਹ ਪਰਮਾਤਮਾ ਤੋਂ ਉਲਟ ਜਾਂਦੇ ਹਨ। ਵੀ ਚਲੋ ਕਿ ਏਦਾਂ ਆ ਕਿ ਹੁਣ ਜਦੋਂ ਅਸੀਂ ਕਹਿੰਦੇ ਆ ਕਿ ਸਾਚਾ ਸਾਹਿਬ ਸਦ ਮਿਹਰਬਾਨ, ਇਹ ਰਹਾਉ ਦੀ ਪੰਕਤੀ ਆਪਾਂ ਤੇ ਜਾਂਦੇ ਆ ਉੱਥੇ ਕਿ ਸਾਚਾ ਸਾਹਿਬ ਸਦ ਮਿਹਰਬਾਨ, ਉਹ ਪਰਮਾਤਮਾ ਹੈ ਵਾਹਿਗੁਰੂ ਤੂੰ ਹਮੇਸ਼ਾ ਤੋਂ ਆਇਆ ਹੈ ਕਿ ਤੂੰ ਸੱਚਾ ਹੈ, ਕਿ ਤੂੰ ਮਿਹਰਬਾਨ ਹੈ, ਤੂੰ ਸਾਰਿਆਂ ਤੇ ਦਿਆਲੂ ਹੈ, ਸਦਾ ਹੀ ਦਿਆਲੂ ਰਹਿਣਾ ਹੈ। ਤੇ ਬੰਦ ਪਾਇਆ ਮੇਰਾ ਸਤਿਗੁਰ ਪੂਰੇ, ਹੋਈ ਸਰਬ ਕਲਿਆਣ ਰਹਾਉ। ਬੰਦ ਦਾ ਮਤਲਬ ਹੈਗਾ ਆ ਕਿ ਜਿਸ ਤਰ੍ਹਾਂ ਕਿ ਬੰਧਨ ਦੇ ਵਿੱਚ ਵੱਧ ਜਾਂਦੇ ਆ, ਕੋਈ ਕਿੰਨੀ ਵਾਰੀ ਪਾਣੀ ਬਹੁਤ ਜ਼ਿਆਦਾ ਆ ਜਾਂਦਾ ਹੈਗਾ ਆ, ਤੇ ਚਾਹੇ ਜਿੰਨੇ ਵੀ ਜਿਹੜੇ ਸੋਲਜਰਸ ਹੈਗੇ ਆ ਉਹ ਵੀ ਆਪਣੇ ਆਪ ਨੂੰ ਡਿਵਾਈਡ ਕਰਨ ਵਾਸਤੇ ਬੰਦ, ਚਾਹੇ ਬੋਰੀਆਂ ਹੁੰਦੀਆਂ ਆ ਉਹਨਾਂ ਦੇ ਵਿੱਚ ਰੇਤਾ ਭਰੀ ਹੁੰਦੀ ਆ, ਰੇਤਾ ਦੇ ਵਿੱਚ ਉਹ ਸਾਰੇ ਚਿਣਦੇ ਆ, ਤੇ ਚਾਹੇ ਪੱਥਰਾਂ ਦੇ ਨਾਲ ਬੰਨ ਬਣਾਉਂਦੇ ਹੈਗੇ ਆ, ਉਹ ਪਾਣੀ ਨੂੰ ਰੋਕ ਲੈਂਦੇ ਆ। ਤੇ ਇਸੇ ਤਰ੍ਹਾਂ ਸਾਡੇ ਜਿਹੜੇ ਚੰਗੇ ਮਾੜੇ ਕਰਮ ਹਨ, ਚੰਗੇ ਜਿਹੜੇ ਕਰਮ ਆ ਉਹ ਅਸੀਂ ਇੱਕ ਗੁਰਮੁਖ ਚੰਗੇ ਕੰਮ ਕਰਕੇ ਤੇ ਆਪਣੇ ਪਰਮਾਤਮਾ ਨਾਲ ਜੁੜਦਾ ਹੈ, ਤੇ ਪਰਮਾਤਮਾ ਕਹਿੰਦੇ ਆ ਕਿ ਪਰਮਾਤਮਾ ਤੂੰ ਜਿਹੜਾ ਸਾਨੂੰ ਚੰਗਾ ਸਾਰਾ ਕੁਝ ਇਹ ਸਰੀਰ ਦਿੱਤਾ ਆ, ਇਹ ਜੋਤ ਸਰੀਰ ਦੇ ਵਿੱਚ ਪਾਈ ਆ, ਖਾਣ ਪੀਣਾ ਪਹਿਨਣਾ ਸਭ ਕੁਝ ਦਿੱਤਾ ਆ, ਹੇ ਵਾਹਿਗੁਰੂ ਇਹ ਤੇਰੀ ਮੈਂ ਨਿਮਾਣਾ ਹੋ ਕੇ ਤੈਨੂੰ ਦੱਸਦਾ ਆ, ਮੈਂ ਤੇਰੇ ਅੱਗੇ ਅਰਦਾਸ ਕਰਦਾ ਆ ਕਿ ਹੇ ਪਰਮਾਤਮਾ ਮੈਂ ਤੇਰੇ ਤੋਂ, ਤੂੰ ਇੰਨਾ ਸੱਚਾ ਪਾਤਸ਼ਾਹ ਮਿਹਰਬਾਨ ਆ ਕਿ ਤੂੰ ਸਭ ਕੁਝ ਸਾਨੂੰ ਦਿੰਦਾ ਆ, ਤੇ ਦੇ ਕੇ ਫਿਰ ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ। ਤੇ ਜਿਹੜੇ ਮਨਮੁਖ ਆ ਉਹ ਹੋਰ ਉਹ ਆਪਣੇ ਮਨਮੁਖਾਂ ਵਾਲੀਆਂ ਗੱਲਾਂ ਕਰਦੇ ਹਨ, ਉਹ ਪਰਮਾਤਮਾ ਦਾ ਦਿੱਤਾ ਆ ਕੀਤਾ ਆ ਉਹਦੇ ਉੱਤੇ ਉਹ ਉਹਦਾ ਅਪਰੀਸ਼ੀਏਟ ਨਹੀਂ ਕਰਦੇ ਹੈਗੇ। ਤੇ ਅਸੀਂ ਹੁਣ ਸ਼ਬਦ ਤੇ ਚੱਲਦੇ ਹਾਂ ਕਿ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਦ ਪਛਾਣ। ਸਾਡੀ ਜਿਹੜੀ ਆ ਇਹ ਵਾਹਿਗੁਰੂ ਜਿਹੜੇ ਸਾਡੇ ਕਰਮਾਂ ਦੇ ਹਿਸਾਬ ਕਿਤਾਬ ਆ ਉਹ ਸਾਨੂੰ ਕੋਈ ਪਤਾ ਨਹੀਂ ਆ, ਪਰ ਤੇਰਾ ਜਿਹੜਾ ਏਦਾਂ ਦਾ ਅੱਛਾ ਸੁਭਾਅ ਹੈ, ਫॉरगिवनेस ਦਾ ਸੁਭਾਅ ਹੈ, ਜੋ ਕਿ ਅੱਛਾ ਇੰਨਾ ਅੱਛਾ ਹੈ ਕਿ ਤੂੰ ਸਾਰਿਆਂ ਨੂੰ ਸਾਰਿਆਂ ਦੇ ਕਰਮਾਂ ਨੂੰ ਪਛਾਣ ਕੇ ਤੇ ਉਹਨੂੰ ਮਾਫ ਕਰ ਦਿੰਦਾ ਆ। ਹਾਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ,
ਆਪਣਾ ਹੱਥ ਦੇ ਕੇ ਹਰ ਇੱਕ ਨੂੰ ਆਪਣਿਆਂ ਨੂੰ ਰੱਖਦਾ ਆ, ਤੇ ਉਹ ਸਦਾ ਹੀ ਹਮੇਸ਼ਾ ਹੀ ਤੇਰਾ ਪਰਮਾਤਮਾ, ਤੇਰਾ ਰੂਪ, ਤੇਰਾ ਰੰਗ ਦੇ ਵਿੱਚ ਆਨੰਦ ਦੇ ਨਾਲ ਫਿਰ ਆਨੰਦ ਮਾਣਦੇ ਹਨ। ਤੇ ਸੱਚਾ ਸਾਹਿਬ ਸਦ ਮਿਹਰਬਾਨ, ਉਹ ਪਰਮਾਤਮਾ ਸੱਚਾ ਹਮੇਸ਼ਾ ਹੀ ਪਹਿਲਾਂ ਤੋਂ ਆ ਰਿਹਾ ਹੈ, ਤੇ ਉਹ ਸੱਚਾ ਹੈ, ਹਮੇਸ਼ਾ ਸਾਰਿਆਂ ਤੇ ਦਿਆਲੂ ਹੈ, ਮਿਹਰਬਾਨ ਹੈ। ਤੇ ਬੰਦ ਪਾਇਆ ਮੇਰਾ ਸਤਿਗੁਰ ਪੂਰੇ, ਉਸ ਸਤਿਗੁਰੂ, ਉਹ ਪੂਰੇ ਸਤਿਗੁਰੂ ਨੇ ਮੇਰੇ ਮਾੜਿਆਂ ਕਰਮਾਂ ਤੋਂ ਮੈਨੂੰ ਹਟਾ ਕੇ ਉਹਨਾਂ ਦੇ ਵਿੱਚ ਬੰਧਨ ਪਾ ਦਿੱਤਾ, ਤੇ ਸਰਬ ਹੋਈ ਸਰਬ ਕਲਿਆਣ, ਸਾਰਾ ਕੁਛ ਅੱਛਾ ਹੋ ਗਿਆ, ਸਾਰਾ ਕੁਛ ਸੁੱਖ ਦੀ ਪ੍ਰਾਪਤੀ ਹੋ ਗਈ ਹੈ ਮੈਨੂੰ ਹੁਣ। ਜਿਉ ਪਾਏ ਪਿੰਡ ਜਿਨ ਸਾਜਿਆ, ਜਿਸ ਨੇ ਮੈਨੂੰ ਸਰੀਰ ਦਿੱਤਾ, ਇਸ ਸਰੀਰ ਦੇ ਵਿੱਚ ਜੋਤ ਰੱਖੀ ਹੈ, ਜੋਤ ਦੇ ਨਾਲ ਫਿਰ ਅਸੀਂ ਸਾਰਾ ਕੁਛ ਜੋ ਕੁਛ ਸਾਨੂੰ ਖਾਣ ਪੀਣ ਨੂੰ ਦਿੱਤਾ ਹੈ, ਪਹਿਨਣ ਖਾਣ ਨੂੰ ਦਿੱਤਾ ਆ, ਹੇ ਵਾਹਿਗੁਰੂ ਤੂੰ ਹੀ ਦੇ ਸਕਦਾ ਹੈ। ਆਪਣੇ ਦਾਸ ਕੀ ਆਪ ਪੈਜ ਰਾਖੀ, ਨਾਨਕ ਸਦ ਕੁਰਬਾਨ, ਤੂੰ ਆਪਣੇ ਦਾਸ ਦੀ, ਮੈਂ ਤੇਰੇ ਦਾਸ, ਤੇਰਾ ਦਾਸ ਹਾਂ, ਤੇਰੇ ਅੱਗੇ ਹੇ ਸੱਚੇ ਪਾਤਸ਼ਾਹ ਤੂੰ ਹੀ ਮੇਰੀ ਲਾਜ ਰੱਖਣੀ ਹੈ, ਤੂੰ ਹੀ ਲਾਜ ਰੱਖਦਾ ਆਇਆ ਹੈ, ਮੈਂ ਹਮੇਸ਼ਾ ਹਮੇਸ਼ਾ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਸਤਿਗੁਰੂ ਸੱਚੇ ਪਾਤਸ਼ਾਹ। ਸੋ ਇਹ ਅੱਜ ਦਾ ਹੁਕਮਨਾਮਾ ਹੈ, ਤੇ ਗਲਤੀਆਂ ਮਾਫ ਕਰਨੀਆਂ। ਨੰਬਰ ਦੇ ਬਾਰੇ ਦੱਸੋ, ਜਿਹੜਾ ਲਾਸਟ ਨੰਬਰ ਹੈ। ਲਾਸਟ ਨੰਬਰ ਹੈਗਾ ਕਿ ਜਿਹੜਾ ਨੰਬਰ 2 ਹੈਗਾ ਆ, ਇਹ 2 ਪਦੇ ਦਾ ਸ਼ਬਦ ਹੈਗਾ ਆ, ਤੇ 36 ਇਹਦੇ ਵਿੱਚ ਗੁਰੂ ਦੇ ਸ਼ਬਦ ਹਨ, ਤੇ ਜਿਹੜੇ 44 ਇਹ ਸਾਰੇ ਇਕੱਠੇ ਕਰਕੇ 44 ਦਿੱਤੇ ਆ। ਸੋ ਨੰਬਰ ਠੀਕ ਹੈ, ਨੰਬਰ ਜਿਹੜਾ 2 ਨੰਬਰ ਹੈ ਉਹ ਤਾਂ ਸਟੈਂਡੇ ਨੂੰ ਇੰਡੀਕੇਟ ਕਰਦਾ ਕਿ ਸ਼ਬਦ 2 ਸਟੈਂਡੇ ਦਾ, ਤੇ 44 ਇੰਡੀਕੇਟ ਕਰਦਾ ਕਿ ਟੋਟਲ ਕਿਊਮੂਲੇਟਿਵ ਸ਼ਬਦ ਜਿਹੜੇ ਨੇ ਹੁਣ ਤੱਕ 44 ਹੋਏ ਨੇ। 16 ਵੀ ਆਰ ਨਾਟ, ਵੀ ਕਾਂਟ ਐਕਸਪਲੇਨ ਜਦ ਤੱਕ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਕਾਪੀ ਨਹੀਂ ਹੈ ਜਾਂ ਪੂਰੇ ਸ਼ਬਦ ਸਾਡੇ ਕੋਲ ਨਹੀਂ ਹੈ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ। ਇਸ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਦੇ ਸ਼ਬਦ ਵੀ ਹੋ ਸਕਦੇ ਨੇ, ਗੁਰੂ ਅਮਰਦਾਸ ਦੇ ਸ਼ਬਦ ਵੀ ਹੋ ਸਕਦੇ ਨੇ, ਗੁਰੂ ਨਾਨਕ ਦੇ ਸ਼ਬਦ ਵੀ ਹੋ ਸਕਦੇ ਨੇ। ਬਟ ਐਨੀਵੇ ਇਟ ਇਜ਼ ਅ ਵੈਰੀ ਗੁੱਡ ਐਫਰਟ। ਕਿਸੇ ਨੂੰ ਕੁਝ ਕੰਟਰੀਬਿਊਟ ਕਰਨਾ ਹੈ, ਜੋ ਕੁਝ ਦਵਿੰਦਰ ਨੇ ਕਿਹਾ ਉਹਦੇ ਬਾਅਦ। ਹਾਂਜੀ ਵਜ਼ੀਰ ਜੀ ਕਹਿਣਾ ਕੁਝ? ਇਹ ਚ ਨਾ ਜਿਹੜਾ ਤੁਸੀਂ ਐਕਸਪਲੇਨੇਸ਼ਨ ਦੇ ਵਿੱਚ ਗੁਰਮੁਖ ਮਨਮੁਖ ਦਾ ਕਨਸੈਪਟ ਵਿੱਚ ਲਿਆਂਦਾ ਹੈਗਾ, ਉਹ ਇਹ ਸ਼ਬਦ ਚੋਂ ਬਿਲਕੁਲ ਕਲੀਅਰ ਨਹੀਂ ਹੁੰਦਾ ਹੈ, ਨਾ ਇਹਦੇ ਵਿੱਚ ਮਨਮੁਖ ਗੁਰਮੁਖ ਦਾ ਜ਼ਿਕਰ ਹੈ। ਇਹ ਸਿਰਫ ਅਕਾਲ ਪੁਰਖ ਦੇ ਦਿਆਲ ਸੁਭਾਅ, ਪ੍ਰਸਾਦ, ਗੁਰੂ ਪ੍ਰਸਾਦ ਤੇ ਨਿਰਵੈਰ, ਕਿ ਉਹ ਕਿਸੇ ਨਾਲ ਵੈਰ ਨਹੀਂ, ਹਰ ਇੱਕ ਨੂੰ ਆਪਣੇ ਸੁਭਾਅ ਅਨੁਸਾਰ, ਕਿਸੇ ਦੀ ਗਿਣਤੀ ਨਹੀਂ ਕਰਦਾ। ਜਿਹੜੇ ਸਾਰਿਆਂ ਨਾਲੋਂ ਨਿਕੰਮੇ ਵੀ ਹੈ ਉਹਨਾਂ ਨੂੰ ਵੀ ਉਨਾ ਹੀ ਰਿਜ਼ਕ ਦਿੰਦਾ ਜਿਤਨਾ ਜਿਹੜੇ ਉਹਦੇ ਸਾਰੇ ਉਹਦੇ ਹੈਗੇ, ਕੋਈ ਉਸ ਤੋਂ ਬਾਹਰ ਨਹੀਂ ਹੈ। ਤੇ ਉਹ ਹਰ ਇੱਕ ਨੂੰ, ਇਹ ਉਹਦਾ ਸੁਭਾਅ ਹੈ ਕਿ ਉਸਨੇ ਹਰ ਇੱਕ ਨੂੰ ਜਿਹੜੀ ਚੀਜ਼ ਉਹਦੀ ਮਰਜ਼ੀ ਹੈ ਉਹ ਦੇਣੀ ਹੈ। ਇਹ ਨਹੀਂ ਕਿ ਤੁਸੀਂ ਬੁਰੇ ਕੰਮ ਕਰੇ ਤੁਸੀਂ ਸਾਨੂੰ ਭੁੱਖਾ ਮਾਰਨਾ ਜਾਂ ਤੁਹਾਨੂੰ ਸਜ਼ਾ ਦੇਣੀ ਹੈ। ਇਹ ਸਦ ਮਿਹਰਬਾਨ ਹੈ, ਇਹ ਪ੍ਰਮਾਤਮਾ ਦੇ ਸੁਭਾਅ ਦੀ ਗੱਲ ਕਹੀ ਹੈ ਇਸ ਸ਼ਬਦ ਚ। ਬਿਲਕੁਲ ਬਿਲਕੁਲ ਠੀਕ ਹੈ। ਜਿਹੜੀ ਐਕਸਪਲੇਨੇਸ਼ਨ ਡਿਟੇਲ ਕਰਨੀ ਹੈ ਨਾ ਉਹ ਠੀਕ ਹੈ, ਪਰ ਕਿਉਂਕਿ ਇਹ ਸ਼ਬਦ ਮਨਮੁਖ ਗੁਰਮੁਖ ਇਹਦੇ ਵਿੱਚ ਵਰਤ ਨਹੀਂ ਹੋਏ, ਇਸ ਕਰਕੇ ਤੁਸੀਂ ਫਿਰ ਥੋੜਾ ਜਿਹਾ ਬਾਹਰ ਲੈ ਜਾਂਦੇ ਆ ਜਿਹੜੇ ਸੁਣਨ ਵਾਲੇ ਨੇ ਕਿ ਇਹ ਚ ਤੁਸੀਂ ਗੁਰਮੁਖ ਮਨਮੁਖ ਕਿੱਥੋਂ ਆ ਗਿਆ। ਇਹ ਤੇ ਸਿਰਫ ਆਪਣਾ ਜਨ, ਉਹ ਸਾਰੀ ਉਹਦੇ ਜਨ ਹੈ, ਸਾਰਿਆਂ ਦੀ ਪੈਜ ਰੱਖਦਾ ਹੈ। ਜੋ ਵਜ਼ੀਰ ਜੀ ਨੇ ਕਿਹਾ ਉਹਨੂੰ ਇਸ ਤਰ੍ਹਾਂ ਵਾਈਂਡ ਅਪ ਕਰ ਦੇਣਾ ਕਿ ਦਵਿੰਦਰ ਸਾਰਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੱਲ ਤੇ ਗੁਰਮੁਖ ਤੇ ਮਨਮੁਖ ਦੀ ਹੈ, ਪਰ ਇਸ ਪਾਰਟਿਕੂਲਰ ਸ਼ਬਦ ਵਿੱਚ ਜੇ ਤੁਸੀਂ ਪਹਿਲੀ ਲਾਈਨ ਹੀ 10 ਵਾਰੀ ਪੜ੍ਹ ਲਓ ਕਿ ਅਸੀਂ ਜੋ ਕੁਝ ਵੀ ਹੈਗੇ ਹਾਂ ਇਹ ਪ੍ਰਮਾਤਮਾ ਆਪਣੇ ਸੁਭਾਅ ਦੇ ਮੁਤਾਬਕ, ਆਪਣੀ ਪਰਸਨੈਲਿਟੀ ਦੇ ਮੁਤਾਬਕ ਸਾਨੂੰ ਮਾਫ ਕਰਦਾ ਆਇਆ ਤੇ ਮਾਫ ਕਰਦਾ ਰਹੇਗਾ। ਅਸੀਂ ਡੁੱਬਣ ਲੱਗਦੇ ਹਾਂ, ਉਹੀ ਆਪਣਾ ਹੱਥ ਵਧਾ ਕੇ ਸਾਨੂੰ ਬਚਾਉਂਦਾ। ਸੋ ਵਜ਼ੀਰ ਜੀ ਨੇ ਇਹਦੀ ਜਿਹੜੀ ਦੁਬਾਰਾ ਵਿਆਖਿਆ ਕੀਤੀ ਹੈ, ਔਰ ਇਹ ਬੜਾ ਇੰਪੋਰਟੈਂਟ ਹੈ ਕਿ ਬੀਇੰਗ ਏ ਗੁਰਬਾਣੀ ਦੀ ਜਿਹੜੀ ਕਲਾਸ ਹੈ, ਗੁਰਮਤਿ ਦੀ ਕਲਾਸ ਹੈ, ਕਿ ਉਹਦੇ ਵਿੱਚ ਅਗਰ ਕੋਈ ਵੀ ਅਸੀਂ ਉਲਥਾ ਕਰਦੇ ਹਾਂ, ਟ੍ਰਾਂਸਲੇਸ਼ਨ ਕਰਦੇ ਹਾਂ,
ਤੇ ਉਹਦੇ ਵਿੱਚ ਅਗਰ ਅਸੀਂ ਕੋਈ ਅਮੈਂਡਮੈਂਟ ਕਰ ਸਕਦੇ ਹਾਂ ਤੇ ਇਟ ਇਜ਼ ਰੀਅਲੀ ਅ ਗ੍ਰੇਟ ਥਿੰਗ। ਥੈਂਕ ਯੂ ਵਜ਼ੀਰ ਜੀ ਫॉर दैट। ਥੈਂਕ ਯੂ। ਇਹ 'ਚ ਜਿਹੜਾ ਸ਼ਬਦ ਹੈ ਨਾ ਗਣਿਆ, it make it as a present tense। ठीक। ਇਹ past नहीं है, future नहीं है। हमारी गणत ना गणिया, उन्हें करिया नहीं, हिसाब नहीं रखा, प्रेजेंट टेंस है। ठीक। हाँ जी, तुसी कहना गुरदीप जी कुछ? डॉक्टर साहब ਜਿਹੜੇ ਨੰਬਰ ਆਉਂਦੇ ਨਾ 2, 16 ਤੇ 44, हाँ जी। ਜਿਹੜੇ 44 ਹੈ ਗੁਰੂ ਅਰਜਨ ਦੇਵ ਜੀ ਦੇ ਪੂਰੇ ਸ਼ਬਦ ਆ ਹੁਣ ਤੱਕ, 16 ਹੈ ਕਿ ਆ ਜਿਹੜੇ ਦੋ ਟਿੱਕੇ ਆ ਉਹ ਤੁਸੀਂ ਬੇਟੇ ਤਾਂ ਹੀ ਦੱਸ ਸਕਦੇ ਹੋ ਨਾ ਅਗਰ ਤੁਹਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਪੀੜ ਹੈ। ਹਾਂਜੀ ਇਹਦੇ ਬਾਅਦ ਕੋਈ ਹੋਰ ਸ਼ਬਦ ਨਹੀਂ ਆਇਆ ਗੁਰੂ ਅਰਜਨ ਦੇਵ ਜੀ ਦਾ। ਹਾਂਜੀ ਪਰ ਅਗਰ ਤੁਹਾਡੇ ਕੋਲ ਸਿਰਫ ਜੋ ਇੱਕ ਪੀਸ ਆਫ ਪੇਪਰ ਪਿਆ ਤੁਹਾਡੇ ਸਾਹਮਣੇ ਹਾਂਜੀ ਜਿਹਦੇ ਤੇ ਅੱਜ ਦਾ ਹੁਕਮਨਾਮਾ ਤੁਸੀਂ ਕਾਪੀ ਕੀਤਾ ਹੈ, ਉੱਥੋਂ ਤੇ ਤੁਸੀਂ ਨਹੀਂ ਦੱਸ ਸਕਦੇ ਨਾ। ਆਫ ਕੋਰਸ ਹਾਂਜੀ ਅਸੀਂ ਉਹ ਸਵਾਲ ਤੇ ਉਹੀ ਹੈ ਕਿ ਜੋ ਕੁਝ ਤੁਹਾਡੇ ਕੋਲ ਹੈ ਉਹਦੇ ਤੋਂ ਤੁਸੀਂ ਕੀ ਐਕਸਪਲੇਨ ਕਰ ਸਕਦੇ ਹੋ। ਠੀਕ ਹੈ, ਪਰ ਮੇਰੀ ਇੱਕ ਕੁਐਸਚਨ ਸੀਗੀ ਜਦੋਂ ਇਸ ਕਨਾਡਾ ਵਿੱਚ ਗੁਰੂ ਅਰਜਨ ਦੇਵ ਜੀ ਸ਼ਬਦ ਆਉਂਦੇ ਆ 11 ਆਉਂਦੇ ਆ ਘਰ ਪਹਿਲਾ 3 ਤੁਕੇ ਦੇ, 17 ਆਉਂਦੇ ਆ ਘਰ ਦੂਜਾ ਚੁੱਪ ਦੇ, ਫਿਰ ਆਉਂਦੇ ਆ ਘਰ ਦੂਜਾ 2, ਪਹਿਲੇ 2 ਪਦੇ ਦੇ ਆਉਣੇ ਚਾਹੀਦੇ ਸੀਗੇ ਫਿਰ ਚੁੱਪ ਦੇ ਇਹ ਡਿਫਰੈਂਸ ਕਿੱਦਾਂ ਹੋਇਆ? ਇਹ ਸਾਹਮਣੇ ਸ਼ਬਦ ਹੋਣ ਤੇ ਦੱਸਿਆ ਜਾ ਸਕਦਾ। ਇਸ ਵੇਲੇ ਜੋ ਸ਼ਬਦ ਸਾਡੇ ਕੋਲ ਸਾਹਮਣੇ ਹੈ ਨਹੀਂ, ਇਸ ਕਰਕੇ ਐਕਸਪਲੇਨੇਸ਼ਨ ਇੰਨਾ ਆਸਾਨ ਨਹੀਂ ਹੈ। ਵੀਲ ਰਿਜ਼ਰਵ ਦੈਟ ਐਕਸਪਲੇਨੇਸ਼ਨ, ਜਿਸ ਵੇਲੇ ਸ਼ਬਦ ਸਾਡੇ ਕੋਲ ਹੋਣਗੇ ਤੇ ਦੱਸਾਂਗੇ। ਅਨਵਦੇਸ਼ ਤੋਂ ਕੀ ਕਹਿਣਾ? ਜਸਟ ਜੋ ਦਵਿੰਦਰ ਭੈਣ ਜੀ ਨੇ ਐਕਸਪਲੇਨੇਸ਼ਨ ਦਿੱਤਾ ਸ਼ਬਦ ਦਾ ਤੇ ਉਹਨਾਂ ਨੇ ਮਨਮੁਖ ਤੇ ਗੁਰਮੁਖ ਦਾ ਜ਼ਿਕਰ ਕੀਤਾ ਹੈ, ਇਹਦੇ ਵਿੱਚ ਠੀਕ ਹੈ ਜਿੱਦਾਂ ਡਾਕਟਰ ਵਜ਼ੀਰ ਨੇ ਕਿਹਾ ਕਿ ਇਹਦੇ ਵਿੱਚ ਮਨਮੁਖ ਗੁਰਮੁਖ ਆਉਂਦਾ ਨਹੀਂ ਹੈ, ਪਰ ਲੇਕਿਨ ਜਿਹੜੀ ਲਾਸਟ ਲਾਈਨ ਹੈ ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਆਉਂਦੀ ਹੈਗੀ ਹੈ ਕਿ ਮੈਂ ਨਿਮਾਣਾ ਬਣ ਕੇ ਆਇਆ ਆਪਦੇ ਕੋਲੇ। ਸੋ ਜਿਹੜਾ ਨਿਮਾਣਾ ਬਣ ਕੇ ਆਏਗਾ, ਠੀਕ ਹੈ, ਜਿੱਦਾਂ ਅਸੀਂ ਕਹਿੰਦੇ ਸੂਰਜ ਦੀਆਂ ਕਿਰਨਾਂ ਹਰ ਇੱਕ ਇਨਸਾਨ ਦੇ ਉੱਤੇ ਨੇ, ਜਿਹੜਾ ਪਿਆਰ ਹੈ ਉਹਦਾ ਹਰ ਇੱਕ ਇਨਸਾਨ ਦੇ ਉੱਤੇ ਹੈ, ਪਰ ਜਿਹੜਾ ਇਨਸਾਨ ਰੱਬ ਨਾਲ ਨਹੀਂ ਜੁੜਿਆ, ਜਿਹੜਾ ਨਿਮਾਣਾ ਨਹੀਂ ਬਣਿਆ, ਉਹਨੂੰ ਉਹ ਚੀਜ਼ ਦੀ ਕੋਈ ਉਹਨੂੰ ਅਪਰੀਸੀਏਸ਼ਨ ਨਹੀਂ ਹੈਗੀ। ਸੋ ਇੱਥੇ ਹੁਣ ਜਿੱਦਾਂ ਅਸੀਂ ਕਹਿੰਦੇ, ਹੁਣ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ, ਆਪਾਂ ਗਣਿਤ ਗਣੀਏ ਦੀ ਗੱਲ ਕਰ ਰਹੇ ਹਾਂ ਕਿ ਉਹਦਾ ਜੇ ਅਸੀਂ ਕਹਿੰਦੇ ਉਹਨੇ ਉਹ ਜਿਹੜੇ ਸਾਡੇ ਗਣਿਤ ਗਣੀਏ ਮਤਲਬ ਕਿ ਉਹਦੇ ਉੱਤੇ ਉਹਨੇ ਕੋਈ ਉਹਦਾ ਸੁਭਾਅ ਹੀ ਇਸ ਤਰ੍ਹਾਂ ਹੈਗਾ ਕਿ ਉਹ ਸਾਰਿਆਂ ਨੂੰ ਦੇਈ ਜਾ ਰਿਹਾ। ਲੇਕਿਨ ਫਿਰ ਉਹਦਾ ਤਾਂ ਮਤਲਬ ਇਹੀ ਹੋਇਆ ਨਾ ਕਿ ਇਨ ਸਮ ਸੈਂਸਿਸ ਕਿ ਜਿਹੜਾ ਬੰਦਾ ਪਾਪ ਕਰੀ ਜਾ ਰਿਹਾ ਉਹ ਕਹਿੰਦਾ ਕੋਈ ਨਹੀਂ, ਮੇਰੇ ਉੱਤੇ ਤਾਂ ਵਾਹਿਗੁਰੂ ਦੀ ਕਿਰਪਾ ਹੈਗੀ ਹੈ। ਸੋ ਇੱਥੇ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਇਨਫਰੈਂਸ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਨਿਮਾਣਾ ਬਣ ਕੇ ਜਾਏਗਾ ਉਹਦੇ ਉੱਤੇ ਵਾਹਿਗੁਰੂ ਦੀ ਨਜ਼ਰ ਹੋਏਗੀ। ਨਹੀਂ, ਉਹਨੂੰ ਜਿਹੜਾ ਪਿਆਰ ਹੈ ਤੇਜ ਹੋਰ ਜ਼ਿਆਦਾ ਅਸੀਂ ਇੱਥੇ ਡਿਸਕਸ਼ਨ ਨਹੀਂ ਕਰਦੇ, ਪਰ ਇੱਕ ਤੁਸੀਂ ਜਿਹੜਾ ਹੁਣ ਇੱਕ ਵਰਡ ਕਿਹਾ ਉਹਦੀ ਕਲੈਰੀਫਿਕੇਸ਼ਨ ਜ਼ਰੂਰ ਹੈ ਕਿ ਅਗਰ ਇੱਕ ਸਿਨਰ ਹੈ ਤੇ ਉਹ ਕਹਿੰਦਾ ਮੇਰੇ ਤੇ ਰੱਬ ਕਿਰਪਾ ਕਰੀ ਜਾ ਰਿਹਾ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਇਹ ਇੰਜ ਇਹਦਾ ਐਕਸਪਲੇਨੇਸ਼ਨ ਨਹੀਂ ਹੈਗਾ। ਕੁਝ ਚੀਜ਼ਾਂ ਵਾਹਿਗੁਰੂ ਨੇ ਫ੍ਰੀ ਆਫ ਚਾਰਜ, ਫ੍ਰੀ ਆਫ ਐਨੀ ਦੰਡ, ਜਿਹਨੂੰ ਤੁਸੀਂ ਕਹਿੰਦੇ ਹੋ ਵੀ ਅਗਰ ਤੁਸੀਂ ਸਿਨ ਕਰਦੇ ਹੋ ਤਾਂ ਤੁਹਾਨੂੰ ਪਾਪ ਦਾ ਭੋਗੀ ਤੁਹਾਨੂੰ ਦੰਡ ਮਿਲੇਗਾ, ਫ੍ਰੀ ਆਫ ਦੰਡ ਰੱਖੀਆਂ। ਸੂਰਜ ਦੀ ਕਿਰਨ ਇਹ ਹਰ ਪਾਪੀ ਨੂੰ ਵੀ ਉਨੀ ਮਿਲਦੀ ਜਿਹੜੀ ਸਾਨੂੰ ਮਿਲਦੀ ਹੈ। ਸੋ ਹਵਾ ਕਿਸ ਤਰ੍ਹਾਂ ਚਲਦੀ ਹੈ, ਬਾਰਿਸ਼ ਕਿੱਥੇ ਹੁੰਦੀ ਹੈ, ਉਹਨਾਂ ਦੇ ਘਰ ਤੇ ਵੀ ਉਨੀ ਬਾਰਿਸ਼ ਹੋਏਗੀ ਜਿਹੜੀ ਸਾਡੇ ਹੁੰਦੀ ਹੈ। ਲੇਕਿਨ ਜਿਹੜੇ ਤੁਸੀਂ ਆਪ ਇੰਡੀਵਿਜੂਅਲ ਕਰਮ ਕਰਦੇ ਹੋ ਉਹਦੇ ਪਾਪ ਦੇ ਭੋਗੀ ਤੁਸੀਂ ਖੁਦ ਹੋ। ਉਹਦੀ ਜਿਹੜੀ ਡਿਸੀਸ਼ਨ ਹੈ ਰੱਬ ਜਿਹੜਾ ਲੈਂਦਾ ਜਜਮੈਂਟ ਦਿੰਦਾ ਉਹ ਡਿਫਰੈਂਟ ਹੈ। ਸੋ ਇਹ ਤੁਸੀਂ ਯਾਦ ਰੱਖਣਾ ਕਿ ਤੁਸੀਂ ਇਹ ਕਹਿ ਕੇ ਨਹੀਂ ਛੁੱਟ ਸਕਦੇ ਕਿ ਰੱਬ ਸਾਰਿਆਂ ਨੂੰ ਇੱਕੋ ਜਿਹਾ ਵਤੀਰਾ ਕਰਦਾ। ਰੱਬ ਜਿਹੜਾ ਕੰਪੈਸ਼ਨੇਟ ਹੈ, ਕਾਈਂਡ ਹੈ, ਇਸ ਕਰਕੇ ਅਸੀਂ ਗਲਤ ਕੰਮ ਵੀ ਕਰਾਂਗੇ ਤੇ ਰੱਬ ਸਾਨੂੰ ਪਿਆਰ ਕਰੇਗਾ, ਗਲਤ ਕੰਮ ਕਰਾਂਗੇ ਤੇ ਸਜ਼ਾ ਡੈਫੀਨੇਟਲੀ ਮਿਲੇਗੀ। ਅੱਛਾ, ਅਗਲਾ ਹੁਣ ਮੈਂ ਕੋਈ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਪੜ੍ਹਦਾ, ਇੱਕ ਲਾਈਨ ਪੜਾਂਗਾ। ਮੈਂ ਇੱਕ ਮਿੰਟ ਇੰਟਰਪਟ ਕਰਾਂ, ਇਹਦੇ ਚ ਅੱਜ ਸੰਮਤ ਨਾਨਕਸ਼ਾਹੀ ਕਿਉਂ ਲਿਖਿਆ ਹੋਇਆ ਅੱਜ ਦੇ ਹੁਕਮਨਾਮੇ ਉੱਤੇ? ਕੋਈ ਐਨੀ ਰੀਜ਼ਨ? ਨਹੀਂ, ਕੋਈ ਤੂੰ ਜਿੱਥੋਂ ਪੜਿਆ ਹੋਣਾ ਉੱਥੇ ਲਿਖਿਆ ਹੋਣਾ, ਉਹ ਤੇ ਡੇਟ ਹੀ ਹੈ, ਕਿਧਰੇ ਵੀ ਹੋ ਸਕਦੀ ਹੈ। ਕੁਛ ਨਾਨਕਸ਼ਾਹੀ 552 ਨੰਬਰ ਦਿੱਤਾ ਹੈ ਗੁਰਦੀਪ ਜੀ। ਮੈਂ ਲਾਈਨ ਪੜਦਾ ਔਰ ਵੈਸੇ ਸ਼ਬਦ 819 ਪੇਜ ਤੇ ਹੈ, ਪਰ ਕਿਉਂਕਿ ਇतना ਆਸਾਨ ਹੈ ਸਿਰਫ ਤਾਂ ਕਿ ਸਾਰਿਆਂ ਨੂੰ ਸਮਝ ਆ ਜਾਏ। ਸਾਰੇ ਹੁਣ ਸੁਣ ਲਓ। ਤਾਤੀ ਵਾਹ ਨਾ ਲੱਗੇ ਪਾਰ ਬ੍ਰਹਮ ਸਰਨਾਈ, ਇਹਦਾ ਲਾਈਨ ਦਾ ਫਟਾਫਟ ਮੀਨਿੰਗ ਦੱਸ ਦਿਓ।
ਵੀ ਜਿਹਦੇ ਪਰਬ੍ਰਹਮ ਮਹਾਰਾਜ ਅੰਗ ਸੰਗ ਹੁੰਦੇ ਆ ਉਹਨੂੰ ਕੋਈ ਔਕਤ ਨਹੀਂ ਆਉਂਦੀ, ਕੋਈ ਜਿੱਦਾਂ ਤਿਵਾਰੀ ਲੱਗਦੀ ਉਹਨਾਂ ਨੂੰ। ਤੋ ਇੱਥੇ ਤਾਤੀਵਾ ਹੁਣ ਜੇ ਤੁਸੀਂ ਟ੍ਰਾਂਸਲੇਟ ਕਰਨਾ ਤਾਂ ਕਈ ਤਰੀਕੇ ਨਾਲ ਕਰ ਸਕਦੇ ਹੋ। ਇਹਦਾ ਮਤਲਬ ਹੈ ਲਾਈਫ ਦੀਆਂ ਜਿਹੜੀਆਂ ਡਿਫਿਕਲਟੀਜ਼ ਨੇ, ਜੇ ਪ੍ਰਮਾਤਮਾ ਦੇ ਤੁਸੀਂ ਸ਼ਰਨ ਵਿੱਚ ਜਾਂਦੇ ਹੋ, ਵਰਡ ਸ਼ਰਨ ਆਇਆ, ਪਾਰ ਬ੍ਰਹਮ ਸਰਨਾਈ, ਤੇ ਫਿਰ ਤੁਹਾਨੂੰ ਡਿਫਿਕਲਟੀਜ਼ ਨਹੀਂ ਫੇਸ ਕਰਨੀਆਂ ਪੈਂਦੀਆਂ। ਬਬਲੀ, ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ। ਸਾਡੇ ਚਾਰੋਂ ਤਰਫ ਕੀ ਕਹਿੰਦੇ ਨੇ, ਮੈਨੂੰ ਲਫ਼ਜ਼ ਨਹੀਂ ਯਾਦ ਆ ਰਿਹਾ। ਚਲ ਸਾਡੇ ਨਵਤੇਜ ਚਾਰੋਂ ਤਰਫ, ਨਵਤੇਜ ਜੀ ਹੈਲਪ ਕਰੋ, ਚਾਰੋਂ ਤਰਫ ਸਾਡੇ ਅੱਗੇ ਪਰਮਾਤਮਾ ਦੇ ਲਾਈਨ ਬਣੀ। ਹਾਂਜੀ, ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਜੇ ਹੁਣ ਅਸੀਂ ਕਹਿੰਦੇ ਹਾਂ ਕਿ ਵਾਹਿਗੁਰੂ ਸਰਬ ਵਿਆਪਕ ਹੈ, ਹੁਣ ਇੱਥੇ ਤਾਂ ਕਹਿੰਦੇ ਚੌਗਿਰਦ ਹਮਾਰੇ ਰਾਮ ਕਰ, ਮਤਲਬ ਕਿ ਸਾਰੇ ਚਾਰੋਂ ਪਾਸੇ ਸਾਡੇ ਪਾਸੇ ਪ੍ਰੋਟੈਕਸ਼ਨ ਮਿਲਦੀ ਹੈ ਸਾਨੂੰ। ਹੈ ਭਾਈ ਤੇ ਠੀਕ ਹੈ, ਜਿਹੜਾ ਚੌਗਿਰਦ ਹਿੰਦੂ ਮਿਥੋਲੋਜੀ ਵਿੱਚੋਂ ਵੀ ਆਉਂਦਾ ਹੈਗਾ, ਪਰ ਲੇਕਿਨ ਇੱਥੇ ਸਾਨੂੰ ਕਹਿਣ ਦਾ ਮਤਲਬ ਇਹੀ ਹੈ ਕਿ ਜਿਹੜਾ ਵਾਹਿਗੁਰੂ ਸਰਬ ਵਿਆਪਕ ਹੈ, ਉਹ ਸਾਰੇ ਪਾਸੇ ਮੇਰੀ ਰੱਖਿਆ ਕਰ ਰਿਹਾ। ਸਤਿਗੁਰ ਚਲ ਨਵਤੇਜ, ਸਤਿਗੁਰ ਪੂਰਾ ਭੇਟਿਆ ਜਿਨ ਹੈ ਬਣਤ ਬਣਾਈ। ਤੇ ਕਹਿੰਦੇ ਨੇ ਸਤਿਗੁਰ ਨੇ ਜਿਹਨੇ ਸਭ ਕੁਝ ਬਣਾਇਆ ਹੈਗਾ, ਉਹਨੇ ਮੈਨੂੰ ਸਭ ਕੁਝ ਉਹਨੇ ਸਭ ਕੁਝ ਬਖਸ਼ਿਆ, ਤੇ ਉਹਦੇ ਨਾਲ ਹੀ ਮੈਨੂੰ ਮੈਂ ਉਹਦੇ ਨਾਲ ਹੁਣ ਮੈਂ ਇੱਕ ਮਿਕ ਹੋ ਗਿਆ ਹੈਗਾ। ਜਿਹੜਾ ਵਰਡ ਆ ਜਾਂਦਾ ਨਾ ਬਣਤ ਬਣਾਈ, ਜੋ ਕੁਝ ਵੀ ਸੰਸਾਰ 'ਚ ਬਣਿਆ, ਹੁਣੇ ਤੁਹਾਨੂੰ ਤੁਸੀਂ ਕਿਹਾ ਕਿ ਸਾਡੇ ਇਰਦ ਗਿਰਦ ਉਹਨੇ ਇੱਕ ਇਲੈਕਟ੍ਰਿਕ ਡਿਫੈਂਸ ਸਿਸਟਮ ਵੀ ਰੱਖਿਆ ਹੋਇਆ, ਜੋ ਵੀ ਕੁਝ ਤੁਸੀਂ ਉਹਨੂੰ ਕਹਿੰਦੇ ਹੋ ਸਮਝਾਉਣ ਵਾਸਤੇ। ਜੋ ਕੁਝ ਵੀ ਹੈ ਤੁਹਾਡੇ ਕੋਲ ਉੱਤੇ ਉੱਪਰਲੇ ਸ਼ਬਦ ਵਿੱਚ ਆਇਆ ਸੀ, ਜਿਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ। ਜੋ ਕੁਝ ਵੀ ਹੈ, ਜਿਸ ਪ੍ਰਮਾਤਮਾ ਨੇ ਹੀ ਇਹ ਸਭ ਕੁਝ ਬਣਾਇਆ, ਫਿਰ ਕਹਿੰਦੇ ਸਤਿਗੁਰ ਪੂਰਾ ਭੇਟਿਆ, ਤੇ ਮੈਂ ਆਈ ਐਮ ਸੋ ਹੈਪੀ ਕਿ ਉਹ ਵਾਹਿਗੁਰੂ ਮੈਨੂੰ ਮਿਲ ਗਿਆ। ਹਾਂਜੀ ਮਹਿੰਦਰ, ਰਾਮ ਨਾਮ ਔਖਦ ਦਿਆ ਏਕਾ ਲਿਵਲਾਈ। ਰਾਮ ਪ੍ਰਮਾਤਮਾ ਨੂੰ ਕਿਹਾ, ਰਾਮ ਦੀ ਪ੍ਰਮਾਤਮਾ ਨੂੰ ਕਿਹਾ ਗਿਆ ਇਸ ਸ਼ਬਦ ਵਿੱਚ। ਰਾਮ ਜਿਹੜਾ ਔਖਦ ਕਿਹਨੂੰ ਕਹਿੰਦੇ? ਔਖਦ ਔਖਾ ਨਹੀਂ ਹੈਗਾ। ਨਹੀਂ, ਔਖਦ ਹੁੰਦੀ ਦਵਾਈ, ਮੈਡੀਸਨ। ਔਖਦ ਦਵਾਈ, ਔਖਦ ਇਜ਼ ਮੈਡੀਸਨ। ਰਾਮ ਨਾਮ ਹੈ ਔਖਦ ਦਿਆ। ਸਾਡੀਆਂ ਜਿੰਨੀਆਂ ਵੀ ਇਲਨੈਸਿਸ ਨੇ, ਜਿੰਨੀਆਂ ਸਾਨੂੰ ਬਿਮਾਰੀਆਂ ਨੇ, ਉਹਨੂੰ ਕਾਊਂਟਰ ਕਰਨ ਵਾਸਤੇ ਵਾਹਿਗੁਰੂ ਨੇ ਸਾਨੂੰ ਨਾਮ ਦੀ ਦਵਾਈ ਦਿੱਤੀ ਹੈ, ਆਪਣਾ ਨਾਮ ਦਿੱਤਾ ਹੋਇਆ, ਸ਼ਬਦ ਦਿੱਤਾ ਹੋਇਆ। ਸ਼ਬਦ ਗੁਰੂ ਹੈ ਜਿਹੜਾ ਸਾਡੇ ਕੋਲ ਸਭ ਤੋਂ ਵੱਡਾ, ਉਹ ਸਾਡੇ ਕੋਲ ਔਖਦ ਹੈ, ਉਹ ਸਾਡੇ ਕੋਲ ਮੈਡੀਸਨ ਹੈ, ਉਹ ਸਾਡੇ ਕੋਲ ਦਵਾਈ ਹੈ। ਏਕਾ ਲਿਵਲਾਈ, ਇਹ ਤੇ ਤੁਹਾਨੂੰ ਆਸਾਨ ਹੈ। ਏਕਾ ਲਿਵਲਾਈ, ਤੁਸੀਂ ਉਹਦੇ ਵਿੱਚ ਹੀ ਆਪਣੀ ਲਿਵ ਲਾ ਕੇ ਰੱਖੋ, ਜਿਹਨੇ ਤੁਹਾਨੂੰ ਹੁਣੇ ਪਿੱਛੇ ਆਇਆ ਸਭ ਕੁਝ ਦਿੱਤਾ ਹੈ, ਤੇ ਜਿੱਥੇ ਹੁਣ ਤੁਹਾਨੂੰ ਇਹ ਦੱਸਿਆ ਕਿ ਜਿਹਨੇ ਤੁਹਾਡੇ ਕੋਲ ਮੈਡੀਸਨ ਵੀ ਤੁਹਾਨੂੰ ਤੁਹਾਡੇ ਕੋਲ ਹੀ ਦਿੱਤੀ ਹੈ। ਰੱਖ ਲਈਏ ਤੇ ਨਾ ਰੱਖਣ ਹਾਰ, ਪਰਮਜੀਤ, ਰੱਖ ਲਈਏ ਤੇ ਨਾ ਰੱਖਣ ਹਾਰ, ਸਭ ਬਿਆਦ ਮਿਟਾਈ, ਬਿਆਦ ਇਸ ਬਿਮਾਰੀ। ਹਾਂਜੀ, ਵਾਹਿਗੁਰੂ ਨੇ ਮੈਨੂੰ ਬਚਾਇਆ, ਤੇ ਜਿੰਨੀ ਵੀ ਬਿਮਾਰੀ ਉਹ ਨਿਕਲ ਗਈ, ਉਹ ਦੂਰ ਹੋ ਗਈ ਹੈ। ਹਾਂਜੀ ਦਵਿੰਦਰ, ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਕਹੋ ਨਾ, ਗੁਰੂ ਨਾਨਕ ਦੇਵ ਜੀ ਕਹਿੰਦੇ ਕਿ ਸਾਰੀ ਪਰਮਾਤਮਾ ਦੀ ਕਿਰਪਾ ਹੋ ਗਈ ਆ, ਉਹ ਪਰਮਾਤਮਾ ਮੇਰਾ ਸਹਾਈ ਹੋ ਗਿਆ ਹੈ, ਸਾਰੇ ਪਾਸੇ ਮੇਰੀ ਸਹਾਇਤਾ ਕਰਦਾ। ਸੋ ਤੁਸੀਂ ਵਰਡ ਦੇ ਦੇਖੀ ਜਾਓ, ਪੜ੍ਹੀ ਜਾਓ, ਤੇ ਉਹਨੂੰ ਆਪਣੀ ਗੰਢ ਬੰਨੀ ਜਾਓ। ਪਰਮਾਤਮਾ ਦੀ ਸੈਂਕਚੁਰੀ, ਪਰਮਾਤਮਾ ਦੇ ਕੋਲ ਰਹਿਣਾ, ਪਰਮਾਤਮਾ ਦੇ ਕੋਲ ਜਾ ਕੇ ਹੱਥ ਜੋੜ ਕੇ ਉਹਦੇ ਕੋਲ ਅਰਦਾਸ ਕਰਨੀ, ਆਪਣੇ ਸੁੱਖਾਂ ਲਈ ਮੰਗਣਾ, ਕਿਉਂਕਿ ਉਹ ਸੁੱਖ ਦਾਤਾ ਹੈ, ਉਹ ਪਾਰ ਬ੍ਰਹਮ ਹੈ, ਉਹੀ ਤੁਹਾਨੂੰ ਸਭ ਕੁਝ ਦੇ ਸਕਦਾ ਹੈ। ਸੋ ਹਰ ਸ਼ਬਦ ਦੇ ਵਿੱਚ ਕਿਤੇ ਨਾ ਕਿਤੇ ਇਹੀ ਆਏਗਾ। ਤੁਹਾਡੇ ਜੀਵਨ ਦੇ ਵਿੱਚ ਜਿੰਨੀਆਂ ਔਖਿਆਈਆਂ ਨੇ, ਜਿੰਨੀਆਂ ਤੁਹਾਡੇ ਜੀਵਨ 'ਚ ਡਿਫਿਕਲਟੀਜ਼ ਨੇ, ਉਹਨੂੰ ਸੋਲਵ ਕਰਨ ਦਾ ਇੱਕ ਤਰੀਕਾ ਹੈ, ਉਹ ਹੈ ਸ਼ਬਦ ਗੁਰੂ। ਤੁਸੀਂ ਸ਼ਬਦ ਨੂੰ ਆਪਣੇ ਮਨ ਦੇ ਨਾਲ ਪੜ੍ਹੋ, ਤੇ ਤੁਸੀਂ ਸਾਰੇ ਹੀ ਦੁੱਖਾਂ ਤੋਂ ਛੁਟਕਾਰਾ ਪਾ ਸਕਦੇ ਹੋ। ਮਹਿੰਦਰ, ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਮੈਨੂੰ ਕੋਈ ਵੀ ਔਖਾ ਟਾਈਮ ਜਿਹੜਾ ਮੇਰੇ ਦੁੱਖਾਂ ਦਾ ਟਾਈਮ ਮੇਰੇ ਤੇ ਨਾਲ ਹੈ, ਤੇ ਦੁੱਖਾਂ ਦਾ ਟਾਈਮ ਮੇਰੇ ਤੇ ਨਾਲ ਹੈ। ਤੇ ਇਹਨੂੰ ਜਿਸ ਤਰ੍ਹਾਂ ਵਜ਼ੀਰ ਜੀ ਦੇ ਮੇਰੇ ਖਿਆਲ ਇੱਕ ਸ਼ਬਦ ਤੋਂ ਤੁਹਾਨੂੰ ਲੀਡ ਮਿਲੀ ਹੋਣੀ ਹੈ ਕਿ ਤੁਸੀਂ ਸ਼ਬਦ ਨੂੰ ਪ੍ਰੈਜ਼ੈਂਟ ਟੈਂਸ ਵਿੱਚ ਪੜ੍ਹਨਾ, ਫਿਊਚਰ 'ਚ ਪੜ੍ਹਨਾ, ਪਾਸਟ 'ਚ ਪੜ੍ਹਨਾ। ਇੱਥੇ ਕਹਿੰਦੇ ਨੇ ਔਖੀ ਘੜੀ ਨਾ ਦੇਖਣ ਦੇਈ। ਇੱਕ ਤਾਂ ਤੁਸੀਂ ਕਹਿ ਸਕਦੇ ਹੋ ਜੋ ਕੁਝ ਹੋ ਰਿਹਾ ਕਿ ਮੈਨੂੰ ਉਹਨੇ ਕਦੀ ਔਖੀ ਘੜੀ ਦੇਖਣ ਨਹੀਂ ਦਿੱਤੀ,
ਕਦੀ ਉਹਨੇ ਮੇਰੇ ਤੇ ਡਿਫਿਕਲਟ ਟਾਈਮ ਨਹੀਂ ਲੈ ਕੇ ਆਇਆ ਹੋ, ਜਾਂ ਤੁਸੀਂ ਉਹਨੂੰ ਇੱਕ ਰਿਕਵੈਸਟ ਕਰ ਰਹੇ ਹੋ, ਹੇ ਪਰਮਾਤਮਾ ਮੈਨੂੰ ਕਦੀ ਤੂੰ ਔਖੀ ਘੜੀ ਔਖੀ ਡਿਫਿਕਲਟੀ ਦੇ ਵਿੱਚ ਨਾ ਪਾਈ, ਆਪਣਾ ਬਿਰਧ ਸੰਭਾਲੇ। ਬਿਰਧ ਹੁਣ ਪਿੱਛੇ ਵੀ ਆਇਆ ਸੀ ਤੁਹਾਡਾ ਕਿ ਉਹਦਾ ਸੁਭਾਅ ਕੀ ਹੈ। ਬਿਰਧ ਦਾ ਮਤਲਬ ਵੈਸੇ ਡਿਵੋਟੀ ਵੀ ਕਿਧਰੇ ਕਿਧਰੇ ਹੁੰਦਾ ਕਿ ਤੂੰ ਆਪਣੇ ਡਿਵੋਟੀ ਦੀ ਲੁੱਕ ਆਫਟਰ ਕਰ ਲਾ, ਕਿਉਂਕਿ ਤੂੰ ਹੈ ਹੀ ਕੰਪੈਸ਼ਨੇਟ ਹੈ। ਤੇਰਾ what you are is you are kind। ये ठीक है, माँ बाप भी काइंड होंगे ने, पर बच्चा जो गलत करे तो सदा मिलती है ना। परमात्मा इज एवर काइंड। जब तक तुसी कोई भुल नहीं करोगे कि तुहानू परमात्मा तो प्यार ही मिलेगा। दविंदर हाथ ते रखे अपने को सास सास प्रतिपाले। परमात्मा ने मैनू हाथ दे के रखिया ते हमेशा ही सास सास हमेशा ही मैनू मेरी परपालता मैनू पालदा आ, मैनू सब कुछ दिंदा। पेज 682 ते है शब्द। हाँ जी नवतेज, प्रभ स्यों लाग रहे हो मेरा चीत। ਇੱਥੇ ਕਹਿੰਦੇ ਨੇ ਕਿ ਜਿਹੜਾ ਮੇਰਾ ਚਿੱਤ ਹੈਗਾ, ਜਿਹੜਾ ਮੇਰਾ ਮਨ ਹੈਗਾ, ਉਹ ਵਾਹਿਗੁਰੂ ਨਾਲ ਸਦਾ ਹੀ ਜੁੜਿਆ ਰਹਿੰਦਾ ਹੈ। बबली आदि अंत प्रभ सदा सहाई, तन हमारा मीत। ਤੂੰ ਹਰ ਵਕਤ ਆਦ ਅੰਤ ਤੂੰ ਹੁਣ ਤੋਂ ਲੈ ਕੇ ਸ਼ੁਰੂ ਅਖੀਰ ਤੱਕ ਸਾਡੇ ਨਾਲ ਹੈ। ਇਹ ਮੇਰੇ ਕੋਲ ਸ਼ਬਦ ਹੈਗਾ ਨਹੀਂ, ਮੈਂ ਆਦ ਅੰਤ ਸਦਾ ਸਹਾਈ। नहीं कोई डर नहीं है, तो आसान ਹਾਂਜੀ ਆਸਾਨ ਹੈ। ਹਾਂਜੀ तन हमारा मीत। ਤਨ ਦੇ ਕੀ ਹੋਏਗਾ? ਮਨੀ ਹੋਏਗੀ, ਪੈਸੇ। वही तो मैं खुशकिस्मत आ कि मेरा दोस्त है, ताना मेरे मैं ताना कि वो मेरा परमात्मा मेरा मित्र है, परमात्मा मेरा दोस्त है। तन हमारा मीत। वजीर जी, मीत इज अ दोस्त ना जी। वजीर जी मन विलास भय साहिब के अचरज देख बढ़ाई, हर सिमर सिमर आनंद कर नानक, प्रभ पूर्ण पैज रखाई। ਇਹਨਾਂ ਕਹਿੰਦੇ ਪੜਿਆਗਾ ਤੁਸੀਂ ਇੱਕਦਮ ਲਾਈਨ ਮੇਰੇ ਦਿਮਾਗ 'ਚ ਨਹੀਂ ਬੜੀ, ਕੀ ਤੁਸੀਂ ਫੇਰ ਤੀ ਪੜਿਓ? मन विलास बहे साहिब के अचरज देख बढ़ाई। ਤੇਰੀ मन विलास मेरा मन, ਮੇਰਾ ਮਨ ਵਿਲਾਸ ਵਿਗਾਸ 'ਚ ਆ ਗਿਆ, ਖਿੜ ਪਿਆ। बिल्कुल ਮਨ ਵਿਲਾਸ ਪਿਆ। बहे साहिब के अचरज देख बढ़ाई। ਤੇਰੀ ਅਚਰਜ ਵਿਸਮਾਦ ਦੀਆਂ ਵਡਿਆਈਆਂ ਦੇਖ ਦੇਖ ਕੇ ਮੇਰਾ ਮਨ ਖਿੜ ਗਿਆ। बिल्कुल ठीक है गुरदीप, हर सिमर सिमर आनंद कर नानक, प्रभ पूर्ण पैज रखाई। ਇਹ ਉਹਦਾ ਸਿਮਰ ਕਰਕੇ ਉਹਦਾ ਸਿਮਰਨ ਕਰਕੇ ਮੇਰਾ ਮਨ ਜਿਹੜਾ ਆਨੰਦ ਵਿੱਚ ਹੋ ਗਿਆ ਆ। ਦੁਬਾਰਾ ਪੜ੍ਹੀਓ ਪਲੀਜ਼। हर तो वाहिगुरू हो गया ना। ਹਾਂਜੀ ਉਹ ਵਾਹਿਗੁਰੂ ਦਾ सिमर ਸਿਮਰਨ ਕਰ ਕਰਕੇ ਉਹਨੂੰ ਯਾਦ ਕਰੋ, ਆਨੰਦ ਕਰ ਤੇ ਫਿਰ ਤੁਹਾਨੂੰ ਆਨੰਦ ਮਿਲੇਗਾ। ਫਿਰ ਗੁਰੂ ਨਾਨਕ ਸਾਹਿਬ ਕੀ ਕਹਿ ਰਹੇ ਨੇ? ਪ੍ਰਭ ਪੂਰਨ ਪੈਜ ਰਖਾਈ। ਵਿਕਲਪਕ ਨੇ ਮੇਰੀ ਪੈਜ ਰੱਖ ਲਈ, ਮੇਰੀ ਅੰਦਰ ਮੇਰੀ ਲਾਜ ਰੱਖ ਲਈ, ਪੂਰੀ ਤਰ੍ਹਾਂ ਮੇਰੀ ਮੇਰਾ ਕੀ ਕੰਮ ਹੈ? ਮੈਂ ਉਹਨੂੰ ਸਿਮਰਦਾ, ਮੈਂ ਪ੍ਰਮਾਤਮਾ ਨੂੰ ਯਾਦ ਕਰਦਾ ਤੇ ਪ੍ਰਮਾਤਮਾ ਫਿਰ ਮੇਰੀ ਪੈਜ ਰੱਖਦਾ। ਬਿਜ਼ਨਸ ਨਹੀਂ ਹੈ, ਪਰ that is the way the world goes। ਤੁਸੀਂ ਪ੍ਰਮਾਤਮਾ ਨੂੰ ਯਾਦ ਰੱਖਦੇ ਹੋ ਤੇ ਪ੍ਰਮਾਤਮਾ ਚੌਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਪਾਈ, ਤੇ ਪ੍ਰਮਾਤਮਾ ਚੌਕੀਦਾਰ ਬਣ ਕੇ ਤੁਹਾਡੇ ਕੋਲ ਖੜਾ। ਤੁਹਾਨੂੰ ਕੋਈ ਡਿਫਿਕਲਟੀ ਆਉਣ ਨਹੀਂ ਦਿੰਦਾ, ਪ੍ਰੋਵਾਈਡਡ। ਇਹ ਜਿਹੜਾ ਉੱਤੇ ਵਰਡ ਆਇਆ ਸਿਮਰ ਆਨੰਦ ਕਰ ਨਾਨਕ, ਹਰ ਘੜੀ ਹਰ ਮਿੰਟ। ਹੁਣ ਇੱਥੇ ਗੁਰਦੀਪ ਬਹੁਤ ਜ਼ਰੂਰੀ ਹੈ ਕਿ ਤੁਸੀਂ ਅਗਰ ਕਿਸੇ ਬੱਚੇ ਨੂੰ ਜਾਂ ਕਿਸੇ ਹੋਰ ਬੰਦੇ ਨਾਲ ਗੱਲ ਕਰ ਰਹੇ ਹੋ ਕਿ ਤੂੰ ਹਰ ਵੇਲੇ ਪ੍ਰਮਾਤਮਾ ਨੂੰ ਸਿਮਰ, ਤੇ ਉਹ ਤੁਹਾਨੂੰ ਕਾਊਂਟਰ ਕੁਐਸਚਨ ਕਰੇਗਾ ਕਿ ਡੈਡੀ ਜਾਂ ਪਾਪਾ ਜਾਂ ਅੰਕਲ ਜਾਂ ਭਾਈ ਸਾਹਿਬ ਕੀ ਕਹਿ ਰਹੇ ਹੋ? ਬਾਕੀ ਦੁਨੀਆ ਦੇ ਹੋਰ ਕੋਈ ਕੰਮ ਨਹੀਂ ਕਰਨੇ ਅਸੀਂ ਕਿ ਹਰ ਘੜੀ ਪ੍ਰਮਾਤਮਾ ਨੂੰ ਸਿਮਰਦੇ ਰਹੀਏ? ਇੱਥੇ ਤੁਹਾਨੂੰ ਕੰਮ ਤੇ ਸਿਮਰਨ ਕੀ ਹੈ? ਰੂਹ ਤੇ ਦਿਮਾਗ, ਇਹ ਦੋਨਾਂ 'ਚ ਫਰਕ ਕੀ ਹੈ? ਕੰਮ ਤੁਸੀਂ ਕਿਹਦੇ ਨਾਲ ਕਰਦੇ ਆ? ਇਹ ਜਿਹੜਾ ਹੈ ਇੱਥੇ ਮਸਤਕ ਜਿਹੜਾ ਦਿੱਤਾ ਆ, ਸਿਮਰ ਤੁਸੀਂ ਰੂਹ ਨਾਲ ਕਰਦੇ ਹੋ। ਰੂਹ ਨੂੰ ਅੰਬਿਕਲ ਕਾਰਡ ਜਿਹਨੂੰ ਕਹਿੰਦੇ ਹੋ, ਇਹਨੂੰ ਪ੍ਰਮਾਤਮਾ ਦੇ ਨਾਲ ਹਰ ਵੇਲੇ ਜੋੜ ਕੇ ਰੱਖੋ। ਬਸ ਦੈਟ ਇਜ਼ ਆਲ। ਉਹ ਸਿਮਰਨ ਹੈ। ਉਹ ਕਦੀ ਉਸ ਕਾਰਡ ਨੂੰ ਨਾ ਟੁੱਟਣ ਦਿਓ, ਕਰਦੇ ਰਹੋ ਸਾਰੀ ਦੁਨੀਆ ਦੇ ਕੰਮ। ਔਰ ਮੈਂ ਇਸੇ ਕਲਾਸ ਵਿੱਚ ਆਈ ਥਿੰਕ ਮਿਲੀਅਨ ਟਾਈਮਸ ਐਗਜ਼ਾਮਪਲ ਦਿੱਤੀ ਹੈ ਆਪਣੇ ਮਦਰ ਦੀ। ਉਹਨਾਂ ਦੀ ਮੈਂ ਕੋਈ
ਬਹੁਤੀ ਸ਼ਾਨ ਨਹੀਂ ਵਧਾ ਰਿਹਾ, ਬਟ ਦੈਟ ਇਜ਼ ਦੀ ਟ੍ਰੇਨਿੰਗ ਨਵਤੇਜ ਆਈ ਗਾਟ ਫਰਮ ਹਰ। ਉਹਨਾਂ ਦੇ ਬੁੱਲ ਹਰ ਵੇਲੇ ਫਰਕਦੇ ਸਨ, ਵਾਹਿਗੁਰੂ 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 ਵਾਹਿਗੁਰੂ। ਬਾਕੀ ਸਾਰੀ ਦੁਨੀਆ ਦੇ ਕੰਮ ਕਰਦੇ ਸਨ, ਰੋਟੀ ਪਕਾਉਂਦੇ ਸਨ, ਨੌਕਰਾਂ ਕੋਲੋਂ ਰੋਟੀਆਂ ਸਾਨੂੰ ਖਵਾਉਂਦੇ ਸਨ, ਸਾਡੇ ਲਈ ਹਰ ਚੀਜ਼ ਤਿਆਰ ਰੱਖਦੇ ਸਨ, ਪਰ ਵਾਹਿਗੁਰੂ ਦਾ ਨਾਂ ਕਦੇ ਨਹੀਂ ਸੀ ਭੁੱਲਦੇ। ਦੈਟ ਇਜ਼ ਸਿਮਰਨ। ਸੋ ਇਹ ਕੋਈ ਅਗਰ ਤੁਹਾਨੂੰ ਕਹੇ ਜੀ ਇਹ ਤੁਸੀਂ ਇਹ ਤੇ ਤੁਸੀਂ ਐਵੇਂ ਕਹੀ ਜਾਂਦੇ ਹੋ ਹਰ ਵੇਲੇ, ਅਸੀਂ ਨਹੀਂ ਪਰਮਾਤਮਾ ਨੂੰ ਯਾਦ ਰੱਖ ਸਕਦੇ, ਰੱਖ ਸਕਦੇ ਹਾਂ। ਨਹੀਂ ਯਾਦ ਰੱਖਦੇ ਤਾਂ ਹੀ ਦੁਨੀਆ ਵਿੱਚ ਇੰਨੇ ਭੁਚਾਲ ਆਉਂਦੇ ਨੇ। ਨਹੀਂ ਯਾਦ ਰੱਖਦੇ ਤੇ ਰੋਜ਼ ਸੁਨਾਮੀ ਆਉਂਦੀ ਹੈ, ਨਹੀਂ ਯਾਦ ਰੱਖਦੇ ਤੇ ਰੋਜ਼ ਐਪੈਂਡੈਮਿਕ ਆਉਂਦੇ ਨੇ। ਫਿਰ ਪਰਮਾਤਮਾ ਨੂੰ ਉਲਾਂਭਾ ਕਿਉਂ ਦਿੰਦੇ ਹੋ? ਅਸੀਂ ਪਰਮਾਤਮਾ ਲਈ ਕੀ ਕੀਤਾ? ਸਾਡੇ ਡੈਡੀ ਕਹਿੰਦੇ ਹੁੰਦੇ ਸੀ ਵਾਹਿਗੁਰੂ ਤੇਰਾ ਸ਼ੁਕਰ ਹੈ, ਹਰ ਵਕਤ ਵਾਹਿਗੁਰੂ ਤੇਰਾ ਸ਼ੁਕਰ ਹੈ। ਬਿਲਕੁਲ। ਹੁਣ ਮਹਿੰਦਰ ਜੀ ਕਈ ਵਾਰੀ ਤੁਸੀਂ ਕਹਿੰਦੇ ਹੋ ਕਿ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਕਿ ਜੀਵਨ ਤੁਹਾਡਾ ਇੰਨਾ ਸਾਦਾ ਹੋਣਾ ਚਾਹੀਦਾ ਕਿ ਉਸ ਜੀਵਨ ਦੇ ਵਿੱਚ ਜੇ ਕੋਈ ਬੁਰਾਈ ਐਂਟਰ ਨਾ ਕਰ ਸਕੇ ਤੇ ਫਿਰ ਪਰਮਾਤਮਾ ਹਮੇਸ਼ਾ ਹੀ ਤੁਹਾਡੇ ਨਾਲ ਰਹੇਗਾ। ਪਰਮਾਤਮਾ ਕਿਤੇ ਨਹੀਂ ਜਾਣਾ, ਉਹਦੇ ਫਿਰ ਦਰਵਾਜ਼ਾ ਉੱਥੇ ਹੀ ਹੈ, ਫਿਰ ਉਹਨੇ ਜਾਣਾ ਕਿਧਰੇ। ਉਹ ਕਹਿੰਦੇ ਇਹਦਾ ਮਨ ਕੀ ਮਨ ਨਹੀਂ ਡੋਲਦਾ, ਮਨ ਨਹੀਂ ਡੋਲਦਾ, ਚਾਹੇ ਕੁਝ ਵੀ ਹੋ ਜਾਵੇ ਮਨ ਨਹੀਂ ਡੋਲਦਾ ਫਿਰ ਜਦੋਂ ਪਰਮਾਤਮਾ ਦਾ ਨਾਮ ਨਾਲ ਰਹਿੰਦਾ। ਬਸ ਆ ਗਿਆ, ਉਹੀ ਸ਼ਬਦ ਆ ਗਿਆ ਪਰਮਜੀਤ। ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ। ਪੇਜ 812 ਤੇ ਆ ਸ਼ਬਦ। ਹਾਂਜੀ sorry sir, ਚਲ ਜੇ ਮੈਂ ਅੱਗੇ ਦਿਆਂ ਤੂੰ ਲੱਭਣਾ ਸ਼ਬਦ। yeah ਮੈਂ ਲੈ ਲੁੱਪਿਆ ਨਹੀਂ, sorry ਮੈਨੂੰ ਪਤਾ ਨਹੀਂ। ਦਵਿੰਦਰ ਮਿਹਰਬਾਨ, ਚਲੋ ਇਹ ਮੈਂ ਕਰ ਦੇਣਾ, ਤੁਸੀਂ ਉਹਨਾਂ ਹਾਂ, ਪਰਮਾਤਮਾ ਜਿਹੜਾ ਆ ਹਮੇਸ਼ਾ ਹੀ ਮਿਹਰਬਾਨ ਆ, ਹਮੇਸ਼ਾ ਮਿਹਰ ਕਰਦਾ ਆ ਸਭ ਤੇ, ਸਦਾ ਹੀ ਮਿਹਰਬਾਨ ਆ। ਕਿਉਂਕਿ ਦੇਖੋ ਉਹਨਾਂ ਨੇ ਰਿਪੀਟ ਕੀਤਾ ਨਵਤੇਜ, ਉਹਨਾਂ ਨੇ ਨਹੀਂ ਕਿਹਾ ਤੂੰ ਮਿਹਰਬਾਨ, ਉਹ ਕਹਿੰਦੇ ਨੇ ਮਿਹਰਬਾਨ, ਮਰਸੀਫੁਲ ਸਾਹਿਬ ਮੇਰਾ ਮਾਸਟਰ ਵਾਹਿਗੁਰੂ ਮਿਹਰਬਾਨ। ਮੇਰਾ ਮਾਲਕ ਹਮੇਸ਼ਾ ਮਿਹਰਬਾਨ ਹੈ। ਇੱਥੇ ਇੱਕ ਗੱਲ ਮੈਂ ਕਲਾਸ ਨੂੰ ਬੜੇ ਪਿਆਰ ਨਾਲ ਸਮਝਾਉਣਾ ਚਾਹੁੰਦਾ ਕਿ ਕਈ ਵਾਰੀ ਜਦੋਂ ਤੁਸੀਂ ਕੰਪੈਰੀਟਿਵ ਸਟੱਡੀ ਕਰਦੇ ਹੋ ਨਾ ਤੇ ਤੁਹਾਨੂੰ ਫਿਰ ਇਸ ਸ਼ਾਇਦ ਮਿਹਰਬਾਨ ਦਾ ਮਤਲਬ ਹੋਰ ਵੀ ਸਮਝ ਆ ਸਕਦਾ। ਗੁਰੂ ਨਾਨਕ ਨੇ ਕਿਧਰੇ ਵੀ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਰਿਵੈਂਜਫੁਲ ਨਹੀਂ ਕਿਹਾ। ਇਹ ਅਸੀਂ ਠੀਕ ਹੈ, ਅਸੀਂ ਜਿਸ ਵੇਲੇ ਉਦਾਹਰਨਾਂ ਦਿੰਦੇ ਹਾਂ, ਐਗਜ਼ਾਮਪਲਾਂ ਦਿੰਦੇ ਹਾਂ ਤੇ ਕਹਿੰਦੇ ਹਾਂ ਗਲਤ ਕੰਮ ਕਰੋਗੇ ਤੇ ਇੰਝ ਹੋਏਗਾ, ਪਰ ਅਗਰ ਤੁਸੀਂ ਗੁਰੂ ਨਾਨਕ ਦੀ ਪੂਰੀ ਫਿਲਾਸਫੀ ਪੜ੍ਹਨੀ ਹੈ, ਸਾਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ, ਗੁਰੂ ਨਾਨਕ ਨੇ ਕਿਧਰੇ ਵੀ ਵਾਹਿਗੁਰੂ ਨੂੰ ਰਿਵੈਂਜਫੁਲ ਨਹੀਂ ਕਿਹਾ। ਬਹੁਤ ਵੱਡਾ ਇੱਕ ਮੁਸਲਮਾਨ ਜਿਹੜਾ ਫਿਲਾਸਫਰ ਤੇ ਪੋਇਟ ਹੋਇਆ, ਜਿਹਨੇ ਤੁਹਾਡਾ ਗਾਣਾ ਜਿਹੜਾ ਗਾਉਂਦੇ ਹੋ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਡਾਕਟਰ ਮੁਹੰਮਦ ਇਕਬਾਲ, ਉਹਨੇ ਗੁਰਦੀਪ ਜੀ ਲਿਖਿਆ ਕਿ ਸਿੱਖ ਇਜ਼ਮ ਇਜ਼ ਹਾਇਰ ਇਸਲਾਮ, ਕਿ ਇਸਲਾਮ ਦੇ ਵਿੱਚ ਫਿਰ ਅੱਲਾ ਨੂੰ ਰਿਵੈਂਜਫੁਲ ਕਿਹਾ ਗਿਆ, ਪਰ ਗੁਰੂ ਨਾਨਕ ਨੇ ਸਾਰੀ ਆਪਣੀ ਬਾਣੀ ਵਿੱਚ ਪਰਮਾਤਮਾ ਨੂੰ ਮਰਸੀਫੁਲ ਹੀ ਕਿਹਾ। That is something which you must be proud of. ਤੁਸੀਂ ਆਪਣੇ ਆਪ ਨੂੰ ਕਹੋ ਕਿ ਅਸੀਂ ਵਾਹਿਗੁਰੂ ਨੂੰ ਮਰਸੀਫੁਲ ਕਹਿ ਰਹੇ ਹਾਂ, ਇਟ ਇਜ਼ ਅ ਡਿਫਰੈਂਟ ਥਿੰਗ। ਗੁਰੂ ਨਾਨਕ ਦੀ ਤਾਰੀਫ ਕਰ ਰਹੇ ਹਾਂ, ਇਟ ਇਜ਼ ਅ ਡਿਫਰੈਂਟ ਥਿੰਗ। ਪਰ ਅਗਰ ਇੱਕ ਮੁਸਲਿਮ ਟੌਪ ਲਿਖਾਰੀ ਕਹਿੰਦਾ ਕਿ ਜੋ ਗੁਰੂ ਨਾਨਕ ਦਾ ਵਾਹਿਗੁਰੂ ਹੈ ਉਹ ਦੁਨੀਆ ਦੇ ਸਾਰੇ ਕਨਸੈਪਟ ਆਫ ਵਾਹਿਗੁਰੂ ਦੇ ਉੱਤੇ ਹੈ, ਕਿਉਂਕਿ ਗੁਰੂ ਨਾਨਕ ਦਾ ਵਾਹਿਗੁਰੂ ਇਜ਼ ਆਲ ਮਰਸੀਫੁਲ। ਇਸ ਕਰਕੇ ਮੈਂ ਸ਼ਬਦ ਕੱਢ ਕੇ ਲਿਆ ਸੀ ਅੱਜ ਕਿ ਨਵਤੇਜ ਜੀ ਇੱਥੇ ਉਹਨਾਂ ਨੇ ਬਾਰ-ਬਾਰ ਇੱਕੋ ਵਰਡ ਕਿਹਾ, ਮਿਹਰਬਾਨ ਸਾਹਿਬ ਮਿਹਰਬਾਨ, ਸਾਹਿਬ ਮੇਰਾ ਮਿਹਰਬਾਨ। ਔਰ ਜੇ ਤੁਸੀਂ ਪੋਇਟਰੀ ਜਾਣਦੇ ਹੋ ਇੱਥੇ ਤੁਹਾਨੂੰ ਪਤਾ ਲੱਗਦਾ ਕਿ ਇੱਕ ਚੀਜ਼ ਨੂੰ ਉਹਨਾਂ ਨੇ ਕਿਸ ਤਰ੍ਹਾਂ ਰਿਪੀਟ ਕਰਕੇ ਮੋਰ ਪਾਵਰਫੁਲ ਬਣਾਤਾ। ਫਿਰ ਉਹ ਕਹਿੰਦੇ ਨੇ ਜੀ ਸਗਲ ਕੋ ਦੇਵੇ ਦਾਨ। ਸਾਰੀ ਦੁਨੀਆ ਨੇ, ਹੁਣ ਜਿਹੜੀ ਗੱਲ ਹੋ ਰਹੀ ਸੀ, ਜਿਹੜੀ ਮੈਂ ਚੰਦ ਸੂਰਜ ਦੀ ਗੱਲ ਕਰ ਰਿਹਾ ਸਾਂ, ਰੋਸ਼ਨੀ ਦੀ, ਬਾਰਿਸ਼ ਦੀ, ਇਹ ਸਾਰਿਆਂ ਨੂੰ ਇੱਕੋ ਜਿਹੀ ਮਿਲਦੀ ਆ ਸਾਰੀ ਜੀ। ਇਹਦੇ ਵਿੱਚ ਪਰਮਾਤਮਾ ਇਹ ਨਹੀਂ ਕਹਿੰਦਾ ਕਿ ਅਮੀਰਾਂ ਦੇ ਘਰ ਰੋਸ਼ਨੀ ਹੋਏਗੀ ਤੇ ਗਰੀਬਾਂ ਦੇ ਘਰ ਰੋਸ਼ਨੀ ਨਹੀਂ ਹੋਏਗੀ। ਜੀ ਸਗਲ ਕੋ ਦੇਵੇ ਦਾਨ, ਸਾਹਿਬ ਮੇਰਾ ਮਿਹਰਬਾਨ। ਫਿਰ ਜੋ ਹੁਣੇ ਦਵਿੰਦਰ ਨੇ ਕਿਹਾ ਸੀ ਉਹਨੂੰ ਤੁਸੀਂ ਸਾਰੀ ਕਲਾਸ ਨਾਲ ਸਾਂਝਾ ਕਰੋ, ਤੂੰ ਕਾਹੇ ਡੋਲੇ ਪ੍ਰਾਣੀਆਂ। ਅਸੀਂ ਆਮ ਤੌਰ ਤੇ ਕੋਈ ਵੀ ਕੰਮ ਕਰਦੇ ਹਾਂ, ਅਰਦਾਸ ਵੀ ਕਰਦੇ ਹਾਂ, ਤੇ ਫਿਰ ਕੀ ਹੁੰਦਾ, ਯਾਰ ਸਾਡੀ ਤੇ ਅਰਦਾਸ ਪੂਰੀ ਨਹੀਂ ਹੋਈ, ਪਤਾ ਨਹੀਂ ਸਾਡੀ ਅਰਦਾਸ ਉੱਥੇ ਪਹੁੰਚੀ ਵੀ ਹੈ ਕਿ ਨਹੀਂ। ਫਿਰ ਕੀ ਕਹਿੰਦੇ ਹੋ ਮਹਿੰਦਰੇ ਦੇ ਅੱਗੇ ਕੀ ਕਹਿੰਦੇ ਹੋ ਵਰਡ, ਤੂੰ ਕਾਹੇ ਡੋਲੇ ਪ੍ਰਾਣੀਆਂ ਰੱਖੇਗਾ ਰੱਖੇਗਾ
ਸਿਰਜਣਹਾਰ ਸਿਰਜਣਹਾਰ ਕੀ ਹੋਇਆ? ਕੌਣ ਹੋਇਆ ਸਿਰਜਣਹਾਰ ਦਾ? ਕੀ ਮਤਲਬ? ਜਿਹਨੇ ਤੁਹਾਨੂੰ ਬਣਾਇਆ। ਜਿਹਨੇ ਬਿਲਕੁਲ ਤੁਹਾਨੂੰ ਸਾਰੀ ਸ੍ਰਿਸ਼ਟੀ ਸਿਰਜੀ ਹੈ, creation, ਉਹਦੀ ਆਰਕੀਟੈਕਟ ਜਿਹਨੇ ਸਾਰੀ ਦੁਨੀਆ ਔਰ ਤੁਹਾਨੂੰ ਬਣਾਇਆ। ਤੂੰ ਕਾਹੇ ਡੋਲੇ ਪ੍ਰਾਨੀਆਂ ਤੁਧ ਰੱਖੇਗਾ ਸਿਰਜਣਹਾਰ। ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਹਨੇਰੀ ਝੱਖੜ ਆਇਆ ਤੇ ਮਾਂ ਤੁਹਾਨੂੰ ਆਪਣੀ ਗੋਦੀ ਚ ਛੁਪਾ ਲੇਗੀ, ਤੁਹਾਨੂੰ ਕੁਛ ਨਹੀਂ ਹੋਏਗਾ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣਾ। ਇਹੀ ਗੱਲ ਕਹਿ ਰਹੇ ਨੇ ਇੱਥੇ। ਪਰਮਾਤਮਾ ਜਿਹੜਾ ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਣ ਦੇਗਾ, ਪਰ ਤੁਸੀਂ ਪਰਮਾਤਮਾ ਦਾ ਪੱਲਾ ਤੇ ਫੜੋ। ਪਰਮਾਤਮਾ ਦਾ ਪੱਲਾ ਤੇ ਫੜੋ। ਆਪ ਤੇ ਕਿਧਰੇ ਹੋਰ ਤੁਰੇ ਫਿਰਦੇ ਹੋ ਤੇ ਉੱਥੇ ਜਾ ਕੇ ਪਰਮਾਤਮਾ ਨੂੰ ਆਵਾਜ਼ਾਂ ਮਾਰ ਰਹੇ ਹੋ। ਤੁਹਾਡੀ ਵੀ ਤੇ ਡਿਊਟੀ ਬਣਦੀ, ਜਾ ਕੇ ਗੁਰਦੁਆਰੇ ਮੱਥਾ ਟੇਕੋ। ਹਾਂਜੀ, ਅੱਗੇ ਕੀ ਹੈ? ਜਿਨ ਪੈਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਇੱਥੇ ਤੇ ਬਿਲਕੁਲ ਸਾਫ਼ ਹੋਣਾ ਕਰਤਾ। ਤੁਹਾਨੂੰ ਅਗਰ ਪਰਮਾਤਮਾ ਸੰਸਾਰ 'ਚ ਲੈ ਕੇ ਆਇਆ ਤੇ ਫਿਰ ਕਿਧਰੇ ਜਿਸ ਨੇ ਆਉਂਦਾ ਨਹੀਂ ਕਿ ਮੇਰੇ ਖਿਆਲ ਜਪਜੀ ਸਾਹਿਬ ਵਿੱਚ ਹੀ ਆਉਂਦਾ ਕਿ ਕੀੜੇ ਵੀ ਜਿਹੜੇ ਉਹਨੇ ਪੱਥਰਾਂ ਵਿੱਚ ਰੱਖੇ ਨੇ, ਉੱਥੇ ਵੀ ਉਹਨਾਂ ਵਾਸਤੇ ਪਰਮਾਤਮਾ ਨੇ ਆਹਾਰ ਪਹੁੰਚਾਇਆ। ਹੁਣ ਇਹ ਗੱਲ ਧਿਆਨ ਨਾਲ ਸੁਣੀ ਜਸਬੀਰ ਕੌਰ। ਅੱਜ ਜਿਹੜਾ ਤੁਸੀਂ ਦੇਖਦੇ ਹੋ ਨਾ ਗਰੀਬੀ, ਆ ਜਿਹੜਾ ਟੀਵੀ ਤੇ ਦੇਖਦੇ ਹੋ ਬੱਚੇ ਭੁੱਖੇ ਮਰ ਰਹੇ ਨੇ, ਪਾਣੀ ਨਹੀਂ ਹੈ, ਕੁਛ ਨਹੀਂ ਹੈ, ਇਹ ਨਾ ਭੁੱਲੋ ਪਰਮਾਤਮਾ ਨੇ ਉਹਨਾਂ ਵਾਸਤੇ ਵੀ ਧਰਤੀ ਤੇ ਸਭ ਕੁਝ ਦਿੱਤਾ ਹੈ। ਇਹ ਜਿਹੜੇ ਕੁਛ ਪੂੰਜੀਪਤੀ ਨੇ, ਕੁਛ ਜਿਨ੍ਹਾਂ ਦੇ ਹੱਥ 'ਚ ਪਾਵਰ ਆ ਗਈ ਹੈ, ਉਹ ਸਭ ਕੁਝ ਲੈ ਗਏ ਨੇ। ਗਰੀਬਾਂ ਵਾਸਤੇ ਉਹਨਾਂ ਨੇ ਕੁਛ ਨਹੀਂ ਛੱਡਿਆ। ਇੱਕ ਮੈਂ ਤੁਹਾਨੂੰ ਸਾਖੀ ਸੁਣਾਉਂਦਾ, ਸ਼ਾਇਦ ਅੱਗੇ ਸੁਣਾਈ ਹੋਵੇ, ਉਸ ਤੋਂ ਇਹ ਗੱਲ ਕਲੀਅਰ ਹੋ ਜਾਏਗੀ ਜब ਹੁਣੇ ਕਹੀ ਹੈ। ਇੱਕ ਬਹੁਤ ਵੱਡਾ ਜ਼ਿਮੀਂਦਾਰ ਹੈ ਵਜ਼ੀਰ ਜੀ, ਉਹਦੇ ਕੋਲ ਬੜੀ ਜ਼ਮੀਨ ਹੈ। ਉਹਦੇ ਕੋਲ ਕੁਛ ਕਾਸ਼ਤਕਾਰ ਜਾਂਦੇ ਨੇ, ਉਹ ਕਹਿੰਦੇ ਨੇ ਤੁਹਾਡੇ ਕੋਲ ਇੰਨੀ ਜ਼ਮੀਨ ਹੈ, ਤੁਸੀਂ ਕੁਛ ਜ਼ਮੀਨ ਸਾਨੂੰ ਦੇ ਦਿਓ, ਅਸੀਂ ਉਹਦੇ ਤੇ ਕਾਸ਼ਤਕਾਰੀ ਕਰਾਂਗੇ, ਮਤਲਬ ਫਸਲਾਂ ਉਗਾਵਾਂਗੇ। ਤੇ ਉਹ ਪੁੱਛਦਾ ਜ਼ਮੀਂਦਾਰ ਮੈਨੂੰ ਕੀ ਦਿਓਗੇ? ਉਹ ਕਹਿੰਦਾ ਠੀਕ ਹੈ, ਅਸੀਂ ਜੋ ਵੀ ਕੁਛ ਉਗਾਵਾਂਗੇ ਨਵਤੇਜ ਜੀ, ਉਹਦਾ 1/10 ਜਾਂ 1/20 ਅਸੀਂ ਤੁਹਾਨੂੰ ਪਹੁੰਚਾ ਦੇਵਾਂਗੇ। ਉਹ ਕਹਿੰਦਾ ਠੀਕ ਹੈ, ਲੈ ਲਓ। ਹੁਣ ਦੇਤੀ। ਇਹਨਾਂ ਨੇ ਉਹਨੂੰ ਕੁਝ ਵੀ ਨਹੀਂ ਦਿੱਤਾ। ਉਹਨੇ ਆਪਣਾ ਇੱਕ ਕਾਸਤ ਭੇਜਿਆ, ਮਤਲਬ ਆਪਣਾ ਇੱਕ ਰਿਪਰੈਜ਼ੈਂਟੇਟਿਵ। ਇਹਨਾਂ ਨੇ ਗੁੰਡੇ ਇਕੱਠੇ ਕਰਕੇ ਉਹਨੂੰ ਕੁੱਟ ਕੇ ਵਾਪਸ ਕਰਤਾ। ਉਹਨੇ ਦੂਸਰਾ ਭੇਜਿਆ, ਉਹਨਾਂ ਨੇ ਉਹਨੂੰ ਵੀ ਤਸੀਹੇ ਦਿੱਤੇ, ਵਾਪਸ ਭੇਜਤਾ, ਕੁਛ ਨਹੀਂ ਦਿੱਤਾ। ਉਹਨੇ ਆਪਣਾ ਬੇਟਾ ਭੇਜਿਆ, ਉਹਨੇ ਕਿਹਾ ਬੇਟੇ ਨੂੰ ਵੀ ਮਾਰ ਦਿਓ। ਹੁਣ ਦੱਸੋ ਜਿਹੜਾ ਬਾਪ ਹੈ, ਜਿਹੜਾ ਜ਼ਿਮੀਂਦਾਰ ਹੈ, ਜਿਹਨੇ ਜ਼ਮੀਨ ਦਿੱਤੀ ਸੀ, ਉਹ ਕੀ ਕਰੇਗਾ? ਇਹ ਜ਼ਿਮੀਂਦਾਰ ਰੱਬ ਹੈ। ਉਹਨੇ ਜ਼ਮੀਨ ਤੁਹਾਨੂੰ ਸਾਰਿਆਂ ਨੂੰ ਫ੍ਰੀ ਦਿੱਤੀ, ਸਾਰੀ ਦੁਨੀਆ ਦੀ ਹਰ ਚੀਜ਼ ਤੁਹਾਨੂੰ ਫ੍ਰੀ ਦਿੱਤੀ ਸੀ। ਤੁਸੀਂ ਜ਼ਮੀਨਾਂ ਮਲ ਕੇ ਬਹਿ ਗਏ ਹੋ ਔਰ ਵਾਪਸ ਤੁਸੀਂ ਪਰਮਾਤਮਾ ਨੂੰ ਕੋਈ ਕਾਈਂਡਨੈਸ ਨਹੀਂ ਵਾਪਸ ਕੀਤੀ। ਫਿਰ ਜਿਹੜੀਆਂ ਬਿਮਾਰੀਆਂ ਆਉਂਦੀਆਂ ਨਾ, ਆ ਜੋ ਕੁਛ ਆਇਆ ਅੱਜ ਕੱਲ੍ਹ, ਜਿਹਦੇ ਵਿੱਚ ਭਾਵੇਂ ਅਮਰੀਕਾ ਤੇ ਭਾਵੇਂ ਗਰੀਬ ਸਾਰੇ ਪਿਸ ਗਏ ਨਾ, ਪਰਮਾਤਮਾ ਨੂੰ ਇਸੇ ਗੱਲ ਦਾ ਦੁੱਖ ਹੈ ਕਿ ਜੇ ਮੈਂ ਇੱਕ ਮਿਸਟਰ ਐਕਸ ਨੂੰ, ਜਿਹਨੂੰ ਸਿਰਫ 10 ਪਾਉਂਡ ਚਾਹੀਦੇ ਸਨ, ਮੈਂ ਉਹਨੂੰ 15 ਪਾਉਂਡ ਦਿੱਤੇ ਨੇ, ਤੇ ਮੈਂ ਚਿੱਠੀ ਨਹੀਂ ਨਾਲ ਪਾਈ, ਪਰ ਉਹਦਾ ਫਰਜ਼ ਬੰਦਾ 5 ਪਾਉਂਡ ਗਰੀਬਾਂ ਦੇ ਖਰਚੇ। ਆ ਜਿਹੜੀ ਗਰੀਬੀ ਹੈ, ਇਹ ਅਸੀਂ ਕ੍ਰੀਏਟ ਕੀਤੀ ਹੈ, ਕੈਪੀਟਲਿਸਟ ਨੇ ਕ੍ਰੀਏਟ ਕੀਤੀ ਹੈ, ਔਰ ਉਹਦਾ ਹੀ ਖਮਿਆਜ਼ਾ ਇਹ ਦੁਨੀਆ ਭੁਗਤ ਰਹੀ ਹੈ। ਜਿਹੜੀ ਤੁਹਾਨੂੰ ਕਹਾਣੀ ਸੁਣਾਈ ਹੈ ਬਾਈਬਲ ਵਿੱਚ ਹੈ, ਦਿਸ ਇਜ਼ ਹਾਊ। ਉਹਨੇ ਜਿਹੜਾ ਬੇਟਾ ਭੇਜਿਆ ਆਪਣਾ ਜੀਸਸ ਕ੍ਰਾਈਸਟ, ਜਿਹਨੂੰ ਉਹਨਾਂ ਸੋਲੀ ਤੇ ਚਾੜ ਦਿੱਤਾ। ਗੁਰੂ ਅਰਜਨ ਭੇਜਿਆ, ਤਤੀ ਤਵੀ ਤੇ ਬਿਠਾਤਾ। ਗੁਰੂ ਤੇਗ ਬਹਾਦਰ ਭੇਜਿਆ, ਚਾਂਦਨੀ ਚੌਕ ਤੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਭੇਜਿਆ, ਉਹਦੇ ਸਾਰੇ ਬੱਚਿਆਂ ਸਮੇਤ ਉਹਨਾਂ ਦੀ ਸ਼ਹਾਦਤ ਲੈ ਲਈ। ਤੇ ਫਿਰ ਤੁਸੀਂ ਕਹਿੰਦੇ ਹੋ ਕਿ ਪਰਮਾਤਮਾ ਬਿਮਾਰੀਆਂ ਨਾ ਆਉਣ, ਸੁਨਾਮੀਜ਼ ਨਾ ਆਉਣ, ਫਲੱਡ ਨਾ ਆਉਣ, ਭੁਚਾਲ ਨਾ ਆਉਣ, ਕਿਉਂ? ਫਿਰ ਤੁਸੀਂ ਇਹ ਕਹਿ ਸਕਦੇ ਹੋ ਜੀ ਬੁਰੇ ਆਦਮੀਆਂ ਨੂੰ ਲੈ ਜਾਣ, ਸਾਨੂੰ ਨਾ ਲੈ ਜਾਣ। ਤੁਸੀਂ ਵੀ ਉਨੇ ਹੀ ਬੁਰੇ ਹੋ ਜਿੰਨੇ ਉਹ ਬੁਰੇ ਨੇ। ਅਸੀਂ ਦੇਖ ਰਹੇ ਹਾਂ ਉਹਨਾਂ ਨੂੰ, ਅਸੀਂ ਉਹਨਾਂ ਕਾਸ਼ਤਕਾਰਾਂ ਨੂੰ ਦੇਖ ਰਹੇ ਹਾਂ। ਅਸੀਂ ਦੇਖ ਰਹੇ ਹਾਂ ਕਿ ਉਹਨਾਂ ਨੇ ਗੁਰੂ ਅਰਜਨ ਨੂੰ ਤਤੀ ਤਵੀ ਤੇ ਬਿਠਾਇਆ ਔਰ ਅਸੀਂ ਕੁਛ ਨਹੀਂ ਕੀਤਾ। ਅਸੀਂ ਦੇਖ ਰਹੇ ਹਾਂ ਕਿ ਚਾਂਦਨੀ ਚੌਕ ਗੁਰੂ ਤੇਗ ਬਹਾਦਰ ਜੀ ਦਾ ਸੀਸ ਉਹਨਾਂ ਲਾਇਆ, ਅਸੀਂ ਖੜੇ ਤਮਾਸ਼ਾ ਦੇਖਦੇ ਰਹੇ ਹਾਂ, ਅਸੀਂ ਕੁਛ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਦੇ ਛੋਟੇ ਲਾਡਲਿਆਂ ਨੂੰ ਸਾਡੇ ਸਾਹਮਣੇ ਦੀਵਾਰ ਵਿੱਚ ਚੁਣ ਦਿੱਤਾ ਗਿਆ,
ਅਸੀਂ ਕੁਛ ਨਹੀਂ ਕੀਤਾ। ਜਿੰਨੇ ਚੁਣਨ ਵਾਲੇ ਜ਼ਿੰਮੇਦਾਰ ਨੇ ਉਹਨੇ ਅਸੀਂ ਵੀ ਜ਼ਿੰਮੇਦਾਰ ਹਾਂ। ਮੇਰੀ ਗੱਲ ਮੰਨਦੇ ਹੋ? ਮੰਨਦੀ ਹੈ ਜਸਵੀਰ ਕੌਰ? ਸੋ ਇਹ ਜਿਹੜਾ ਸੰਸਾਰ ਹੈ ਪ੍ਰਮਾਤਮਾ ਨੇ ਬੜਾ ਈਵਨ ਇਕੁਅਲ ਜਿਹਾ ਬਣਾਇਆ ਸੀ। ਸਭ ਨੂੰ ਧਰਤੀ ਤੇ ਫ੍ਰੀ ਸੀ, ਇਹ ਧਰਤੀ ਤੇ ਖਾਲੀ ਪਈ ਸੀ, ਤੁਹਾਨੂੰ ਦਿੱਤੀ ਉਹਨੇ। ਜਿਹੜੇ ਕੁਝ ਬੰਦੇ ਫਟਾਫਟ ਹਮਲਾ ਮਾਰ ਕੇ ਬਹਿ ਗਏ, ਉਹਨਾਂ ਸਾਂਭ ਲਈ, ਦੂਜਿਆਂ ਨੇ ਕਿਹਾ ਦੌੜ ਜਾਓ ਇੱਥੋਂ। ਫਿਰ परमात्मा ने किसी ना किसी ढंग नाल ते उन्होंने ठीक करना ही से ना। चलो, जिन उपदायश तू किया सोई दे आधार, जिन उपाई मेदनी, मेदनी का मतलब इत्थे है दुनिया, जिन्ने दुनिया बनाई सोई करदा सार। वो जरा तुसीं पढ़दे नहीं 27वीं पौड़ी की है जी, 27वीं पौड़ी जपजी साहब दी, सो घर किया जित बह सर्ब संभाले सोई करदा सार। जिन्हें दुनिया बनाई है वो ही हुण इहदी सार कर रहा है, देख रहा है जो भी कुछ है। घट घट ए दिल तुहाडे, घट घट मालक दिलां दा सच्चा परवरदिगार, जिहड़ा तुहाडी लुक आफ्टर करदा, जिहड़ा तुहानूं देखदा है, वो सच्चा है। जसवीर असीं सारे इस दुनिया च आए हाँ और साडा सारिਆਂ ਦਾ एक लिमिटेड टाइम है। कोई अनलिमिटेड पीरियड वास्ते दुनिया विच बड़े बड़े फरिश्ते भी नहीं आए, बड़े बड़े प्रॉफिट भी नहीं आए। गुरु नानक नूं भी 70 ईयर की एज में जाना पिया, गुरु गोबिंद सिंह नूं भी 42 की एज में जाना पिया। वी ऑल हैव ए लिमिटेड एज स्केल जिहड़ा परमात्मा ने सानूं दिता। लेट अस डू सम नोबल वर्क, लेट अस डू सम गुड वर्क इन दैट। परमजीत तू साडे सारिਆਂ ਤੋਂ छोटी है, तैनूं ते बहुत सिख धर्म का काम करना। तू परमात्मा ने तेरी ਜਾਂ पता नहीं कितनियां ड्यूटियां लगानियां और तू वो सारियां ड्यूटियां निभानियां। यू हैव टू बी ए लायनेस। गुरु गोबिंद सिंह दी शेर नहीं बन जा। ओके, शेर नहीं आ। कुदरत कुदरत कीम ना जानी वड्डा वे प्रवाह। कदी भी ये ना सोचना कि कुदरत दे विच कोई घाटा है, कोई कमी है। तुसीं चीज़ां सारे देखते हो ना। फिर वड्डा वे प्रवाह, वे प्रवाह एक बहुत महिंदर जी टैक्नीकल वर्ड है। हुण तुसीं जिस वेले जसवीर ठीक नहीं सी, तुसीं तुहाडे अपने उत्ते की वापर रही सी, क्योंकि तुसीं इन्वॉल्व सो। बच्चा बीमार हो जाता, अगे पिछे दौड़ते सारी दुनिया तेरे को छुट जाती है। आप अपना तुहाडा कोई दोस्त बीमार हो जाता, हाँ मैनूं पता सानूं जदों कदी कॉलेज कष्ट आया कुछ आया वजीर जी नूं फोन करो दौड़ते आउंदे ने। गल लगाओ दा, जिस वेले तुहाडा लगाव हुंदा ना, फिर अगला अगर तकलीफ विच है ते तुहानूं दुख हुंदा है। पर इह दुनिया दे विच ते रोज इन्ने बंदे मरदे ने ते इन्ने जिंदे ने, ते जे रब अपना लगाव इहदे विच लगा ले ते रब ते कोई काम ही नहीं कर सकदा। इस करके रब नूं आम तौर ते बेपरवाह किया जांदा। वो विच भी है ते नहीं भी है, उन्हें संसार चलाना, इस करके वो डिटैच्ड है। जिथे उन्हें अटैच अपने आप में होना करेगा, लेकिन बाय डेफिनेशन ही इज डिटैच। कर बंदे आ तू बंदगी, जो हुण मैं कहा नवतेज एक मिनट पहला, कर बंदे आ तू बंदगी जितर घट में साह। जिन्ने तेरे साह रह गए ने, जिन्ना तेरा जीवन रह गया, याद कर ला परमात्मा नूं, ये बहुत जरूरी है। फिर हुण परमात्मा नूं कहिंदे ने तू समर्थ, अकथ, अगोचर, ये सब वो एडजेक्टिव ने। जियो आ मेरा जियो पिंड, तेरी रात सब कुछ दिता मैनू, जो पहले शब्द भी आया पिंड, जिसम, रूह, शरीर, सब कुछ तेरा दिता होया। आखिरी लाइन मेरी सब तो प्यारी लाइन है, रहम तेरी सुख पाया। तेरा रहम है, तेरी काइंडनेस है कि मैंने सुख मिलता। रहम तेरी सुख पाया। फिर गुरु नानक साहब जी की अरदास है, यही है सदा नानक की अरदास, यही अरदास है मेरे ते बस रहमत कर परमात्मा, रहमत कर परमात्मा, रहमत कर। और फिर परमात्मा रहमत क्यों नहीं करेगा? किथे गया साडा सैकटरी? सो गुरु अर्जन देव जी दे अज शब्द सन। हुण असीं गुरु अर्जन देव जी के बारे कुछ गलबात करते हैं कि साडे कोल
एनसाइक्लोपीडिया ਜਿਹੜਾ ਹੈ ਉਹ ਪਰਮਜੀਤ ਕੌਰ ਹੈ। ਉੱਥੋਂ ਅਸੀਂ ਸ਼ੁਰੂ ਕਰਾਂਗੇ, ਇੱਕ ਇੱਕ ਸਵਾਲ ਜਾਂ ਰਿਲੇਟਡ ਕੁਐਸਚਨ ਤੁਹਾਨੂੰ ਸਾਰਿਆਂ ਨੂੰ ਪੁੱਛਾਂਗੇ। ਗੁਰੂ ਅਰਜਨ ਦੇਵ ਜੀ ਦੇ ਬਾਰੇ ਅਸੀਂ ਬਹੁਤ ਕੁਝ ਪੁੱਛ ਚੁੱਕੇ ਹਾਂ ਔਰ ਕੁਝ ਨਵੀਆਂ ਚੀਜ਼ਾਂ ਵੀ ਤੁਹਾਨੂੰ ਅੱਜ ਪੁੱਛਾਂਗੇ। ਫਿਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕੁਝ ਨਵੀਂ ਚੀਜ਼ ਕਿਹੜੀ ਕੱਢੀ ਹੈ ਗੁਰੂ ਅਰਜਨ ਦੇਵ ਜੀ ਦੇ ਬਾਰੇ। ਹੁਣ ਗੁਰਦੀਪ, ਤੁਸੀਂ ਵੀ ਬੜੇ ਸੁਲਝੇ ਹੋਏ ਸਿੱਖ ਹੋ, ਤੁਹਾਡੇ ਅੰਦਰ ਗੁਰਬਾਣੀ ਕੁੱਟ-ਕੁੱਟ ਕੇ ਭਰੀ ਹੋਈ ਹੈ। ਬਾਕੀ ਵਜ਼ੀਰ ਤੇ ਨਵਤੇਜ ਤੁਹਾਨੂੰ ਇਹ ਹੈਲਪ ਕਰ ਸਕਦੇ ਨੇ। ਤੁਸੀਂ ਕਿਸੇ ਵੀ ਚੀਜ਼ ਦੀ, ਮੈਂ ਤੁਹਾਨੂੰ ਕਹਾਂ ਤੁਸੀਂ ਇੱਕ ਫਿਲਾਸਫੀ ਤੇ ਐਸੇ ਲਿਖੋ। ਫਿਲਾਸਫੀ ਦਾ ਮਤਲਬ ਕੀ ਹੈ ਕਿ ਮੈਂ ਕਹਾਂ ਚਲ ਮੇਰੀ ਫਿਲਾਸਫੀ ਤੇ ਕੋਈ ਐਸੇ ਲਿਖੋ ਕਿ ਡਾਕਟਰ ਕਪੂਰ ਤੁਹਾਨੂੰ ਕਿਵੇਂ ਪੜ੍ਹਾਉਂਦੇ ਨੇ, ਕੀ ਕਹਿੰਦੇ ਨੇ, ਉਹਨਾਂ ਦੇ ਵਿੱਚ ਕੀ ਗੁਣ ਨੇ, ਕੀ ਅਵਗੁਣ ਨੇ, ਉਹਨਾਂ ਦਾ ਪੜ੍ਹਾਉਣ ਦਾ ਤਰੀਕਾ ਕੈਸਾ ਹੈ, ਜਾਂ ਜੋ ਵੀ ਕੁਝ ਤੁਸੀਂ ਕਹਿਣਾ ਚਾਹੁੰਦੇ ਹੋ। ਨਵਤੇਜ ਜੀ, ਬਹੁਤੇ ਬੰਦਿਆਂ ਦੇ ਵਾਸਤੇ ਜੇ ਤੁਸੀਂ ਫਿਲਾਸਫੀ ਲਿਖਣੀ ਹੈ ਨਾ, ਤੇ ਤੁਸੀਂ ਉਹਨਾਂ ਦੇ ਲੈਕਚਰਸ ਇਕੱਠੇ ਕਰੋਗੇ, ਉਹਨਾਂ ਦੇ ਲਿਖੀਆਂ ਹੋਈਆਂ ਰਾਈਟਿੰਗਸ ਇਕੱਠੀਆਂ ਕਰੋਗੇ, ਉਹਨਾਂ ਨੂੰ ਪੜ੍ਹੋਗੇ ਤੇ ਫਿਰ ਲਿਖਦੇ ਹੋਗੇ ਮਿਸਟਰ ਐਕਸ ਫਿਲਾਸਫੀ। ਔਰ ਹੁਣ ਤੁਸੀਂ ਗੁਰੂ ਨਾਨਕ ਦੀ ਫਿਲਾਸਫੀ ਲਿਖਣੀ ਹੈ, ਤੁਸੀਂ ਗੁਰੂ ਅਰਜਨ ਦੀ ਫਿਲਾਸਫੀ ਲਿਖਣੀ ਹੈ। ਤੁਹਾਡੇ ਕੋਲ ਤਾਂ ਕੋਈ ਲੈਕਚਰ ਹੈ ਨਹੀਂ ਉਹਨਾਂ ਦਾ ਕੋਈ ਲੈਕਚਰ ਤੁਹਾਡੇ ਕੋਲ ਨਹੀਂ ਹੈ, ਉਹਨਾਂ ਦਾ ਲਿਖਿਆ ਹੋਇਆ ਕੋਈ ਐਸੇ ਤੁਹਾਡੇ ਕੋਲ ਨਹੀਂ ਹੈ। ਫਿਰ ਤੁਹਾਡੇ ਕੋਲ ਹੈ ਕੀ, ਜਿੱਥੋਂ ਤੁਸੀਂ ਗੁਰੂ ਨਾਨਕ ਦੀ ਫਿਲਾਸਫੀ ਕੱਢੋਗੇ ਜਾਂ ਗੁਰੂ ਅਰਜਨ ਦੀ ਫਿਲਾਸਫੀ ਕੱਢੋਗੇ। ਜੇ ਤੁਸੀਂ ਕਹੋ ਜੀ ਅਸੀਂ ਉਹਨਾਂ ਦੇ ਜਨਮ ਸਾਖੀਆਂ ਤੇ ਜਾਵੋਗੇ, ਉਹ ਤੇ ਸਾਰੀਆਂ ਕਨਕੌਕਟਡ ਨੇ, ਉਹਦੇ ਵਿੱਚ ਸਾਰੇ ਮਿਰੇਕਲ ਭਰੇ ਨੇ। ਤੁਸੀਂ ਕਹਦੇ ਕਿ ਉਹ ਤੇ ਆਥੈਂਟਿਕ ਹੈ ਹੀ ਨਹੀਂ। ਆਥੈਂਟਿਕ ਤੁਹਾਡੇ ਕੋਲ ਸਿਰਫ ਗੁਰੂ ਗ੍ਰੰਥ ਸਾਹਿਬ ਹੈ। ਫਿਰ ਤੁਸੀਂ ਕਰੋਗੇ, ਆਰਾਮ ਨਾਲ ਬੈਠੋਗੇ, ਆਪਣੀ ਪੂਰੀ ਜ਼ਿੰਦਗੀ ਲਗਾਓਗੇ, ਗੁਰੂ ਨਾਨਕ ਸਾਹਿਬ ਦੇ 974 ਸ਼ਬਦ ਕੱਢੋਗੇ, ਹਰ ਸ਼ਬਦ ਨੂੰ ਪੜ੍ਹੋਗੇ, ਦੇਖੋਗੇ ਕਿ ਹਰ ਸ਼ਬਦ ਦੇ ਵਿੱਚ ਗੁਰੂ ਨਾਨਕ ਦਾ ਕੀ ਮੈਸੇਜ ਹੈ, ਉਸ ਮੈਸੇਜ ਤੋਂ ਕਿਹੜੀ ਫਿਲਾਸਫੀ ਝਲਕਦੀ ਹੈ, ਕਿਹੜੀ ਫਿਲਾਸਫੀ ਰਿਫਲੈਕਟ ਕਰਦੀ ਹੈ। ਮੈਂ ਹੁਣ ਗੁਰੂ ਅਰਜਨ ਦੇਵ ਜੀ ਤੇ ਨਵਤੇਜ ਜੀ ਦਾ ਕੰਮ ਕਰ ਰਿਹਾ ਸੀ, ਮੈਨੂੰ ਇਹ ਔਖਿਆਈ ਆਈ ਸੀ। ਮੈਂ ਇੱਕ ਚੈਪਟਰ ਲਿਖਣਾ ਚਾਹੁੰਦਾ ਸੀ, ਫਿਲਾਸਫੀ ਆਫ ਗੁਰੂ ਅਰਜਨ। I was stuck। ਮੈਂ ਕਿਹੜਾ ਐਸੇ ਪੜ੍ਹਾਂ ਗੁਰੂ ਅਰਜਨ ਦਾ, ਮੈਂ ਕਿਹੜੀ ਗੁਰੂ ਅਰਜਨ ਦੀ ਸਪੀਚ ਪੜ੍ਹਾਂ, ਕਿਹੜੀ ਗੁਰੂ ਅਰਜਨ ਦੇਵ ਜੀ ਦੀ ਲਾਈਫ ਪੜ੍ਹਾਂ। ਫਿਰ ਮੈਨੂੰ ਵਾਹਿਗੁਰੂ ਨੇ ਕੋਈ ਚਮਤਕਾਰ ਕੀਤਾ ਕਿ ਜਿੰਨੇ ਵੀ ਵਾਕ ਆਉਂਦੇ ਨੇ ਸਵੇਰੇ, ਜਿਹੜੇ ਵੀ ਪੰਜਵੀਂ ਪਾਤਸ਼ਾਹੀ ਦੇ ਨੇ ਉਹ ਕੱਢ ਲੈ। ਔਰ ਤੁਹਾਨੂੰ ਪਤਾ ਦੇ ਆਰ ਵੈਰੀ ਫਰੀਕੁਐਂਟ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਹੁਕਮਨਾਮੇ ਨੇ। ਔਰ ਜਿਤਨੇ ਰਾਗੀ ਸਿੰਘ ਗਾਉਂਦੇ ਨੇ ਗੋਲਡਨ ਟੈਂਪਲ, ਉਹਦੇ ਵਿੱਚ ਵੀ ਮੋਸਟਲੀ ਗੁਰੂ ਅਰਜਨ ਹੈ, ਉਹ ਕੱਢ ਲਾ, ਪੜ੍ਹ, ਕੱਢ ਲਾ, ਉਹ 'ਚ ਕੀ ਫਿਲਾਸਫੀ ਹੈ। ਆਈ ਹੈਵ ਸਿਲੈਕਟਡ ਅਬਾਊਟ 60 ਸ਼ਬਦ, ਔਰ ਮੈਂ 60 ਸ਼ਬਦਾਂ ਵਿੱਚੋਂ ਕੁਝ ਗੁਰੂ ਅਰਜਨ ਦੇਵ ਜੀ ਦੀ ਫਿਲਾਸਫੀ ਲੱਭੀ ਆ। ਇੱਕ ਹੋਰ ਵਜ਼ੀਰ ਜੀ, ਮਹਿੰਦਰ ਤੇ ਜਸਵੀਰ, ਮੈਂ ਕੁਝ ਖਾਸ ਚੀਜ਼ ਕੀਤੀ ਹੈ। ਮੈਂ ਕੋਈ ਆਪਣੀ ਤਾਰੀਫ ਨਹੀਂ ਕਰ ਰਿਹਾ, ਮੈਂ ਦੱਸ ਰਿਹਾ ਮੈਂ ਕੀ ਰਿਸਰਚ ਕੀਤੀ ਹੈ। ਨਵਤੇਜ ਜੀ, ਜਦੋਂ ਮੈਂ ਜੈਰੂਸਲਮ ਗਿਆ ਤੇ ਜੈਰੂਸਲਮ ਦੇ ਵਿੱਚ ਇੱਕ ਸਟਰੀਟ ਹੈ ਛੋਟੀ ਜਿਹੀ, ਉਹਦਾ ਨਾਮ ਹੈ ਵੇ ਆਫ ਕ੍ਰਾਸ। ਇਹ ਉਹ ਗਲੀ ਹੈ ਜਸਵੀਰ ਜਿੱਥੋਂ ਜੀਸਸ ਆਪਣੇ ਮੋਢੇ ਦੇ ਉੱਤੇ ਕ੍ਰਾਸ ਰੱਖ ਕੇ ਲੰਘਿਆ ਸੀ। ਤੁਸੀਂ ਅਗਰ ਉਸ ਸੜਕ ਤੇ ਚੱਲੋ ਨਾ, 100% ਤੁਹਾਡੀਆਂ ਚੀਕਾਂ ਨਿਕਲ ਜਾਂਦੀਆਂ, ਕਿਸੇ ਵੀ ਧਰਮ ਦੇ ਹੋ, ਕਿ ਉਸ ਹੀ ਵਾਸ ਓਨਲੀ 32 ਜੀਸਸ। ਔਰ ਜਿਹੜਾ ਕ੍ਰਾਸ ਸੀ ਇੰਨਾ ਹੈਵੀ ਸੀ ਕਿ ਇੱਥੋਂ ਲੰਘਿਆ ਕਿਸ ਤਰ੍ਹਾਂ ਹੋਣਾ। ਔਰ ਫਿਰ ਉਹ ਜਿਸ ਪਹਾੜੀ ਤੇ ਗਿਆ ਜਿੱਥੇ ਉਹਨਾਂ ਨੇ ਕਿੱਲਾਂ ਦੇ ਨਾਲ ਠੋਕ ਦਿੱਤਾ। ਮੈਨੂੰ ਜਿਸ ਵੇਲੇ ਮੈਨੂੰ ਯਾਦ ਆਇਆ ਨਾ, ਤੇ ਮੈਂ ਗੁਰੂ ਅਰਜਨ ਦੇਵ ਜੀ ਤੇ ਕੰਮ ਕਰ ਰਿਹਾ ਸੀ, ਤੇ ਮੈਂ ਪੜ੍ਹਿਆ ਨਵਤੇਜ ਕਿ ਗੁਰੂ ਅਰਜਨ ਦੇਵ ਜੀ ਨੂੰ ਕਿ ਚੰਦੂ ਸ਼ਾਹ ਦੇ ਘਰ ਵਿੱਚ ਉਹਨਾਂ ਨੇ ਕੈਦ ਕੀਤਾ ਸੀ ਲਾਸਟਲੀ, ਜਿਹੜਾ ਸ਼ਾਇਦ ਕੋਈ ਮੋਰੀ ਗੇਟ ਹੈ ਲਾਹੌਰ ਵਿੱਚ, ਉੱਥੇ ਸੀ ਉਹਦਾ ਘਰ। ਤੇ ਜਿੱਥੇ ਲਾਹੌਰ ਫੋਰਟ ਹੈ, ਉੱਥੇ ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦਿੱਤੇ ਸਨ। ਮੈਨੂੰ ਖਿਆਲ ਆਇਆ ਕਿ ਜੇ ਉਹ ਇੰਨੀਆਂ ਫੋਟੋ ਨੇ ਉਸ ਰਸਤੇ ਦੀਆਂ ਜਿਸ ਰਸਤੇ ਤੋਂ ਜੀਸਸ ਲੰਘਿਆ ਸੀ, ਤੇ ਵਾਈ ਕਾਂਟ ਵੀ ਹੈਵ ਅ ਵੇ ਜਿੱਥੋਂ ਗੁਰੂ ਅਰਜਨ ਲੰਘੇ ਹੋਣਗੇ।
उन्होंने भी तो ये हथकड़ियां ला के ले आए होंगे फ्रॉम मोरी गेट टू लाहौर फोर्ट। मैं सारा इंटरनेट फोन मारिया, किधरे मैनू नक्शा नहीं लभा। फिर मैं अपने एक मुसलमान फ्रेंड ने फोन किया, मैं क्या मैनू लाहौर तो नक्शा मंगा के दे। एंड नाउ आई हैव द मैप। वॉकिंग फ्रॉम मोरी गेट अप टू लाहौर फोर्ट, ਜਿਹੜਾ ਰਾਵੀ ਦੇ ਕੰਢੇ ਤੇ ਆ। ਐਂਡ ਉੱਥੇ ਉਹਨਾਂ ਨੂੰ ਕੈਦ ਕੀਤਾ। ਉਹ ਚੰਦੂ ਸ਼ਾਹ ਦੀ ਹਵੇਲੀ ਹੈ, ਕਿਉਂਕਿ ਚੰਦੂ ਸ਼ਾਹ ਨੇ ਹੀ ਐਕਚੁਅਲੀ ਫਿਰ ਉਹਨਾਂ ਨੂੰ ਇੱਥੇ ਫੋਰਟ ਤੇ ਲੈ ਕੇ ਆ ਕੇ ਜਿਹੜੇ। ਹੁਣ ਪਹਿਲਾ ਕੁਐਸਚਨ ਇਹ ਹੈ, ਪਰਮਜੀਤ ਕੌਰ, ਗੁਰੂ ਅਰਜਨ ਦੇਵ ਜੀ ਨੂੰ ਕਿੰਨੇ ਦਿਨ ਤਸੀਹੇ ਦਿੱਤੇ? ਹਾਊ ਮੈਨੀ ਡੇਜ਼? 5 ਵੈਰੀ ਗੁੱਡ, ਵੈਰੀ। ਪੂਰੇ 5 ਦਿਨ ਗੁਰਦੀਪ ਜੀ। ਅਸੀਂ ਤਾਂ ਕਹੀਏ ਨਾ ਤੱਤੇ ਤਵੇ ਦੇ ਹੱਥ ਲਾਓ 1 ਸੈਕਿੰਡ ਤੇ ਚੀਕਾਂ ਮਾਰ ਕੇ ਤੁਸੀਂ ਉਂਗਲੀ ਪਿੱਛੇ ਕਰ ਲਾਓਗੇ। ਉਹ ਕਿਹੜੀ ਸ਼ਕਤੀ ਸੀ ਗੁਰੂ ਅਰਜਨ ਦੇ ਵਿੱਚ, ਜੇ ਉਹ ਤੱਤੀ ਤਵੀ ਤੇ ਬੈਠ ਗਏ। ਉਹ ਕਿਹੜੀ ਸ਼ਕਤੀ ਸੀ ਗੁਰੂ ਅਰਜਨ ਦੇ ਵਿੱਚ ਕਿ ਉਹ ਪਾਣੀ ਦੇ ਵਿੱਚ ਉਬਾਲੇ ਗਏ ਤੇ ਉਹਨਾਂ ਨੇ ਸੇਹ ਨਹੀਂ ਕੀਤੀ। ਉਹ ਕਿਹੜੀ ਸ਼ਕਤੀ ਸੀ ਗੁਰੂ ਅਰਜਨ ਦੇ ਵਿੱਚ। ਹੀ ਵਾਸ ਆਲਸੋ ਓਨਲੀ 43। ਆਪਣੇ ਸਾਰਿਆਂ ਨਾਲ ਰੇਤ ਮਿਲਾਓ ਕਿ ਉਹਨਾਂ ਦੇ ਸਿਰ ਦੇ ਉੱਤੇ ਤੱਤੀ ਰੇਤ ਪਾਈ ਗਈ ਕੰਟੀਨਿਊਸਲੀ ਦੀ ਹੋਲ ਡੇ, ਸੇਹ ਨਹੀਂ ਕੀਤੀ। ਇਹ ਕਹਾਣੀ ਪੜ੍ਹਨੀ ਬੜੀ ਆਸਾਨ ਹੈ, ਪਰ ਕਹਾਣੀ ਨੂੰ ਆਪਣੇ ਉੱਤੇ ਲੈ ਕੇ ਅਨੁਭਵ ਕਰਨਾ। ਮੋਰੀ ਗੇਟ ਟੂ ਲਾਹੌਰ ਫੋਰਟ ਚੱਲ ਕੇ ਆਣਾ ਸਾਡੇ ਗੁਰੂ ਦਾ। ਕਿੰਨੇ ਤਮਾਸ਼ਬੀਨ ਚਾਰੋਂ ਪਾਸੇ ਖੜੇ ਹੋਣਗੇ, ਜਿਸ ਤਰ੍ਹਾਂ ਉਹ ਜੀਸਸ ਨੂੰ ਦੇਖ ਰਹੇ ਸਨ, ਗੁਰੂ ਅਰਜਨ ਨੂੰ ਕਿੰਨੇ ਦੇਖ ਰਹੇ ਹੋਣਗੇ। ਇਨਕ੍ਰੈਡੀਬਲ ਹੈ। ਸੋ ਆਈ ਐਮ ਵੈਰੀ ਹੈਪੀ ਕਿ ਤੂੰ ਦੱਸਿਆ ਕਿ 5 ਦਿਨ। ਤੋ ਇਹ ਤੁਸੀਂ ਇੱਕ ਮੁਰਤਾਜ਼ ਖਾਂ ਹੈ, ਯਾਦ ਰੱਖਣਾ ਨਾਮ। ਜਹਾਂਗੀਰ, ਮੁਰਤਾਜ਼ ਖਾਂ ਤੇ ਚੰਦੂ ਸ਼ਾਹ। ਜਹਾਂਗੀਰ ਨੇ ਹੁਕਮ ਸੁਣਾਇਆ। ਉਹ ਹੁਕਮ ਉਹ ਆਪਣੇ ਹੱਥ ਨਹੀਂ ਸੀ ਰੰਗਣਾ ਚਾਹੁੰਦਾ ਲਹੂ ਨਾਲ। ਉਹ ਕਸ਼ਮੀਰ ਉਹ ਚਲਾ ਗਿਆ, ਕਸ਼ਮੀਰ ਨਹੀਂ ਲਾਹੌਰ ਚਲਾ, ਕਿਧਰੇ ਚਲਾ ਗਿਆ, ਪਿਸ਼ਾਵਰ ਚਲਾ ਗਿਆ ਸ਼ਾਇਦ। ਮੁਰਤਾਜ਼ ਖਾਂ ਲਾਹੌਰ ਦਾ, ਉਧਰ ਸ਼ਹਿਰਾਂ ਦੇ ਵੀ ਗਵਰਨਰ ਹੁੰਦੇ ਸੀ, ਉਹ ਲਾਹੌਰ ਦਾ ਗਵਰਨਰ ਸੀ। ਉਹਨੂੰ ਕਹਿ ਗਿਆ ਕਿ ਜੋ ਕੁਝ ਕਰਨਾ ਹੁਣ ਤੂੰ ਕਰ। ਚੰਦੂ ਸ਼ਾਹ ਨੇ ਉਹਨੂੰ ਕਿਹਾ ਤੂੰ ਵੀ ਕੁਝ ਨਹੀਂ ਕਰੇਗਾ, ਜੋ ਕੁਝ ਕਰਨਾ ਮੈਂ ਕਰਾਂਗਾ। ਤੁਹਾਨੂੰ ਕਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਚੰਦੂ ਸ਼ਾਹ ਨੇ ਹੀ ਇਹ ਸਭ ਕੁਝ ਕੀਤਾ? ਇਹ ਸਾਰਾ ਜਿਹੜਾ ਜ਼ੁਲਮ ਹੈ ਗੁਰੂ ਅਰਜਨ ਤੇ, ਇਹ ਚੰਦੂ ਸ਼ਾਹ ਨੇ ਹੀ ਕੀਤਾ, ਮੁਰਤਾਜ਼ ਖਾਨ ਨੇ ਨਹੀਂ ਕੀਤਾ ਜਾਂ ਕਿਸੇ ਹੋਰ ਮੁਸਲਮਾਨ ਨੇ ਨਹੀਂ ਕੀਤਾ। ਕੋਈ ਐਸੀ ਐਵੀਡੈਂਸ ਦੇ ਸਕਦੇ ਹੋ ਨਵਤੇਜ? हाँ बबली तू दस रहा है, तू बोली है? मैं बोला जी। कौन बोले? हाँ जी मिंदर। ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਜੰਗ ਸੀਗੇ ਤੇ ਉਹਨਾਂ ਦੀ ਸ਼ਾਦੀ ਵਾਸਤੇ ਇਹਨਾਂ ਪ੍ਰਪੋਜ਼ ਕੀਤੀ ਸੀਗੀ, ਆਪਣੀ ਲੜਕੀ ਦੀ ਸ਼ਾਦੀ ਵਿੱਚ ਚੰਦੂ ਸ਼ਾਹ ਨੇ। ਤੇ ਉਸ ਵੇਲੇ ਸੰਗਤ ਨੇ ਠੁਕਰਾਤਾ। ਮੇਰਾ ਖਿਆਲ ਹੈ ਉਹਨ ਆਪਣਾ ਰਿਵੈਂਜ ਲੈਣ ਦੀ ਖਾਤਰ ਉਹਨ ਕਿਹਾ ਸੀਗਾ ਕਿ ਮੈਂ ਇਹਨਾਂ ਦਾ ਜੋ ਕੁਝ ਕਰੂੰਗਾ ਮੈਂ ਕਰੂੰਗਾ। ਨਹੀਂ, ਉਹ ਜੋ ਤੁਸੀਂ ਕਹੇ ਹੋ ਮੈਂ ਉਹਨੂੰ ਆਈ ਟੇਕ ਇਟ, ਪਰ ਉਹ ਜਿਹੜਾ ਗਰਜ ਸੀ ਉਹ ਮੁਸਲਮਾਨ ਮੌਲਵੀਆਂ ਦਾ ਵੀ ਸੀ ਕਿ ਇਹ ਇੱਕ ਡਿਫਰੈਂਟ ਧਰਮ ਨੂੰ ਫੈਲਾਈ ਜਾਂਦੇ ਨੇ ਤੇ ਇਹ ਧਰਮ ਨੂੰ ਇਹਨੂੰ ਰੋਕਣਾ ਚਾਹੀਦਾ। ਕੋਈ ਹੋਰ ਐਸੀ ਪੋਜ਼ਿਟਿਵ ਐਵੀਡੈਂਸ ਹੈ ਜਿਹਦੇ ਨਾਲ ਇਹ ਲੱਗਦਾ ਕਿ ਚੰਦੂ ਸ਼ਾਹ ਨੇ ਹੀ ਸਭ ਕੁਝ ਕੀਤਾ? ਚਲੋ ਮੈਂ ਤੁਹਾਡੀ ਹੈਲਪ ਕਰਦਾ। ਪ੍ਰਿਥੀ ਚੰਦ ਸੀਗੇ। ਹਾਂਜੀ, ਪ੍ਰਿਥੀ ਚੰਦ ਉਹਨਾਂ ਦਾ ਸਾਥ ਦਿੰਦਾ ਸੀਗਾ। ਚਲੋ ਮੈਂ ਮੇਰੀ ਗੱਲ ਸੁਣੋ ਜੇ ਤੁਹਾਨੂੰ ਠੀਕ ਲੱਗਦੀ ਹੈ ਤੇ। ਤੁਹਾਨੂੰ ਪਤਾ ਕਿ ਉਦੋਂ ਐਂਪਰਰ ਕੌਣ ਸੀ? ਜਹਾਂਗੀਰ। ਭਾਵੇਂ ਚੰਦੂ ਸ਼ਾਹ ਨੇ ਕੀਤਾ ਹੋਵੇ, ਭਾਵੇਂ ਮੁਰਤਾਜ਼ ਖਾਨ ਨੇ ਕੀਤਾ ਹੋਵੇ, ਕਿਸੇ ਨੇ ਕੀਤਾ ਹੋਵੇ, ਹੁਕਮ ਕਿਹਨੇ ਦਿੱਤਾ? ਜਹਾਂਗੀਰ ਨੇ। ਪਰ ਇਹ ਤੁਸੀਂ ਕਦੀ ਦਿਲ ਵਿੱਚ ਸੋਚ ਵੀ ਸਕਦੇ ਹੋ ਵਜ਼ੀਰ ਜੀ ਕਿ ਜਹਾਂਗੀਰ ਨੇ ਗੁਰੂ ਅਰਜਨ ਨੂੰ ਹੁਕਮ ਦਿੱਤਾ ਹੋਵੇ ਕਿ ਇਹਨਾਂ ਨੂੰ ਟੌਰਚਰ ਕਰਕੇ ਸ਼ਹੀਦ ਕੀਤਾ ਜਾਏ ਔਰ ਗੁਰੂ ਅਰਜਨ ਦੇਵ ਦਾ ਪੁੱਤਰ ਹੀ ਜਹਾਂਗੀਰ ਦਾ ਦੋਸਤ ਬਣ ਜਾਏ। ਗੁਰੂ ਹਰਗੋਬਿੰਦ became very friendly with ਜਹਾਂਗੀਰ। ਨਾ ਕਿਤੇ ਕੋਈ ਮਿਸਿੰਗ ਪਾਰਟ ਰਹਿ ਗਿਆ ਨਾ। ਮਿਸਿੰਗ ਪਾਰਟ ਇਹ ਸੀ ਕਿ ਆ ਜੋ ਕੁਝ ਗੁਰੂ ਅਰਜਨ ਤੇ ਵਾਪਰਿਆ
ਇਹ ਜਹਾਂਗੀਰ ਨੇ ਨਹੀਂ ਸੀ ਕਿਹਾ। ਵੱਖਰੀ ਗੱਲ ਹੈ ਕਿ ਜਹਾਂਗੀਰ ਨੇ ਕਿਹਾ ਸੀ ਕਿ ਜੋ ਕੁਝ ਕਰ ਰਹੇ ਨੇ ਉਹਨੂੰ ਬੰਦ ਹੋਣਾ ਚਾਹੀਦਾ, ਪਰ ਜਿਹੜਾ ਟੌਰਚਰ ਸੀ ਇਟਸੈਲਫ, ਕਿਉਂ ਕਿ ਜਿਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜਹਾਂਗੀਰ ਦੇ ਨਾਲ ਫਰੈਂਡਲੀ ਹੋਏ ਨੇ, ਉਸੇ ਵੇਲੇ ਜਹਾਂਗੀਰ ਨੇ ਕਿਹਾ ਚੰਦੂ ਸ਼ਾਹ ਨੂੰ ਫੜ ਕੇ ਲਿਆਓ, ਗਿਵ ਇਟ ਟੂ ਹਰਗੋਬਿੰਦ। ਸਭ ਕੁਝ ਉਹ ਕਰਨ ਵਾਲਾ ਚੰਦੂ ਸ਼ਾਹ ਹੈ। ਇਹ ਜਹਾਂਗੀਰ ਦੇ ਵਰਡ ਨੇ। ਜਹਾਂਗੀਰ ਗੇਵ ਚੰਦੂ ਸ਼ਾਹ ਟੂ ਗੁਰੂ ਹਰਗੋਬਿੰਦ, ਔਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਮੈਨੂੰ ਨਹੀਂ, ਸਿੱਖ ਸੰਗਤਾਂ ਨੂੰ ਦੇ ਦਿਓ ਇਹਨੂੰ। ਸੋ ਦੇ ਗੇਵ ਤਬਤੇਜੀ ਚੰਦੂ ਸ਼ਾਹ ਟੂ ਸੰਗਤ ਆਫ ਲਾਹੌਰ। ਉਹਨਾਂ ਨੇ ਫਿਰ ਉਹਦੇ ਨੱਕ ਦੇ ਵਿੱਚ ਧਾਗਾ ਪਾ ਕੇ, ਰੱਸਾ ਪਾ ਕੇ ਉਹਨੂੰ ਲਾਹੌਰ ਦੇ ਸ਼ਹਿਰ ਵਿੱਚ ਘਸੀਟਿਆ, and he died. So I mean, it is only a conclusion. I mean, research the conclusion, I can be wrong. कि अपनी ये नहीं कि मैं कह रहा कि उन्हें अपनी जान बचाई, गिरफ्तार हुए अंडर द ऑर्डर ऑफ जहांगीर, लेकिन कितनी सजा देनी है और केड़ी सजा देनी है ये जहांगीर ने तजवीज़ नहीं किया। इन्नी भयानक सजा, वो सारा कर्म जड़ा सी वो चंदू शाह दा सी। So चंदू शाह नूं then he had to face it. नवतेज जी, गुरु अर्जन सिख कौम दे पहले शहीद ने, सेकंड शहीद सिख कौम दा कौन है? ਗੁਰੂ ਤੇਗ ਬਹਾਦਰ ਜੀ। ਉਹਨਾਂ ਦਾ ਗੁਰੂ ਅਰਜਨ ਦੇ ਨਾਲ ਕੀ ਰਿਲੇਸ਼ਨਸ਼ਿਪ ਹੈ? ਉਹਦੇ ਫਿਰ ਲੱਗੇ ਗ੍ਰੈਂਡਫਾਦਰ। ਠੀਕ ਕਹਿ ਰਿਹਾ ਜੋ ਕਹਿ ਰਿਹਾ ਹੈ ਗੁਰਦੇਵ ਜੀ? ਵਜ਼ੀਰ ਜੀ ਕਹਿੰਦੇ ਨੇ ਠੀਕ ਕਹਿ ਰਿਹਾ। ਹਾਂਜੀ ਠੀਕ ਹੈ। ਠੀਕ ਠੀਕ, ਮੈਂ ਮੰਨਦਾ ਕਿ ਸਾਰੇ ਤੁਸੀਂ ਕਹਿੰਦੇ ਹੋ ਠੀਕ ਹੈ ਤਾਂ ਫਿਰ ਠੀਕ ਹੀ ਹੋਣਾ। ਸੋ ਹੁਣ ਤੁਸੀਂ ਹਿਸਾਬ ਲਗਾ ਲਓ ਕਿ ਗੁਰੂ ਅਰਜਨ ਦੇ ਬੇਟੇ ਕੌਣ ਨੇ? ਗੁਰੂ ਹਰਗੋਬਿੰਦ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਛੋਟੇ ਬੇਟੇ ਕੌਣ ਨੇ? ਤੇਗ ਬਹਾਦਰ। ਸੋ ਪੋਤਰਾ ਤੇ ਦਾਦਾ ਹੋ ਗਿਆ। ਅੱਛਾ, ਹੁਣ ਦੱਸੋ ਦਵਿੰਦਰ ਜੀ, ਗੁਰੂ ਤੇਗ ਬਹਾਦਰ ਤੋਂ ਬਾਅਦ ਸਿੱਖ ਧਰਮ ਦੇ ਹੋਰ ਮਾਰਟਰ ਕੌਣ ਨੇ? ਗੁਰੂ ਮਾਰਟਰਾਂ ਵਿੱਚ ਦੱਸੋ। ਗੁਰੂ ਤੇਗ ਬਹਾਦਰ ਤੋਂ ਬਾਅਦ ਦੋ ਹੋ ਗਏ ਨਾ, ਗੁਰੂ ਤੇਗ ਬਹਾਦਰ कहता उन्होंने ਤੇ ਨਾ। ਹਾਂਜੀ, ਤੇ ਫਿਰ ਆਪਣੇ ਚਾਰ ਸਾਹਿਬਜ਼ਾਦੇ ਹੈਨਾ, ਤੇ ਮਾਤਾ ਗੁਜਰੀ ਜੀ ਸੀ, ਉਹ ਵੀ ਸੀਗੇ। ਫਿਰ ਤੇ ਗੁਰੂ ਗੋਬਿੰਦ ਸਿੰਘ ਦਾ ਨਾਂ ਕਿਉਂ ਨਹੀਂ ਲੈ ਰਹੇ? ਗੁਰੂ ਗੋਬਿੰਦ ਸਿੰਘ ਜੀ। ਚਾਰ ਸਾਹਿਬਜ਼ਾਦੇ, ਮਾਤਾ ਜੀ। ਹੁਣ ਹਾਂਜੀ, ਜਸਵੀਰ ਜਰਾ ਤੂੰ ਜੋੜ ਕੇ ਦੇਖ, ਗੁਰੂ ਗੋਬਿੰਦ ਸਿੰਘ ਜੀ ਤੇ ਤੇਰਾ ਨਜ਼ਰ ਪਾ। फादर, मदर, चारों बच्चे जिस इंसान ने कुर्बान करते इस देश खातर, जिन्हों के किसान बैठे ने उत्थे ते कोई उन्होंने गल नहीं सुनता। इट इज वेरी वेरी पिटिएबल और बहुत गलत हो रहा जो कुछ हो रहा। सो सिख धर्म ने गुरु अर्जन वॉज द फर्स्ट मार्टर, गुरु तेग बहादुर वॉज द सैकेंड मार्टर। उन्होंने तुसीं की गुरु अर्जन नूं की कहंदे हो? शहीदां दे सरताज। सरताज। ते गुरु गोबिंद सिंह नूं की कहंदे हो? सरबंसदानी। तेग बहादुर सबने कुर्बान कर दिता। ओके, कमिंग बैक टू परमजीत कौर, गुरु अर्जन देव जी का जन्म कित्थे होया? गोविंदवाल। गोविंदवाल। गुरदीप, गोविंदवाल केड़े गुरु साहब ने वसाया? गुरु अमरदास जी। वजीर जी, गोविंदवाल होर केड़े केड़े गुरु साहब ज्योति जोत समाए ने? चौथा गुरु ते तीजा गुरु। ओके, तीजे गुरु ते चौथे गुरु उसे ज्योति जोत समाए ने। महेंद्र, केड़े गुरु साहब दी शादी गोविंदवाल हुई है? गुरु रामदास। किदे नाल? बीबी भानी नाल। बीबी भानी कौन सन? भानी अपने गुरु अमरदास दी लड़की सी। ओके, वेरी गुड। गुरु अमरदास जी के कितने बच्चे ने? जसवीर हेल्प करो जी। गुरु अमरदास जी के कितने बेटे कितने बेटियां? चार हैं। ठीक है, दो बेटे ते दो बेटियां। बेटे के नाम दसो। बाबा मोहन ते बाबा मोरी ते कुड़ियां बीबी अमरो ते बीबी दानी ते भानी। दानी ते भानी। ओके, कमिंग बैक टू परमजीत, तेरे तो शुरू करके फिर इसी के जाते हैं।
ਅੱਜ ਅਸੀਂ ਡਿਸਕਸ ਕਰ ਰਹੇ ਸੀ ਔਰ ਇਹਦੇ ਵਿੱਚ ਤੁਸੀਂ ਤੁਹਾਡੇ ਸਾਰਿਆਂ ਦੀ ਇਨਪੁਟ ਚਾਹੀਦੀ ਹੈ, ਵਜ਼ੀਰ ਜੀ ਤੁਹਾਡੀ ਤਾਂ ਜ਼ਰੂਰ ਚਾਹੀਦੀ ਹੈ। ਪਹਿਲਾ ਸਵਾਲ ਇਹ ਜਵਾਬ ਦੇ ਕੇ ਪਰਮਜੀਤ ਗੁਰੂ ਰਾਮਦਾਸ ਜੀ ਦੀ ਗੁਰੂ ਪੀਰੀਅਡ ਕਿੰਨਾ? ਗੁਰੂ ਪੀਰੀਅਡ 7। ਹੁਣ ਇਹ ਯਾਦ ਰੱਖਣਾ, ਗੁਰੂ ਰਾਮਦਾਸ ਜੀ ਦਾ ਗੁਰੂ ਪੀਰੀਅਡ 7 ਈਅਰ ਹੈ। ਨਵਤੇਜ ਗੁਰੂ ਅੰਗਦ ਦੇਵ ਜੀ ਦਾ ਗੁਰੂ ਪੀਰੀਅਡ ਕਿੰਨਾ? 13 years। 13 ਯਾਦ ਰੱਖਣਾ। ਹੁਣ ਦਵਿੰਦਰ ਗੁਰੂ ਤੇਗ ਬਹਾਦਰ ਦਾ ਗੁਰੂ ਪੀਰੀਅਡ ਕਿੰਨਾ? 11 ਸਾਲ। ਅੱਛਾ, ਹੁਣ ਦੇਖੋ ਅਸੀਂ ਛੋਟੇ ਗੁਰੂ ਪੀਰੀਅਡ ਲੈਣਾ 7, 11 ਤੇ 13। ਗੁਰੂ ਰਾਮਦਾਸ ਜੀ ਦਾ ਗੁਰੂ ਪੀਰੀਅਡ ਸਿਰਫ 7 ਹੈ ਔਰ ਉਹਨਾਂ ਨੇ 679 ਕੰਪੋਜੀਸ਼ਨ ਲਿਖੀਆਂ। ਗੁਰੂ ਤੇਗ ਬਹਾਦਰ ਦਾ ਗੁਰੂ ਪੀਰੀਅਡ 11 ਈਅਰ ਹੈ ਔਰ ਉਹਨਾਂ ਨੇ 115 ਕੰਪੋਜੀਸ਼ਨਾਂ ਲਿਖੀਆਂ। ਤੇ ਤੀਸਰਾ ਤੁਸੀਂ ਕਿਹੜਾ ਕਿਹਾ? ਗੁਰੂ ਅੰਗਦ, ਉਹਨਾਂ ਦੀ ਗੁਰੂਸ਼ਿਪ 13 ਹੈ, ਉਹਨਾਂ ਨੇ ਸਿਰਫ 63 ਸ਼ਲੋਕ ਲਿਖੇ ਨੇ। ਕੋਈ ਐਸੀ ਵਜ੍ਹਾ ਹੋ ਸਕਦੀ ਹੈ ਕਿ ਗੁਰੂ ਅੰਗਦ ਦੇਵ ਜੀ ਨੇ ਇੰਨੀ ਘੱਟ ਬਾਣੀ ਕਿਉਂ ਉਚਾਰੀ ਹੋਵੇ? He had 13 years और जब गुरु रामदास जी को सिर्फ 7 years ने। It is very difficult to answer क्योंकि ਤੁਸੀਂ ਗੈਸ ਵਰਕ ਹੀ ਲਗਾ ਰਹੇ ਹੋ, ਗੁਰੂ ਸਾਹਿਬ ਤੇ ਹੈ ਨਹੀਂ। ਸੇਵਾ ਬਹੁਤ ਕਰਦੇ ਸੀਗੇ ਉਹਨਾਂ ਨੇ। ਸੇਵਾ ਤਾਂ ਸਾਰੇ ਗੁਰੂਆਂ ਨੇ ਕੀਤੀ, ਗੁਰੂ ਰਾਮਦਾਸ ਨੇ ਮੈਕਸਿਮਮ ਕੀਤੀ ਹੈ। ਗੁਰੂ ਰਾਮਦਾਸ ਨੇ 22 ਸਾਲ ਸੇਵਾ ਕੀਤੀ ਹੈ। ਡਾਕਟਰ ਜੀ ਉਹ ਮਾਤਾ ਦੇ ਜਾਂਦੇ ਸੀ ਉਧਰ, ਉਹਨਾਂ ਦੀ ਲਾਈਫ ਪਹਿਲਾਂ ਲੱਗ ਚੁੱਕੀ ਸੀਗੀ ਏਦਾਂ? ਪਹਿਲਾਂ ਉਹ ਹਿੰਦੂ ਧਰਮ ਨੂੰ ਜ਼ਿਆਦਾ ਪ੍ਰਮੋਟ ਕਰਦੇ ਸੀ ਨਾ। ਨਹੀਂ ਖੈਰ ਮੇਰੇ ਕੋਲ ਕੋਈ ਜਵਾਬ ਨਹੀਂ ਹੈ, ਮੈਂ ਤਾਂ ਤੁਹਾਡੇ ਸੁਣਨੇ ਨੇ। ਹਾਂਜੀ, ਗੁਰੂ ਅੰਗਦ ਦੇਵ ਜੀ ਨੇ 13 ਸਾਲ ਕੀਤੀ ਹੈ ਔਰ ਉਹਨਾਂ ਦੇ ਸਿਰਫ 63 ਸ਼ਲੋਕ ਨੇ। ਅੱਛਾ, ਇੱਕ ਹੋਰ ਦੇਖੋ, ਇਹਦੇ ਬਾਰੇ ਵੀ ਦੱਸੋ ਵਜ਼ੀਰ ਜੀ, ਤੁਸੀਂ ਦੱਸੋ। ਗੁਰੂ ਨਾਨਕ ਸਾਹਿਬ ਦੇ ਜੀਵਨ ਵਿੱਚ ਕਿਤੇ ਨਹੀਂ ਆਉਂਦਾ ਕਿ ਉਹਨਾਂ ਨੇ ਹਿੰਦੂ ਧਰਮ ਦੀ ਕੋਈ ਵੀ ਸੈਰੇਮਨੀ ਕੀਤੀ ਹੋਵੇ। ਜੰਮੇ ਤੇ ਹਿੰਦੂ ਧਰਮ ਵਿੱਚ ਨੇ, ਹਰ ਪ੍ਰੋਫਿਟ ਕਿਸੇ ਨਾ ਕਿਸੇ ਧਰਮ ਵਿੱਚ ਜੰਮਦਾ, ਪਰ ਰਾਦਰ ਹੀ ਰਿਵੋਲਟਡ ਅਗੇਂਸਟ the Hindu traditions। ਗੁਰੂ ਰਾਮਦਾਸ ਛੋਟੀ ਉਮਰ ਤੋਂ ਹੀ, I think he was 7 when he went to Khadur with his nani and then he came to ਗੋਇੰਦਵਾਲ, ਉੱਥੇ ਉਹ ਗੁਰੂ ਬਣ ਗਏ। ਉਹਨਾਂ ਨੇ ਵੀ ਕੋਈ ਹਿੰਦੂ ਧਰਮ ਦੀ ਕੋਈ ਹਿਸਟਰੀ ਵਿੱਚ ਨਹੀਂ ਆਉਂਦਾ ਕਿ ਉਹਨਾਂ ਨੇ ਕੋਈ ਪ੍ਰੈਕਟਿਸਿੰਗ ਕੋਈ ਕੰਮ ਕੀਤਾ ਹੋਵੇ ਹਿੰਦੂ ਧਰਮ ਦਾ। ਬਟ ਕਮਿੰਗ ਟੂ ਗੁਰੂ ਅੰਗਦ ਐਂਡ ਗੁਰੂ ਅਮਰਦਾਸ, they were actively participating in Hindu traditions. They were rather leading groups which were going to Vaishno Devi or Jwalamukhi, different ਲੋਕਾਂ ਨੇ different, ਪਰ ਮੇਰਾ ਖਿਆਲ ਹੈ ਵੈਸ਼ਨੋ ਦੇਵੀ ਸੀ ਜਿੱਥੇ ਉਹ ਜਾਂਦੇ ਸਨ। ਪੈਰਾਂ ਵਿੱਚ ਘੁੰਗਰੂ ਬਣ ਕੇ ਡਾਂਸ ਕਰਦੇ ਐਜ਼ ਏ ਲੀਡਰ। ਔਰ ਕਿੰਨੀ ਏਜ ਵਿੱਚ ਬਣੇ ਨੇ ਗੁਰੂ ਅੰਗਦ ਦੇਵ ਜੀ ਗੁਰੂ? ਆਪ ਸਾਡਾ ਐਨਸਾਈਕਲੋਪੀਡੀਆ ਬੋਲ 35 ਸਾਲ 35 ਵਿੱਚ ਬਣੇ। ਇਹਦਾ ਮਤਲਬ ਹੈ ਜੇ ਤੁਸੀਂ ਉਹਨਾਂ ਦੀ ਯੰਗ ਏਜ 10-12 ਸਾਲ ਵੀ ਲਗਾਓ, 20 ਵੀ ਲਗਾਓ, ਤੇ 14-15 ਸਾਲ ਉਹਨਾਂ ਨੇ ਉਹ ਐਕਟਿਵਲੀ ਕੰਮ ਕੀਤਾ, ਮਾਤਾ ਦੇ ਜਾਣਾ ਔਰ ਮਾਤਾ ਦੀਆਂ ਭੇਟਾਂ ਗਾਣੀਆਂ। ਔਰ ਫਿਰ ਆਲ ਆਫ ਅ ਸਡਨ ਹੀ ਇਜ਼ ਕਨਵਰਟਡ ਟੂ ਸਿੱਖਦਮ, ਗੁਰੂ ਨਾਨਕ ਸਾਹਿਬ ਦੇ ਚਰਨਾਂ ਚ ਆ ਗਏ ਹੋ। ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਉਹਨਾਂ ਦੀ ਦੋ ਕਿਹੜੀ ਏਜ ਗੁਰੂ ਬਣੇ ਨੇ? 73। ਹੁਣ ਤੁਸੀਂ ਇਹ ਹਿਸਾਬ ਲਗਾਓ ਉਹਨਾਂ ਕੋਲ ਤੇ ਕਿੰਨਾ ਜੀਵਨ ਸੀ, ਜਿਹੜਾ ਜੀਵਨ ਉਹਨਾਂ ਨੇ ਐਜ਼ ਏ ਐਕਟਿਵ ਪ੍ਰੈਕਟਿਸਿੰਗ ਹਿੰਦੂ ਗੁਜ਼ਾਰਿਆ। ਲੇਕਿਨ ਇਮੀਡੀਏਟਲੀ ਉਹਦੇ ਬਾਅਦ 4, 5, 6, 7, 8, 9, 10 ਸਾਰੇ ਸਿੱਖ ਨੇ। ਗੁਰੂ ਨਾਨਕ ਹਿੰਦੂ ਘਰ ਚ ਜੰਮਦਿਆਂ ਵੀ ਪੂਰਾ ਸਿੱਖ ਹੈ। ਇਹ ਚੀਜ਼ਾਂ ਤੁਹਾਨੂੰ ਯਾਦ ਰੱਖਣ ਦੀ ਲੋੜ ਹੈ। ਇਹਦਾ ਜਵਾਬ ਕੋਈ ਨਹੀਂ ਹੈ, ਇਹ ਕੋਈ ਡਿਸਕਸ਼ਨ ਵਾਲੀਆਂ ਨਹੀਂ ਹੈ, ਇਹ ਸਿਰਫ ਸਮਝਣ ਵਾਲੀਆਂ ਬੈਕਗਰਾਊਂਡ ਹੈ ਤੁਹਾਡੇ ਧਰਮ ਦਾ। ਕਿਸੇ ਦਾ ਬੈਕਗਰਾਊਂਡ ਤੁਹਾਨੂੰ ਕੋਈ ਪੁੱਛੇ ਤੇ ਯੂ ਮਸਟ ਨੋ ਦੀ ਬੈਕਗਰਾਊਂਡ। ਓਕੇ ਬੇਟੇ। ਬੀਬੀ ਪਰਮਜੀਤ ਕੌਰ ਜੀ, ਗੁਰੂ ਅਰਜਨ ਦੇਵ ਜੀ ਕਿਹੜੀ ਜਗ੍ਹਾ ਜੋਤੀ ਜੋਤ ਸਮਾਏ ਨੇ? ਲਾਹੌਰ।
ਉਹਨਾਂ ਦੇ ਫਾਦਰ ਨਾਲ ਲਾਹੌਰ ਦਾ ਕੀ ਤਾਲੁਕ ਆ? ਉਹਨਾਂ ਦਾ ਜਨਮ ਉੱਥੇ ਹੋਇਆ ਸੀਗਾ ਗੁਰੂ Very ਰਾਮਦਾਸ good. ਜੀ ਦਾ। ਕਿ ਗੁਰੂ ਅਰਜਨ ਦੇ ਫਾਦਰ ਲਾਹੌਰ ਜੰਮੇ ਨੇ ਤੇ ਗੁਰੂ ਅਰਜਨ ਦੇਵ ਜੀ ਲਾਹੌਰ ਜੋਤੀ ਜੋਤ ਸਮਾਏ ਨੇ। ਗੁਰੂ ਅਰਜਨ ਦੇਵ ਜੀ ਆਪਣੇ ਜੀਵਨ ਵਿੱਚ ਲਾਹੌਰ ਗਏ ਨੇ, ਉੱਥੇ ਜਿੱਥੇ ਗੁਰੂ ਰਾਮਦਾਸ ਜੀ ਉਹ ਜੰਮੇ ਨੇ ਉਹਦੇ ਨੇੜੇ ਤੇੜੇ ਜਾਂ ਉੱਥੇ ਹੀ ਉਹਨਾਂ ਨੇ ਫਿਰ ਇੱਕ ਬੌਲੀ, ਉਦੋਂ ਬੌਲੀ ਕਹਿੰਦੇ ਸਨ ਸ਼ਾਇਦ ਖੂਹ ਨੂੰ, ਕੋਈ ਫਰਕ ਹੈ ਵਜ਼ੀਰ ਜੀ ਬੌਲੀ ਦੇ ਖੂਹ 'ਚ? Holy, it's an open space. ਚਲੋ ਸੋ ਕੁਝ ਨਾ ਕੋਈ ਫਰਕ ਹੈ। ਡੂੰਘਾ ਹੁੰਦਾ, ਬੌਲੀ ਚਿਣੀ ਜਾਂਦੀ ਬਾਹਰੋਂ, ਅੱਛਾ ਜੀ, ਪੱਟਿਆ ਜਾਂਦਾ ਹੈ। ਬੌਲੀ ਵੀ ਤੁਸੀਂ ਥੱਲੇ ਉਤਰ ਸਕਦੇ, ਖੂਹ 'ਚ ਨਹੀਂ ਸ਼ਾਇਦ ਹਾਂਜੀ, ਉਤਰ ਸਕਦੇ। ਹਾਂਜੀ, ਹਾਂਜੀ, ਕਿਉਂਕਿ it's a space. ਸੋ ਉੱਥੇ ਉਹਨਾਂ ਨੇ ਲਾਹੌਰ ਆਪਣੇ ਫਾਦਰ ਦੇ ਜਨਮ ਸਥਾਨ ਦੇ ਕੋਲ ਬੌਲੀ ਬਣਾਈ ਹੈ। ਅਸੀਂ ਤੇ ਨਹੀਂ ਦਰਸ਼ਨ ਕਰ ਸਕੇ, ਗੁਰਦੁਆਰੇ ਦੇ ਦਰਸ਼ਨ ਤੇ ਕੀਤੇ ਨੇ। ਓਕੇ, ਗੁਰੂ ਅਰਜਨ ਉਹਨਾਂ ਦੀ ਪਰਮਜੀਤ ਉਹਨਾਂ ਦੇ ਵਾਈਫ ਦਾ ਨਾਮ? ਗੁਰੂ ਅਰਜਨ ਦੇਵ ਜੀ ਦੇ ਮਾਤਾ ਗੰਗਾ। ਪਹਿਲੀ ਵਾਈਫ ਦਾ ਨਾਮ? ਪਹਿਲੀ ਵਾਈਫ ਦਾ ਨਾਮ I don't know sir, sorry. You don't know. ਰਾਮ ਦੇਵੀ। ਮਾਤਾ ਰਾਮਦੇਵੀ। ਮਾਤਾ ਰਾਮਦੇਵੀ। ਓਕੇ, ਨਵਤੇਜ ਗੁਰੂ ਨਾਨਕ ਦੇਵ ਜੀ ਦੀ ਵਾਈਫ ਦਾ ਨਾਮ? ਮਾਤਾ ਸੁਲੱਖਣੀ। ਦਵਿੰਦਰ ਗੁਰੂ ਅੰਗਦ ਦੇਵ ਜੀ ਦੀ ਵਾਈਫ ਦਾ ਨਾਮ? ਸੋਚਣਾ ਨਹੀਂ, ਕੀਵੀ ਜੀ। ਹਾਂ ਸੋਚਣਾ ਨਹੀਂ ਹੈ। ਮਹਿੰਦਰ ਗੁਰੂ ਅਮਰਦਾਸ ਜੀ ਦੀ ਵਾਈਫ ਦਾ ਨਾਮ? ਹਿੰਦੂ ਧਰਮ ਦੇ ਨਾਂ ਤੇ ਹੈ, ਆਪਣੇ ਮਾਤਾ ਖੀਵੀ। ਐਮ ਤੋਂ ਹੈ, ਐਮ ਤੋਂ। ਮਾਤਾ ਹੰਸਾ ਦੇਵੀ। ਹੰਸਾ ਦੇਵੀ। ਓਕੇ, ਗੁਰੂ ਹਰਗੋਬਿੰਦ ਸਾਹਿਬ ਜੀ ਉਸ ਵਾਈਫ ਦਾ ਨਾਮ ਜਿਹਦੇ ਤੋਂ ਗੁਰੂ ਹਰਗੋਬਿੰਦ ਜਦੋਂ ਜਿੱਤੋਂ ਗੁਰੂ ਤੇਗ ਬਹਾਦਰ ਪੈਦਾ ਹੋਏ? ਵਜ਼ੀਰ ਜੀ? ਨਾਨਕੀ। ਨਾਨਕੀ। ਜਿਹਦੇ ਤੋਂ ਬਾਬਾ ਗੁਰਦਿੱਤਾ ਪੈਦਾ ਹੋਏ? ਮਾਤਾ ਦਮੋਦਰੀ ਜੀ। ਦਮੋਦਰੀ ਜੀ, ਬਿਲਕੁਲ ਠੀਕ ਹੈ। ਬਬਲੀ ਗੁਰੂ ਹਰਰਾਜ ਸਾਹਿਬ ਦੀ ਵਾਈਫ ਦਾ ਨਾਮ? ਨਵਤੇਜ? ਕ੍ਰਿਸ਼ਨ ਕੌਰ। ਨਵਤੇਜ ਅੱਛਾ ਹੋ ਹਾਂਜੀ ਗਿਆ। ਕ੍ਰਿਸ਼ਨ ਕੌਰ। ਨਵਤੇਜ ਗੁਰੂ ਤੇਗ ਬਹਾਦਰ ਜੀ ਦੀ ਵਾਈਫ ਦਾ ਨਾਮ? ਮਾਤਾ ਗੁਜਰੀ। ਪਰਮਜੀਤ ਗੁਰਦੀਪ ਗੁਰੂ ਗੋਬਿੰਦ ਸਿੰਘ ਜੀ ਦੀ ਵਾਈਫ ਦਾ ਨਾਮ, ਸਭ ਤੋਂ ਪਹਿਲੀ ਵਾਈਫ ਦਾ ਨਾਮ? ਮਾਤਾ ਜੀਤੋ ਜੀ। ਜਿਹੜੇ ਉਹਨਾਂ ਦੇ 4 ਸਾਹਿਬਜ਼ਾਦੇ ਨੇ ਉਹ ਕਿਹੜੀ ਮਾਤਾ ਦੇ ਵਿੱਚੋਂ ਨੇ? ਕਹਿੰਦੇ ਵੀ ਜਿਹੜੇ ਵੱਡੇ ਸਾਹਿਬ ਬਾਬਾ ਅਜੀਤ ਸਿੰਘ ਜੀ ਉਹ ਮਾਤਾ ਜੀਤੋ ਜੀ ਉਹਨਾਂ ਦੇ ਸੀਗੇ। ਜਿਹੜੇ 3 ਜਿਹੜੇ ਬਾਬਾ ਜੀ ਜੁਝਾਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਜ਼ੋਰਾਵਰ ਸਿੰਘ, ਉਹ ਸੀਗੇ ਮਾਤਾ ਸੁੰਦਰੀ ਜੀ ਦੇ। ਇਹ ਉਲਟਾ ਨਹੀਂ ਹੈ ਜੋ ਤੁਸੀਂ ਕਿਹਾ? ਉਲਟਾ ਹੈ। ਉਲਟਾ ਹੈ ਨਾ? ਪਰਮਜੀਤ ਤੁਹਾਨੂੰ ਦੱਸੇ ਕਿ ਹਾਂ ਪਰਮਜੀਤ। ਮਾਤਾ ਸੁੰਦਰੀ ਦਾ ਮੁੰਡਾ ਸੀਗਾ ਅਜੀਤ ਸਿੰਘ, ਬਾਬਾ ਅਜੀਤ ਸਿੰਘ, ਤੇ ਜਿਹੜੇ 3 ਜਿਹੜੇ ਸੀਗੇ ਜੁਝਾਰ ਸਿੰਘ, ਫਤਿਹ ਸਿੰਘ, ਜ਼ੋਰਾਵਰ ਸਿੰਘ, ਉਹ ਸੀਗੇ ਮਾਤਾ ਜੀਤੋ ਦੇ। ਇਹ ਹੈ ਉਲਟਾ ਹੈ, ਇਹ ਹੈ। ਔਰ ਅਜੀਤ ਸਿੰਘ ਜੰਮਿਆ ਹੈ ਜਦੋਂ ਉਹਨਾਂ ਨੂੰ ਪੌਂਟਾ ਸਾਹਿਬ ਲੈ ਗਏ ਨੇ ਮਾਤਾ ਸੁੰਦਰੀ ਨੂੰ, ਗੁਰੂ ਗੋਬਿੰਦ ਸਿੰਘ ਜੀ, ਉਹ ਉੱਥੇ ਪਹਿਲਾਂ ਉਹ ਹੋਇਆ। ਠੀਕ ਹੈ, ਕਈ ਕਹਿੰਦੇ ਨੇ ਇੱਕੋ ਹੀ ਵਾਈਫ ਹੈ, ਕਈ ਕਹਿੰਦੇ ਨੇ ਇਹਨਾਂ ਨੇ। ਡੋਂਟ ਵਰੀ ਅਬਾਊਟ ਦੈਟ ਕਿੰਨੇ ਨੰਬਰ ਨੇ। ਗੁਰੂ ਅਰਜਨ ਬਬਲੀ ਗੁਰੂ ਅਰਜਨ ਦੇਵ ਜੀ ਦੇ ਕਿੰਨੇ ਬੱਚੇ ਨੇ? ਉਹਨਾਂ ਦਾ ਇੱਕ ਲੜਕਾ। ਕਿਹੜਾ? ਗੁਰੂ ਹਰਗੋਬਿੰਦ ਸਿੰਘ ਜੀ। ਇਹ ਸੋ ਵੀ ਗਲਤ ਬੋਲਦੀ ਹੈ, ਹਰਗੋਬਿੰਦ ਸਿੰਘ। ਉਹਨਾਂ ਦੇ ਨਾਲ ਸੌਰੀ ਅੱਜ ਹਰਗੋਬਿੰਦ ਸਿੰਘ ਜੀ ਨਾਂ ਦੇ ਨਾਲ ਸਿੰਘ ਨਾ ਲਾਇਆ ਕਰੋ। ਹਰਗੋਬਿੰਦ ਵੀ ਕਹਿੰਦੀ ਗੁਰੂ ਹਰਗੋਬਿੰਦ ਸਿੰਘ ਜੀ। ਗੁਰੂ ਹਰਗੋਬਿੰਦ ਗੁਰੂ ਹਰਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਦੇ ਵਕਤ ਸ਼ੁਰੂ ਹੋਇਆ। ਅੱਛਾ ਠੀਕ ਤੇ ਗੁਰੂ ਹਰਗੋਬਿੰਦ ਕੋ ਉਹ ਤੁਸੀਂ ਨਾਂ ਕੱਢੋ। ਹਰਗੋਬਿੰਦ। ਓਕੇ, ਲਾਸਟ ਹੈ ਤੁਹਾਡੇ ਕੋਲੋਂ ਪਰਮਜੀਤ ਜੀ ਕਿ ਗੁਰੂ ਅਰਜਨ ਦੇਵ ਜੀ ਦੀ ਕਿੰਨੀਆਂ ਕੰਪੋਜੀਸ਼ਨਾਂ ਨੇ? 2218 2218। ਵੈਲ ਡਨ। ਦੇਖੋ ਜੀ ਕੁੜੀ ਨੇ ਅੰਗਰੇਜ਼ੀ ਵੀ ਬੋਲੀ ਹੈ, ਟ੍ਰਾਂਸਲੇਟ ਵੀ ਕਰ। ਕਮਾਲ ਹੈ। ਜਿਨ੍ਹਾਂ ਨੂੰ ਉਹਨੇ ਕਿਹਾ ਸ਼ਾਇਦ ਟੀਚਰ ਨੂੰ ਅੰਗਰੇਜ਼ੀ ਨਹੀਂ ਸਮਝ ਆਉਣੀ, ਮੈਂ ਉਹਨੂੰ ਕਹਿ ਦਿਆ 2000। ਅੱਛਾ, ਵੈਲ ਡਨ। ਓਕੇ, ਗੁਰਦੀਪ ਜੀ ਤੁਸੀਂ ਵੀ ਹਰ ਸਵਾਲ ਦਾ ਜਵਾਬ ਦੇ ਰਹੇ ਹੋ। ਤੁਸੀਂ ਦੱਸ ਦਿਓ ਗੁਰੂ ਨਾਨਕ ਸਾਹਿਬ ਦੀ ਕੰਪੋਜੀਸ਼ਨ। 974। ਗੁਰੂ ਅੰਗਦ? 63 ਸ਼ਲੋਕ। ਗੁਰੂ ਅਮਰਦਾਸ?
907, गुरु रामदास, 679, गुरु तेग बहादुर, 115. ओके। नवतेज, गुरु नानक साहब ਦੀ ਸਭ ਤੋਂ ਇੰਪੋਰਟੈਂਟ ਕੰਪੋਜੀਸ਼ਨ ਦਾ ਨਾਮ ਦੱਸੋ। ਜਪਜੀ ਸਾਹਿਬ। ਜਪਜੀ ਸਾਹਿਬ ਤੋਂ ਇਲਾਵਾ। ਜਪਜੀ ਸਾਹਿਬ ਤੋਂ ਇਲਾਵਾ ਸਿੱਧ ਗੋਸ਼ਟ। ਸਿੱਧ ਗੋਸ਼ਟ ਹੋਰ। ਸਿੱਧ ਗੋਸ਼ਟ ਕਿਹੜੇ ਰਾਗ ਦੀ ਹੈ? ਰਾਗ ਰਾਮਕਲੀ। ਐਕਸੀਲੈਂਟ, ਬਿਲਕੁਲ ਠੀਕ ਹੈ। ਸਿੱਧ ਗੋਸ਼ਟ ਤੇ ਰਾਗ ਰਾਮਕਲੀ, ਬਿਲਕੁਲ ਠੀਕ ਹੈ। ਮਹਿੰਦਰ, ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਇੰਪੋਰਟੈਂਟ ਕੰਪੋਜੀਸ਼ਨ ਦਾ ਨਾਮ ਦੱਸੋ। ਸੁਖਮਨੀ ਸਾਹਿਬ ਜੀ। ਹਾਂਜੀ, ਸੁਖਮਨੀ ਸਾਹਿਬ। ਸੁਖਮਨੀ ਸਾਹਿਬ। ਤੁਸੀਂ ਰੋਜ਼ ਪਾਠ ਕਰਦੇ ਹੋ ਸੁਖਮਨੀ ਸਾਹਿਬ ਦਾ? ਰੋਜ਼ ਨਹੀਂ ਕਰਦੇ ਪਰ ਕਦੇ ਕਦੇ ਜ਼ਰੂਰ ਕਰਦੇ ਹਾਂ ਜੀ। ਕਦੇ ਕਦੇ ਕਰਦੇ ਹੋ। ਉਹਦੇ ਵਿੱਚ ਕਿੰਨੀਆਂ ਅਸ਼ਟਪਦੀਆਂ ਤੇ ਕਿੰਨੇ ਸ਼ਲੋਕ? ਉਹ ਤੇ 24 ਅਸ਼ਟਪਦੀਆਂ ਤੇ 24 ਸ਼ਲੋਕ ਹੈ। ਵੈਰੀ ਗੁੱਡ, ਵੈਰੀ ਗੁੱਡ। ਗੁਰੂ ਅਰਜਨ ਦੇਵ ਜੀ ਦੀ ਇੱਕ ਹੋਰ ਲੌਂਗ ਕੰਪੋਜੀਸ਼ਨ ਦਾ ਨਾਮ ਦਵਿੰਦਰ ਬੋਲ। ਦਵਿੰਦਰ, ਜਿਹੜੇ ਮੰਥਸ ਦੇ ਨਾਮ। ਜਸਵੀਰ ਬੋਲਣਾ ਚਾਹੁੰਦੀ ਹੈ? ਹਾਂ ਬੋਲ। ਹਾਂਜੀ, ਰਾਗ ਮਾਝ। 12 ਰਾਗ ਮਾਝ। 12 ਮਾਹ ਕਹਤੇ ਹੋ ਨਾ, ਰਾਗ ਮਾਝ ਵਿੱਚ 12 ਮਾਹ। ਓਕੇ ਦਵਿੰਦਰ, 12 ਮਾਹ ਕਿਸੇ ਹੋਰ ਗੁਰੂ ਦਾ ਵੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ? ਹਾਂਜੀ, ਗੁਰੂ ਨਾਨਕ ਦੇਵ ਜੀ। ਕਿਹੜੇ ਰਾਗ ਵਿੱਚ? ਹਾਂ ਬੋਲ ਬੋਲ ਬਿਬਲੀ। ਰਾਗ ਤੁਖਾਰੀ ਵਿੱਚ। ਰਾਗ ਤੁਖਾਰੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਬਹੁਤ ਅੱਛੇ ਤੁਸੀਂ ਸਾਰਿਆਂ ਨੇ ਜਵਾਬ ਦਿੱਤੇ ਨੇ। ਕੁਝ ਕੁਐਸਚਨ ਅਸੀਂ ਸ੍ਰੀ ਰਾਗ ਦੇ ਵੀ ਕਰਨੇ ਨੇ। ਉਸ ਤੋਂ ਪਹਿਲਾਂ ਕਿ ਅਸੀਂ ਉੱਥੇ ਜਾਈਏ, ਬਹੁਤ ਦੇਰ ਹੋ ਗਈ ਤੁਹਾਡੇ ਕੋਲ ਨਹੀਂ ਪੁੱਛਿਆ, ਸ਼ਾਇਦ ਭੁੱਲ ਭੱਲ ਨਾ ਗਏ ਹੋ। ਮੈਂ ਪਰਮਜੀਤ ਤੋਂ ਸ਼ੁਰੂ ਕਰਦਾ। ਪਰਮਜੀਤ, ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਪੇਜ ਨੇ ਉਹਨੂੰ ਅਸੀਂ ਕੀ ਕਹਿੰਦੇ ਆ? ਉੱਥੇ ਕਿਹੜੀ ਬਾਣੀ ਆ? ਨਿਤਨੇਮ ਸੈਕਸ਼ਨ ਹੈ। ਉੱਥੇ ਨਿਤਨੇਮ ਦੀ ਬਾਣੀ ਹੈ ਜੋ ਕਹਿੰਦੇ ਆ ਉਹਨੂੰ। ਨਿਤਨੇਮ ਦੀ ਬਾਣੀ ਚ ਹੈਡਿੰਗ ਬੋਲਦੇ ਕਿਹੜੇ ਕਿਹੜੇ ਨੇ? ਅੱਛਾ, ਜਪਜੀ ਸਾਹਿਬ, ਸੋਦਰ, ਸੋਪੁਰਖ, ਕੀਰਤਨ, ਸੋਹਿਲਾ। ਵੈਰੀ ਗੁੱਡ। ਜਪਜੀ ਸਾਹਿਬ, ਸੋਦਰ, ਸੋਪੁਰਖ ਤੇ ਸੋਹਿਲਾ। ਓਕੇ। ਜਪਜੀ ਸਾਹਿਬ ਦੇ ਵਿੱਚ ਕਿੰਨੀਆਂ ਪੌੜੀਆਂ ਤੇ ਕਿੰਨੇ ਸ਼ਲੋਕ? 2 ਸ਼ਲੋਕਾਂ ਤੇ 38 ਪੌੜੀਆਂ ਆ। ਗੁਰਦੀਪ, ਸੋਦਰ ਦੇ ਕਿੰਨੇ ਸ਼ਬਦ ਨੇ? ਸੋਦਰ ਦੇ ਪੰਜ ਸ਼ਬਦ ਆ। ਕਿਹੜੇ ਕਿਹੜੇ ਗੁਰੂ ਦੇ ਨੇ? ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਜੀ। ਨੰਬਰ ਵੀ ਦੱਸੋ। ਚੱਲ ਪਰਮਜੀਤ। ਨਾਨਕ ਦੇਵ ਜੀ ਤੇ ਹਾਂਜੀ, 3 ਗੁਰੂ ਨਾਨਕ ਦੇਵ ਜੀ। 3 ਗੁਰੂ ਨਾਨਕ ਦੇਵ ਜੀ। ਦਵਿੰਦਰ, ਮੈਂ ਪੁੱਛਾਂਗਾ ਪਲੀਜ਼। ਅੱਛਾ, ਹਾਂਜੀ ਸਰ, 3 ਗੁਰੂ ਨਾਨਕ ਦੇਵ ਜੀ ਦਾ, ਇੱਕ ਗੁਰੂ ਰਾਮਦਾਸ ਜੀ ਦਾ, ਇੱਕ ਗੁਰੂ ਅਰਜਨ ਜੀ ਦਾ। ਓਕੇ। ਨਵਤੇਜ, ਸੋਪੁਰਖ ਚ ਕਿੰਨੇ ਸ਼ਬਦ ਨੇ? 4 ਸ਼ਬਦ ਨੇ। ਕਿਹੜੇ ਕਿਹੜੇ ਗੁਰੂ ਦੇ? ਤੇ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਬਦ ਹੈ, ਗੁਰੂ ਰਾਮਦਾਸ ਜੀ ਦੇ 2 ਸ਼ਬਦ ਨੇ ਤੇ ਗੁਰੂ ਅਰਜਨ ਦੇਵ ਜੀ ਦਾ ਇੱਕ ਸ਼ਬਦ ਹੈ। ਤੇ ਇਹ ਸਾਰੇ ਰਾਗ ਗੁਜਰੀ ਦੇ ਵਿੱਚ ਨੇ। ਨਾ ਨਾ, ਰਾਗ ਆਸਾ ਦੇ। ਰਾਗ ਆਸਾ। ਓਕੇ। ਹੁਣ ਬੋਲ ਦਵਿੰਦਰ, ਤੇਰੀ ਵਾਰੀ ਹੈ। ਸੋਹਿਲੇ ਵਿੱਚ ਕਿੰਨੇ ਸ਼ਬਦ ਨੇ? ਇਹਦੇ ਵਿੱਚ 5 ਸ਼ਬਦ ਆ ਤੇ ਇੱਕ ਗੁਰੂ ਨਾਨਕ ਦੇਵ ਜੀ ਦੇ 3 ਸ਼ਬਦ ਆ ਤੇ ਗੌੜੀ ਦੀਪਕੀ ਕੇ ਆਸਾ ਦਾ ਤੇ ਧਨਾਸਰੀ ਤੇ 2 ਇੱਕ ਹੈਗਾ ਚੌਥੇ ਗੁਰੂ ਰਾਮਦਾਸ ਜੀ ਦਾ ਗੌੜੀ ਪੂਰਵੀ ਤੇ ਅਰਜਨ ਦੇਵ ਜੀ ਦਾ ਗੌੜੀ ਪੂਰਵੀ ਵੱਲ। ਓਕੇ। ਸੋ ਸੋਦਰ ਦੇ ਤੁਸੀਂ 5 ਸ਼ਬਦ ਨੇ। ਇਹ ਹੁਣ ਆਈ ਕਮ ਬੈਕ ਟੂ ਗੁਰਦੀਪ ਜਾਂ ਵਜ਼ੀਰ ਜੀ। ਸੋਦਰ ਦੇ 5 ਸ਼ਬਦ ਕਿਹੜੇ ਰਾਗ ਦੇ ਨੇ? ਸੋਦਰ ਦੇ ਹੈਗੇ ਆ ਪਰਮਜੀਤ। 3 ਰਾਗ ਆਸਾ ਦੇ, ਜਿਹੜੇ ਗੁਰੂ ਨਾਨਕ ਦੇਵ ਜੀ ਦੇ ਆ, ਤੇ ਜਿਹੜੇ ਗੁਰੂ ਅਰਜਨ ਦੇਵ ਜੀ ਦਾ ਤੇ ਗੁਰੂ ਰਾਮਦਾਸ ਜੀ, ਉਹ ਰਾਗ ਗੁਜਰੀ ਦੇ ਆ। ਬਿਲਕੁਲ ਠੀਕ। ਆਸਾ ਤੇ ਗੁਜਰੀ ਰਾਗ ਇਹ ਹੈਗੇ ਨੇ ਸੋਦਰ ਦੇ ਸ਼ਬਦ। ਸੋਪੁਰਖ ਦੇ ਸਾਰੇ ਰਾਗ ਆਸਾ ਦੇ ਨੇ। ਤੇ ਸੋਹਿਲੇ ਦੇ ਵਿੱਚ ਥੋੜਾ ਜਿਹਾ ਚੇਂਜ ਹੈ ਕਿ ਪਹਿਲਾ ਗੌੜੀ ਦੀਪਕੀ, ਫਿਰ ਆਸਾ, ਫਿਰ ਧਨਾਸਰੀ, ਫਿਰ ਗੌੜੀ ਪੂਰਵੀ। ਬਿਲਕੁਲ ਠੀਕ ਹੈ ਸਾਰਿਆਂ ਨੂੰ, ਤੁਸੀਂ ਬਹੁਤ ਵਧੀਆ ਜਵਾਬ ਦਿੱਤਾ। ਹੁਣ ਸਾਡੇ ਕੋਲ ਹੈ ਰਾਗ ਕਾਂਡਰਾ ਤੇ ਬਾਕੀ ਜਿਹੜੇ ਸ਼ਬਦ ਨੇ। ਹੁਣ ਤੁਸੀਂ ਅਗਰ ਨਹੀਂ, ਪਹਿਲਾਂ ਥੋੜੇ ਜਿਹੇ ਕੁਐਸਚਨ ਰਹਿ ਗਏ ਨੇ, ਉਹ ਕਰ ਲਈਏ, ਫਿਰ ਰਾਗ ਕਾਂਡਰਾ ਤੇ ਆਉਂਦੇ।
ਰਾਗ ਆਸਾ ਦੇ ਸ਼ਬਦ, ਰਾਗ ਸ੍ਰੀ ਰਾਗ ਦੇ ਸ਼ਬਦ। ਉਸ ਤੋਂ ਪਹਿਲਾਂ ਸ੍ਰੀ ਰਾਗ ਤੇ ਅਸੀਂ ਪਹੁੰਚੀਏ, ਨਵਤੇਜ ਤੇ ਸ਼ੁਰੂ ਕਰਦੇ ਹਾਂ। The Sikh holy book Guru Granth Sahib has 1430 pages. ये ठीक है? Do you agree with this? ਹਾਂਜੀ ਅਗਰ ਤੁਸੀਂ ਕੁਰਾਨ ਵਿੱਚੋਂ ਕੋਈ ਆਇਤ ਕੱਢਣੀ ਹੈ ਤੇ ਹੁਣ ਤੁਹਾਨੂੰ ਪਤਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ 1430 ਪੇਜ ਹੈ, ਤੁਹਾਨੂੰ ਕਿਹਾ ਜਾ ਸਕਦਾ ਹੈ ਤੁਸੀਂ ਪੇਜ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹਾਂ ਰੋਜ਼ ਸਵੇਰੇ, ਇਹ ਗੁਰੂ ਦਾ ਸ਼ਬਦ ਹੈ, ਇਸ ਪੇਜ ਤੇ ਆ, ਤੇ ਤੁਸੀਂ ਝੱਟ ਲੱਭ ਲੈਂਦੇ ਹੋ। ਤੁਸੀਂ ਅਗਰ, ਕਿਉਂਕਿ ਕੁਰਾਨ ਦੇ ਵਿੱਚ ਪੇਜਿਸ ਸਟੈਂਡਰਡਾਈਜ਼ ਨਹੀਂ ਹੈ, ਤੁਸੀਂ ਕੁਰਾਨ ਦੇ ਵਿੱਚ ਕੋਈ ਆਇਤ ਪੜ੍ਹਨੀ ਹੈ ਤੇ ਕਿਵੇਂ ਲੱਭੋਗੇ? ਉਹ ਹਰ ਇੱਕ ਆਇਤ ਤੇ ਨੰਬਰ ਕੀਤੇ ਹੋਏ ਨੇ, ਤੇ ਉਹ ਫਿਰ ਜੇ ਤੁਹਾਨੂੰ ਨੰਬਰ ਪਤਾ ਹੋਏਗਾ ਫਿਰ ਉਹ ਤੁਸੀਂ ਨੰਬਰ ਤੋਂ ਆਇਤ ਕਿਹਨੂੰ ਕਹਿੰਦੇ ਹੋ? ਆਇਤ ਜਿੱਦਾਂ ਮਤਲਬ ਕਿ ਪੈਰਾਗ੍ਰਾਫ ਕਹਿ ਲਓ ਜਾਂ ਕੰਪੋਜੀਸ਼ਨ। ਗੁਰਦੇਵ ਕੁਝ ਕਹਿਣਾ ਚਾਹੁੰਦਾ? ਹਾਂਜੀ। ਸੁਰਾ ਕਹਿੰਦੇ ਉਹਨਾਂ ਨੂੰ। ਨਹੀਂ, ਮੇਰੇ ਸਵਾਲ ਤੇ ਆਓ। ਤੁਸੀਂ ਕੁਰਾਨ ਵਿੱਚੋਂ ਕੁਝ ਲੱਭਣਾ ਹੈ ਤੇ ਕਿਸੇ ਨੂੰ ਕੋਈ ਰੈਫਰੈਂਸ ਭੇਜਣਾ, ਤੇ ਕੀ ਫਿਰ ਰੈਫਰੈਂਸ ਭੇਜੋਗੇ? ਉੱਥੇ ਰੈਫਰੈਂਸ ਭੇਜੋਗੇ ਚੈਪਟਰ ਦਾ, ਇੰਨੇ ਚੈਪਟਰ ਦੇ ਵਿੱਚ ਇੰਨੀ ਸੁਰਾ ਜਾਂ ਇੰਨੀ ਆਇਤ ਹੈ, ਓਨਲੀ ਦੈਨ ਯੂ ਕੈਨ ਫਾਈਂਡ, ਕਿਉਂਕਿ ਉਹਨਾਂ ਦੇ ਸਟੈਂਡਰਡਾਈਜ਼ ਪੇਜਿਸ ਨਹੀਂ ਹੈਗੇ। ਗੁਰਦੁਆਰੇ ਦੇ ਬਾਹਰ ਇੱਕ ਫਲੈਗ ਲੱਗਾ ਹੁੰਦਾ। ਮਹਿੰਦਰ ਜੀ, ਕਿਹੜੇ ਗੁਰੂ ਸਾਹਿਬ ਦੇ ਵਕਤ ਤੁਹਾਡਾ ਖਿਆਲ ਹੈ ਫਲੈਗ ਲਗਾਉਣਾ ਸ਼ੁਰੂ ਹੋਇਆ? ਮੇਰਾ ਖਿਆਲ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਹਾਂਜੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਬਿਲਕੁਲ ਠੀਕ ਹੈ, ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਸ਼ੁਰੂ ਹੋਇਆ। ਕਿਸੇ ਹੋਰ ਧਰਮ ਦੇ ਬਾਹਰ ਤੁਸੀਂ ਫਲੈਗ ਦੇਖਿਆ? ਚਰਚ ਦੇ ਬਾਹਰ? ਹਿੰਦੂ ਧਰਮ ਦੇ ਬਾਹਰ ਹੁੰਦਾ ਆ। ਮੌਸਕ ਦੇ ਬਾਹਰ ਨਹੀਂ। ਮੌਸਕ ਦੇ ਬਾਹਰ ਜਾਂ ਚਰਚ ਦੇ ਬਾਹਰ ਤੇ ਕੋਈ ਐਸਾ ਝੰਡਾ ਨਹੀਂ ਹੈ। ਹਿੰਦੂ ਧਰਮ 'ਚ ਪਹਿਲਾਂ ਕੋਈ ਝੰਡਾ ਨਹੀਂ ਸੀ ਹੁੰਦਾ, ਹੁਣ ਉਹਨਾਂ ਨੇ ਕੋਈ ਪੀਲਾ ਝੰਡਾ ਕਿਸੇ ਮੰਦਿਰ ਤੇ ਲਾਤਾ, ਲੇਕਿਨ ਹਰ ਮੰਦਿਰ ਦੇ ਬਾਹਰ ਝੰਡਾ ਨਹੀਂ ਹੈ, ਉਹ ਸਿਰਫ ਗੁਰਦੁਆਰਿਆਂ ਦੇ ਬਾਹਰ ਹੀ ਆ। ਕੱਲ ਇੱਕ ਬਹੁਤ ਵੱਡੀ ਬਹਿਸ ਹੋ ਰਹੀ ਸੀ ਟੀਵੀ ਤੇ ਕਿ ਜਿਹੜਾ ਕੇਸਰੀ ਝੰਡਾ ਉਹਨਾਂ ਨੇ ਰੈੱਡ ਫੋਰਟ ਜਾ ਕੇ ਲਾਇਆ, ਉਹ ਗਲਤ ਸੀ ਕਿ ਠੀਕ ਸੀ? ਕਿਉਂਕਿ ਬੰਦਾ ਉਹਨਾਂ ਨੇ ਪੜ੍ਹ ਲਿਆ। ਮੇਰਾ ਨਹੀਂ ਖਿਆਲ ਉਹ ਕੇਸ ਚੱਲ ਸਕਦਾ, ਕੇਸ ਵਿੱਚੋਂ ਬਰੀ ਹੋ ਜਾਏਗਾ, ਕਿਉਂਕਿ ਜਿਹੜਾ ਤੁਹਾਡਾ ਤਿਰੰਗਾ ਝੰਡਾ ਉਹ ਡਿਫਰੈਂਟ ਜਗ੍ਹਾ ਤੇ ਲੱਗਾ ਹੋਇਆ। ਹਾਂਜੀ, ਜਿੱਥੇ ਇਹਨੇ ਕੇਸਰੀ ਨਿਸ਼ਾਨ ਸਾਹਿਬ ਲਾਇਆ ਉਹ ਇੱਕ ਵੱਖਰਾ ਪੋਲ ਸੀ। ਹਾਂਜੀ। ਕੱਲ ਇੱਕ ਬੰਦਾ ਕਹਿ ਰਿਹਾ ਸੀ ਜਦੋਂ ਕੇਸਰੀ ਨਿਸ਼ਾਨ ਸਾਹਿਬ ਬਣਿਆ ਉਦੋਂ ਤਿਰੰਗਾ ਤੇ ਜੰਮਿਆ ਵੀ ਨਹੀਂ ਸੀ। ਬਿਲਕੁਲ। ਤਿਰੰਗੇ ਨੂੰ ਜਨਮ ਦੇਣ ਵਾਲੇ ਅਸੀਂ ਹਾਂ। ਅਸੀਂ ਹੀ ਜਦੋਂ ਕੁਰਬਾਨੀਆਂ ਦਿੱਤੀਆਂ ਤੇ ਇੰਡੀਅਨ ਹਕੂਮਤ ਆਈ ਹੈ ਤੇ ਤਿਰੰਗਾ ਆਇਆ। ਕੇਸਰੀ ਨਿਸ਼ਾਨ ਤੇ ਜਦ ਦਾ, ਜਿਸ ਤਰ੍ਹਾਂ ਹੁਣ ਕਿਹਾ ਗੁਰੂ ਹਰਗੋਬਿੰਦ ਸਾਹਿਬ ਦੇ ਵਕਤ ਦਾ ਖਾਲਸਾਈ ਨਿਸ਼ਾਨ ਆ ਉਹ। ਇਹ ਹੁਣ ਕੋਈ ਹਿਸਟਰੀ ਉਹਨਾਂ ਨੂੰ ਜਾ ਕੇ ਦੱਸੇਗਾ ਤੇ ਪਤਾ ਲੱਗੇਗਾ ਨਾ। ਪਰ ਹਰ ਗੁਰਦੁਆਰੇ ਦੇ ਬਾਹਰ ਇਹ ਇੱਕ, ਵੈਸੇ ਅਪਾਰਟ ਫਰੋਮ ਵੀ ਤੁਹਾਡਾ ਇਮੋਸ਼ਨਲ ਸਾਈਨ ਹੈ, ਇਹਦਾ ਹੋਰ ਤੁਹਾਨੂੰ ਕੀ ਮਦਦ ਮਿਲਦੀ ਹੈ ਇਹਦੇ ਨਾਲ? ਇਹ ਸਾਈਨ ਐਕਟ ਤੋਂ ਪਤਾ ਲੱਗਦਾ ਵੀ ਇਹ ਗੁਰਦੁਆਰਾ ਹੈ। ਦੂਰ ਵੀ ਤੁਸੀਂ ਕਿਸੇ ਕਾਰ ਤੇ ਜਾ ਰਹੇ ਹੋ ਔਰ ਤੁਹਾਨੂੰ ਮਹੱਲਾ ਵਗੈਰਾ ਨਹੀਂ ਪਤਾ ਕਿ ਗੁਰਦੁਆਰਾ ਕਿੱਥੇ ਹੈ, ਤੇ ਕਈ ਵਾਰੀ ਤੁਹਾਨੂੰ ਫਿਰ ਨਿਸ਼ਾਨ ਸਾਹਿਬ ਦਿਸ ਪੈਂਦਾ। ਨਿਸ਼ਾਨ ਸਾਹਿਬ ਦੀ ਸੇਵਾ। ਐਂਡ ਜਸਟ ਯੂ ਫੋਲੋ ਦੈਟ। ਇਹ ਸਾਡੇ ਨਾਲ ਹੋਈ ਜੀ, ਬਹੁਤ 2-4 ਵਾਰੀ ਇਦਾਂ ਹੋਈ ਹੈ ਜੀ। ਅੱਛਾ। ਹਾਂਜੀ, ਅਸੀਂ ਗੁਰਦੁਆਰਾ ਲੱਭਦੇ ਜਾਂ ਨਿਸ਼ਾਨ ਸਾਹਿਬ ਫੇਰ ਸਟਰੀਟ ਭੁੱਲ ਗਏ। ਸ੍ਰੀ ਰਾਗ ਦੇ ਬਾਰੇ ਕਿਹਨੇ ਨਿਰਦੇਸ਼ ਤਿਆਰ ਕੀਤਾ ਕੁਝ? ਪਰਮਜੀਤ ਨੇ। ਕੋਈ ਚੀਜ਼ ਵੈਸੇ ਪਰਮਜੀਤ ਤੋਂ ਬਿਨਾ ਹੋ ਸਕਦੀ ਹੈ ਇਸ ਕਲਾਸ ਵਿੱਚ? ਸਾਰਾ ਕੁਝ ਹੋ ਸਕਦਾ ਹੈ। ਔਰ ਅੱਜ ਇनको 5 ਮਿੰਟ ਫਾਈਨ ਲਾਓ, ਸਭ ਤੋਂ ਲੇਟ ਆਈ ਹੈ। ਔਰ ਗੁਰਦੀਪ ਨੇ ਫੋਨ ਕੀਤਾ, ਨਵਤੇਜ ਨੇ ਫੋਨ ਕੀਤਾ, SS ਕਪੂਰ ਨੇ ਫੋਨ ਕੀਤਾ ਤਾਂ ਆਈ ਹੈ। 5 ਪਾਉਂਡ ਤੇ ਬਣਦੇ ਨੇ। ਹੈ ਵੈਸੇ ਅਮੀਰ ਬਹੁਤ ਕੁੜੀ ਹੈ, 10 ਦੇ ਦੇਗੀ। ਅੱਛਾ ਇਹ ਦੱਸ, ਜੇ ਤੂੰ ਪੜ੍ਹਿਆ ਸ੍ਰੀ ਰਾਗ, ਇਹ ਕਿਹੜੇ ਵਕਤ ਗਾਇਆ ਜਾਂਦਾ? probably going back to the Shiv time.
ਇਹ ਜਿਹੜਾ ਰਾਗ ਹੈ ਰਾਗਾਂ ਦੇ ਗਾਣ ਦੇ ਟਾਈਮਿੰਗ ਨੇ। ਕਿਹੜਾ ਟਾਈਮ ਹੈ ਇਹਦਾ? ਟਾਈਮ ਹੈਗਾ 12 ਤੋਂ 3 ਦੁਪਹਿਰ ਦਾ। ਠੀਕ ਠੀਕ ਦੁਪਹਿਰ ਦਾ, ਬਿਲਕੁਲ ਠੀਕ ਹੈ। the third hour of the day. ਅੱਛਾ, ਇਹਦੇ ਵਿੱਚ ਕਿਹੜੇ ਕਿਹੜੇ ਗੁਰੂ ਸਾਹਿਬ ਦੀ ਬਾਣੀ ਹੈ? ਗੁਰੂ ਨਾਨਕ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ। ਤੇ ਕਿਹੜੇ ਭਗਤ ਦੀ ਬਾਣੀ ਹੈ? ਭਗਤ ਕਬੀਰ, ਭਗਤ ਤਿਲੋਚਨ, ਭਗਤ ਭੈਣੀ ਤੇ ਭਗਤ ਰਵਿਦਾਸ। ਭਗਤ ਕਬੀਰ ਦੇ ਕਿੰਨੀਆਂ ਕੰਪੋਜੀਸ਼ਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ? 541। ਬਿਲਕੁਲ ਠੀਕ ਹੈ, ਡਰ ਕੇ ਨਾ ਬੋਲਿਆ ਕਰ, ਤੈਨੂੰ ਸ਼ੇਰ ਨਹੀਂ ਕਿਹਾ ਹੋਣਾ। 541। That's the guess, Dr. ਜੀ। ਰਾਗ ਮਾਝ ਦਾ ਸਰਦਾਰ ਗੁਰਦੀਪ ਸਿੰਘ ਜੀ ਬੋਲਣਗੇ। ਜੀ ਡਾਕਟਰ ਸਾਹਿਬ। ਰਾਗ ਮਾਝ ਇਹ ਕਿਹਾ ਜਾਂਦਾ ਹੈ ਕਿ ਗੁਰੂ ਅਰਜਨ ਦੇਵ ਜੀ ਨੇ ਖੁਦ ਬਣਾਇਆ। Is it right or wrong? Sorry, Dr. G, I just wanted to say something about Sri Rag. ਗੁਰਦੀਪ ਦੀ ਵਾਰੀ ਹੈ। Okay. ਰਾਗ ਮਾਝ, it is said ਕਿ ਰਾਗ ਗੁਰੂ ਅਰਜਨ ਦੇਵ ਜੀ ਨੇ ਖੁਦ ਬਣਾਇਆ। Mhm. Is it right or wrong in your opinion? Dr. Sahab, I can't, I'm not sure. You're not sure. तो अगर नहीं श्योर तो श्योर हो जाओ कि ਇਹ ਰਾਗ ਇੰਡੀਆ ਦੀ ਜਿਹੜੀ ਬਹੁਤ ਸਾਰੀਆਂ ਰਾਗਮਾਲਾ ਨੇ ਉਹਨਾਂ ਦੀ ਲਿਸਟ ਵਿੱਚ ਨਹੀਂ ਹੈਗਾ। ਸੋ there is every probability ਕਿ ਇਹ ਰਾਗ ਗੁਰੂ ਅਰਜਨ ਦੇਵ ਜੀ ਦਾ ਹੈ। ਜਿਸ ਤਰ੍ਹਾਂ ਜੈਜੈਵੰਤੀ ਰਾਗ ਵੀ ਕਿਸੇ ਰਾਗ ਲਿਸਟ ਵਿੱਚ ਨਹੀਂ ਹੈ, ਪਰ ਉਹ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਨੇ ਬਣਾਇਆ, ਜਿਹਦੇ ਵਿੱਚ ਉਹਨਾਂ ਨੇ ਆਪਣੇ ਫਾਦਰ ਦੀ ਬਾਣੀ ਜੋੜੀ ਆ, ਜੈਜੈਵੰਤੀ। ਰਾਗ ਮਾਝ ਦੀ ਇੱਕ ਇੰਪੋਰਟੈਂਟ ਕੰਪੋਜੀਸ਼ਨ, ਲੌਂਗ ਕੰਪੋਜੀਸ਼ਨ ਦੱਸੋ ਗੁਰਦੀਪ ਜੀ। ਇਹ 12ਵਾਂ ਕਿਹੜੇ ਗੁਰੂ ਸਾਹਿਬ ਦਾ? ਗੁਰੂ ਅਰਜਨ ਜੀ। ਓਕੇ, ਮਹਿੰਦਰ ਜੀ ਅਸੀਂ ਹੁਣੇ ਇੱਕ ਸ਼ਬਦ ਕੀਤਾ, ਸ਼ਾਇਦ ਨਹੀਂ ਕੀਤਾ, ਰਾਗ ਮਾਝ ਜੀ ਹਾਂ ਕੀਤਾ, ਜਿਹੜਾ ਬਹੁਤ ਇੰਪੋਰਟੈਂਟ ਸ਼ਬਦ ਹੈ ਗੁਰੂ ਅਰਜਨ ਦਾ, ਔਰ ਜਿਹੜਾ ਇਹ ਕਿਹਾ ਜਾਂਦਾ ਸੀ ਕਿ ਉਹ ਗੁਰੂ ਅਰਜਨ ਦੇਵ ਜੀ ਨੇ ਗੁਰੂ ਬਣਨ ਤੋਂ ਪਹਿਲਾਂ ਉਚਾਰਿਆ। ਮੇਰਾ ਮਨ ਲੁੱਚ ਗੁਰਦਰਸ਼ਨ ਦਾ। ਵੈਰੀ ਗੁੱਡ। ਤੇ ਫਿਰ ਅਗਰ ਗੁਰੂ ਅਰਜਨ ਦੇਵ ਜੀ ਨੇ ਗੁਰੂ ਬਣਨ ਤੋਂ ਪਹਿਲਾਂ ਉਚਾਰਿਆ, ਤੇ ਜੇ ਤੁਸੀਂ ਮੇਰੀ ਕਲਾਸ ਅਟੈਂਡ ਕਰਦੇ ਰਹੇ ਹੋ ਤੇ ਮੈਂ ਕੀ ਰੀਜ਼ਨ ਦਿੱਤਾ ਕਿ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਇਆ ਤੇ ਉਹਦੇ ਵਿੱਚ ਨਾਨਕ ਵਰਡ ਹੈ? ਕਿ ਉਹਨਾਂ ਨੇ ਕਿਉਂਕਿ ਜਿਹੜਾ ਲਾਸਟ ਫੇ ਪਤਾ ਜਿਹੜਾ ਸੀਗਾ ਨਾ, ਕਿਉਂਕਿ ਉਹਨਾਂ ਨੇ ਗੁਰੂ ਬਣਨ ਵੇਲੇ ਉਚਾਰਿਆ ਤਾਂ ਕਰਕੇ ਉਹਦੇ ਚ ਨਾਨਕ ਵਰਡ ਹੈ। ਪਰਮਜੀਤ, ਉਹਦੇ ਫਾਦਰ ਗੁਰੂ ਰਾਮਦਾਸ ਜੀ ਨੇ ਵੀ ਹਿੱਸਾ ਦਿੱਤਾ ਸੀਗਾ ਕੰਪੋਜੀਸ਼ਨ ਦੇ ਵਿੱਚ। ਜਿਹੜੀ ਲਾਸਟ ਲਾਈਨ ਹੈ ਜਿਹੜਾ ਉਹ ਗੁਰੂ ਅਮਰਦਾਸ ਜੀ ਨੇ, ਗੁਰੂ ਰਾਮਦਾਸ ਜੀ ਨੇ ਕੰਪੋਜ਼ ਕੀਤੀ ਹੈ ਗੁਰੂ ਵੇਲੇ, ਤੇ ਉਹਦੇ ਵਿੱਚ ਉਹਨਾਂ ਨੇ ਐਡ ਕੀਤੀ ਸੀ। that is how it was allowed to use the word Guru Nanak. ਇੱਕ ਵਰਡ ਆਉਂਦਾ ਜਿਸ ਵੇਲੇ ਤੁਸੀਂ ਰਾਗ ਪੜ੍ਹਦੇ ਹੋ, ਇੱਕ ਵਰਡ ਆਉਂਦਾ ਥਿਤ। ਤੁਸੀਂ 12 ਮਾਹ ਕਿਹਾ ਹੋਣਾ, 12 ਮਾਹ ਮੀਨਸ 12 ਮਹੀਨੇ। ਥਿਤ ਕਿਹਨੂੰ ਕਹਿੰਦੇ ਹੋ ਵਜ਼ੀਰ ਜੀ? ਸੀਜ਼ਨਸ, ਰੁੱਤਾਂ। ਸੀਜ਼ਨ, ਰੁੱਤਾਂ। ਕੀ ਕਹਿ ਰਹੀ ਹੈ? ਜਿਹੜੀ ਰੁੱਤ ਹੈ ਕਿ ਹੁਣ ਇਹ ਥਿਤੀ ਹੈ। ਨਹੀਂ ਥਿਤ ਰੁੱਤ ਥੋੜੀ ਆ। ਥਿਤ ਕਹਿੰਦੇ ਨੇ 15 ਦਿਨਾਂ ਨੂੰ, ਜਿਸ ਤਰ੍ਹਾਂ ਮੰਥ ਕਹਿੰਦੇ ਨੇ 30 ਦਿਨਾਂ ਨੂੰ, ਥਿਤ ਕਹਿੰਦੇ ਨੇ ਚੰਦਰਮਾ ਦੇ 15 ਦਿਨ, ਔਰ 15 ਦਿਨ ਰੋਸ਼ਨੀ ਦੇ, 15 ਦਿਨ ਉਹਦੇ ਡਾਰਕ ਜਿਹੜੇ ਨੇ ਉਹਨੂੰ ਥਿਤ ਕਹਿੰਦੇ ਹੋ। ਤੇ ਮੰਥ ਕਹਿੰਦੇ ਹੋ 30 ਦਿਨ ਮਹੀਨੇ ਦੇ। ਪੁਰਾਣੇ ਜ਼ਮਾਨੇ ਵਿੱਚ ਮਹੀਨੇ ਨਹੀਂ ਸੀ ਹੁੰਦੇ ਤੇ ਥਿੱਤਾਂ ਹੀ ਹੁੰਦੀਆਂ ਸੀ। ਸੋ ਏਕਮ ਦੋਕਮ ਜੋ ਵੀ ਵਰਡ ਯੂਜ਼ ਕਰਦੇ ਸਨ ਉਹ, ਕਿ ਪਹਿਲਾ ਦਿਨ ਚੰਦਰਮਾ ਦਾ, ਫਿਰ ਦੂਸਰਾ ਚੰਦਰਮਾ ਦਾ, ਐਂਡ ਸੋ ਔਨ ਐਂਡ ਸੋ ਫੋਰਥ। ਤੀਜ, ਚੌਥ। ਹਾਂਜੀ। ਰੁੱਤੀ ਕਿਹਨੂੰ ਕਹਿੰਦੇ ਨੇ ਫਿਰ? ਰੁੱਤੀ ਵੀ ਤੇ ਹੈ ਨਾ ਇੱਕ ਲਫ਼ਜ਼। ਰੁੱਤੀ ਸੀਜ਼ਨ। ਸੀਜ਼ਨ, ਅੱਛਾ ਸੌਰੀ, ਆਈ ਗਾਟ ਮਿਕਸਡ ਅਪ। ਉਹ ਤੇ ਵਰਡ ਹੀ ਰੁੱਤ ਦਾ ਮਤਲਬ ਸੀਜ਼ਨ ਹੈ ਨਾ। ਔਰ ਉਹ ਇੱਕ ਸ਼ਬਦ ਵੀ ਹੈ ਗੁਰੂ ਅਰਜਨ ਦੇਵ ਜੀ ਦਾ ਗੁਰੂ ਗ੍ਰੰਥ ਸਾਹਿਬ ਵਿੱਚ। ਇਹਦੇ ਵਿੱਚ ਜਿਹੜੀਆਂ ਤੁਹਾਡੀਆਂ ਰੁੱਤਾਂ ਨੇ, ਆ ਸਮਰ ਐਂਡ ਵਿੰਟਰ ਐਂਡ ਆਲ ਦੈਟ, ਉਹਦੇ ਬਾਰੇ ਦੱਸਿਆ। ਹਾਂਜੀ, ਅੱਜ ਕਿਹੜਾ ਰਾਗ ਕਰਨਾ? ਕਾਨੜਾ। ਓਕੇ, ਕਾਨੜਾ ਰਾਗ ਦੇ ਵਿੱਚ ਕਿਹਨੇ ਕਰਨਾ ਸ਼ੁਰੂ? ਪਹਿਲਾਂ ਆਪਣੇ ਮਹਿੰਦਰ ਭਾਜੀ ਕਰਨਗੇ ਪਹਿਲੇ ਵਾਲਾ। ਤੁਹਾਡੇ ਕੋਲ ਸ਼ਬਦ ਹੈ? ਹਾਂਜੀ।
ਉਹ ਕਿ ਰਾਗ ਕਾਂਡਾ ਦੇ ਵਿੱਚ ਸਿਰਫ ਗੁਰੂ ਰਾਮਦਾਸ ਤੇ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਜੀ ਭਗਤਾਂ ਦੇ ਵਿੱਚੋਂ ਸਿਰਫ ਨਾਮਦੇਵ ਦੀ ਬਾਣੀ ਨਾਮਦੇਵ ਦੀ ਬਾਣੀ ਹੈ ਦੇਖੋ। ਮੇਰੇ ਖਿਆਲ ਹੈ ਕਾਫੀ ਛੋਟਾ ਇਹ ਵੀ ਹੈ ਰਾਗ। ਇਹਦਾ ਗਾਣ ਦਾ ਵਕਤ 6 ਤੋਂ 9 ਹੈ ਜੋ ਮੈਂ ਲਿਖਿਆ ਸੀ। 25 ਪੇजेस ਵਿੱਚ ਹੀ ਹੈ ਸ਼ਾਮ ਨੂੰ 6 ਤੋਂ 9 ਠੀਕ ਕਹਿ ਰਹੀ ਬਾਬਲੀ। ਤੇ ਜਿਸ ਤਰ੍ਹਾਂ ਨਾ ਮਤਲਬ ਤੁਸੀਂ ਇਸ ਵੇਲੇ ਪੜੋਗੇ ਨਾ ਰੁੱਤੀ ਜਿਹੜਾ ਤੁਸੀਂ ਵਰਡ ਯੂਜ਼ ਕੀਤਾ, ਹੁਣ ਅਗਰ ਤੁਸੀਂ ਚੰਗੀ ਤਰ੍ਹਾਂ ਦੇਖੋਗੇ ਸਮਰ ਦੇ ਵਿੱਚ ਵੀ ਕਿੰਨੀਆਂ ਡਿਫਰੈਂਟ ਡਿਵੀਜ਼ਨ ਨੇ। ਇਹਨੂੰ ਕਹਿੰਦੇ ਨੇ ਗ੍ਰੀਖਮ ਰੁੱਤ, ਜਿਹੜੀ ਮਈ ਤੇ ਜੂਨ ਹੈ, ਜਿਹੜੀ ਮਤਲਬ ਬਹੁਤ ਗਰਮੀ ਹੈ ਜਦੋਂ। ਠੀਕ ਹੈ, ਚਲੋ ਪਹਿਲਾ ਸ਼ਬਦ ਕਿੰਨੇ ਕਰਨਾ ਹੈ? ਪਹਿਲਾ ਸ਼ਬਦ ਜਿਹੜਾ ਹੈ ਉਹ ਵੀ ਰਾਗ ਗੁਰੂ ਅਰਜਨ ਦੇਵ ਜੀ ਦਾ ਹੀ ਹੈ, 4 ਪਦੇ ਦਾ, ਔਰ ਮੇਰਾ ਖਿਆਲ ਹੈ ਇਹ 2 ਲਾਈਨਾਂ ਦਾ ਸ਼ਾਇਦ, ਹਾਂ ਜੋ ਸਾਡੇ ਹਿਸਾਬ से 2 ਲਾਈਨਾਂ, दो तुका ने पर स्टैंड। हाँ जी महेंद्र जी बोलो। हाँ जी, कीर्त प्रभु की गाओ मेरी रसना। सॉरी डॉक्टर, शब्द तो पहला अर्थ कर तो पहला अपने नवतेज जी कुछ कहेंगे, फिर मैं अर्थ शुरू कर रहा हूं। अच्छा जी, मैं कहां कि तुस कैसे डॉक्टर वजीर होने कहन ते थोड़ी मर्जी डॉक्टर जी। नहीं जिस तरह भी ਤੁਸੀਂ ਕਹਿ ਦਿਓ। चलो मैं कह देना फिर। सो एक ਇਹ ਜਿਹੜਾ ਸ਼ਬਦ ਹੈਗਾ ਨਾ, ਇਹ ਦੋ ਸ਼ਬਦ ਨੇ ਅੱਜ ਜਿਹੜੇ ਰਾਗ ਕਾਨੜ ਦੇ ਵਿੱਚ, ਤੇ ਇਹ ਦੋਨਾਂ ਵਿੱਚ ਨਾ ਮਤਲਬ ਕਿ ਅਸੀਂ ਬਾਅਦ ਚ ਐਕਸਪਲੇਨ ਕਰਾਂਗੇ ਕਿ ਦੋਨਾਂ ਵਿੱਚ ਸਾਧ ਸੰਗਤ ਦੀ ਬਹੁਤ ਇੰਪੋਰਟੈਂਸ ਦਿੱਤੀ ਗਈ ਹੈਗੀ ਹੈ, ਤੇ ਉਹ ਆਪਾਂ ਫਿਰ ਉਹ ਚ ਦੇਖਦੇ ਹਾਂ ਕਿ ਕੀ ਕਹਿੰਦੇ ਉਹ ਸਾਧ ਸੰਗਤ ਬਾਰੇ। ਸੋ ਇਹ ਸ਼ਬਦ ਦਾ ਮੇਨ ਥੀਮ ਹੈਗਾ ਕਿ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਹੇ ਜੀਵ, ਕਿ ਤੂੰ ਚਾਹੁੰਦਾ ਹੈਗਾ ਕਿ ਵਾਹਿਗੁਰੂ ਤੇਰੇ ਹਿਰਦੇ ਵਿੱਚ ਆਵੇ, ਕਿ ਤੂੰ ਚਾਹੁੰਦਾ ਹੈਗਾ ਕਿ ਤੈਨੂੰ ਸ਼ਾਂਤੀ ਮਿਲੇ, ਪਰ ਫਿਰ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਤੈਨੂੰ ਵੀ ਕੁਝ ਕਰਨਾ ਪਏਗਾ, ਕਿ ਜੇ ਤੂੰ ਚਾਹੁੰਦਾ ਹੈ ਕਿ ਵਾਹਿਗੁਰੂ ਆਵੇ, ਕਿ ਤੂੰ ਕੀ ਕਰੇਗਾ। ਸੋ ਇਹਦੇ ਵਿੱਚ ਕਹਿੰਦੇ ਨੇ ਕਿ ਇਹ ਜੀਵ, ਕਿ ਜਿਹੜੇ ਤੂੰ ਰਿਚੁਅਲਸ ਕਰਦਾ ਹੈ, ਕਿ ਕਰਮ ਕਾਂਡ ਕਰਦਾ ਹੈਗਾ, ਕਿ ਤੂੰ ਉਹਨਾਂ ਨੂੰ ਪਹਿਲਾਂ ਤਿਆਗ। ਫਿਰ ਕਹਿੰਦੇ ਨੇ ਕਿ ਜਿਹੜੀ ਤੂੰ ਮਾਇਆ ਦੇ ਚੱਕਰ ਦੇ ਵਿੱਚ, ਮਾਇਆ ਦੇ ਜਾਲ ਵਿੱਚ ਤੂੰ ਫਸਿਆ ਹੈ, ਉਹਨੂੰ ਵੀ ਤੂੰ ਤਿਆਗ। ਫਿਰ ਕਹਿੰਦੇ ਤੀਜੀ ਚੀਜ਼ ਤੈਨੂੰ ਕਰਨੀ ਚਾਹੀਦੀ ਹੈ ਕਿ ਤੂੰ ਜਿਹੜੀ ਸਾਧ ਸੰਗਤ ਹੈ, ਕਿ ਤੂੰ ਸਾਧ ਸੰਗਤ ਵਿੱਚ ਆ ਕੇ ਨਿਮਰਤਾ ਦੇ ਨਾਲ ਉਸ ਵਾਹਿਗੁਰੂ ਦੇ ਗੁਣ ਗਾ। ਤੇ ਕਹਿੰਦੇ ਨੇ ਕਿ ਜਿਹੜਾ ਇਹ ਵਾਹਿਗੁਰੂ ਦਾ ਦੁਆਰ ਹੈ, ਉਹ ਹੋਰ ਕਿਸੇ ਤਰੀਕੇ ਨਾਲ ਤੈਨੂੰ ਨਹੀਂ ਮਿਲੇਗਾ, ਕਿ ਤੂੰ ਇਹ ਚੀਜ਼ਾਂ ਕਰ ਪਹਿਲਾਂ, ਤੇ ਜੇ ਤੂੰ ਇਹ ਕਰੇਗਾ ਫਿਰ ਵਾਹਿਗੁਰੂ ਦੀ ਨਜ਼ਰ ਤੇਰੇ ਉੱਤੇ ਹੋਏਗੀ, ਤੇ ਉਹ ਤੇ ਜ਼ਰੂਰ ਤੇਰੇ ਹਿਰਦੇ ਵਿੱਚ ਆਏਗਾ ਫਿਰ। ਸੋ ਇਹ ਮੇਰੀ ਸਮਝ ਦੇ ਮੁਤਾਬਕ ਮੈਂ ਜਿੱਦਾਂ ਐਕਸਪਲੇਨ ਕੀਤਾ ਹੈਗਾ। चल मिंदर। हाँ जी, कीर्त प्रभु की गाओ मेरी रसना। कीर्त प्रभु की गाओ मेरी रसना, अपने साफ हृदय नाल उस अपने साफ हृदय नाल उसदी गुण गाओ। अनक बार बंधन संतन उहां चरण गोविंद की रसना। बहुत बारी मैं अर्जोई करके प्रभु दे, बहुत बारी मैं बहुत बारी मैं अर्जोई करके उस प्रभु दे नेड़े हो सकिया। अनक पांत का द्वार ना पायो, बहुत मैं कर्म कीते पर फिर भी मैं उस दे द्वारे तक नेड़े तक नहीं जा सकिया। होए कृपाल ता हर त्याओ। जे जिस तरह ਆਪਾਂ ਕਹਿੰਦੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਾਲ ਤਵੇ, ਉਹ ਸੇਮ ਇੱਥੇ ਉਹਨਾਂ ਨੇ ਕਿਹਾ ਹੋਏ ਦਿਆਲ ਤਾਂ ਹਰ ਨਾਮ ਤੇ। ਜੇ ਉਹ ਤੁਹਾਡੇ ਤੇ ਦਿਆਲ ਹੋਊਗਾ, ਤੁਸੀਂ ਅੱਛੇ ਕਰਮ ਕਰੋਗੇ, ਤਾਂ ਉਹ ਤਾਂ ਉਸ ਨੂੰ ਤੁਸੀਂ ਧਿਆ ਸਕੋਗੇ। ਕੋਟ ਕਰਮ ਕਰ ਹਰ ਨਾ ਸੋਧਾ। ਬਹੁਤ ਕਰਮ ਕੋਟ ਕਰਮ ਕਰਨਾ ਸੋਧਾ कोट कर्म कर देह ना सौदा। सौदा मैंने ठीक करना, ये मैंने जिस्म। चलो तेज हेल्प कर, सॉरी वजीर जी से करन दो। वजीर जी बोलो, कोट कर्म कर दे ना सौदा। किथे कहो
ਹਾਂ ਅੱਛਾ, ਸੋ ਇੱਥੇ ਕਹਿੰਦੇ ਕਿ ਜਿਹੜੀ ਤੁਹਾਡੀ ਦੇਹ ਹੈ ਕਿ ਤੂੰ ਜਿੰਨੇ ਮਰਜੀ ਤੂੰ ਰਿਚੁਅਲ ਕਰੀ ਜਾ, ਉਹਦੇ ਨਾਲ ਉਹ ਪਵਿੱਤਰ ਨਹੀਂ ਹੋਏਗੀ। ਸਾਧ ਸੰਗਤ ਮੈਂ ਮਨ ਪ੍ਰਬੋਧਾ। ਹਾਂਜੀ ਮਹਿੰਦਰ ਜੀ। ਸਾਧ ਸੰਗਤ ਦੇ ਸੰਗ ਕਰਕੇ ਮੇਰਾ ਮਨ ਜਿਹੜਾ ਸੋਧ ਗਿਆ, ਮੈਂ ਉਹ ਮਨ ਨੂੰ ਜਿੱਦਾਂ ਠੀਕ ਕਰ ਲਿਆ, ਜਿੱਦਾਂ ਪਵਿੱਤਰ ਕਰ ਲਿਆ, ਮਨ ਨੂੰ ਗਿਆਨ ਆ ਗਿਆ। ਗਿਆਨ ਆ ਗਿਆ। ਹਾਂਜੀ। ਤ੍ਰਿਸ਼ਨ ਨਾ ਬੂਝੀ ਬਹੁ ਰੰਗ ਮਾਇਆ। ਗੁਰਦੇਵ ਕਹਿੰਦੇ ਵੀ ਜਿਹੜੇ ਮਾਇਆ ਦੇ ਕਹਿੰਦੇ ਅਨੇਕ ਰੰਗ ਆ, ਵੀ ਤੂੰ ਜਿੰਨੇ ਮਰਜੀ ਤੂੰ ਪਦਾਰਥ ਲੈ ਲਾ, ਤੂੰ ਜਿੰਨੇ ਮਰਜੀ ਤੂੰ ਜੀ ਚੀਜ਼ਾਂ ਲੈ ਲਾ, ਤੇਰੇ ਨਾ ਤ੍ਰਿਸ਼ਨਾ ਜਿਹੜੀ ਆ ਉਹ ਉਤਰਨੀ ਨੀ ਗੀ। ਮਹਿੰਦਰ ਨਾਮ ਲੈਤ ਸਰਬ ਸੁਖ ਪਾਇਆ। ਉਸ ਦੇ ਨਾਮ ਲੈਣ ਨਾਲ ਮੈਂ ਸਾਰੇ ਸੁਖ ਪਾ ਲਏ ਹਨ। ਔਰ ਬ੍ਰਹਮ ਜਬ ਭਏ ਦਿਆਲ। ਜਦੋਂ ਪ੍ਰਭੂ ਮੇਰੇ ਤੇ ਦਿਆਲ ਹੋਇਆ, ਕਹੋ ਨਾਨਕ ਤੋਂ ਛੂਟੇ ਜੰਜਾਲ। ਮੈਂ ਜਦੋਂ ਪ੍ਰਭੂ ਮੇਰੇ ਤੇ ਦਿਆਲ ਹੋਇਆ, ਮੈਂ ਸਾਰੇ ਪਰਿਵਾਰਕ ਝਗੜਿਆਂ ਤੋਂ ਮੈਂ ਛੁੱਟ ਗਿਆ। ਐਕਸੀਲੈਂਟ ਐਕਸੀਲੈਂਟ ਐਕਸੀਲੈਂਟ। ਦੂਜਾ ਕਿਹਨੇ ਕਰਨਾ ਨਵਦੇਸ਼? ਡਾਕਟਰ ਸਾਹਿਬ ਇੱਕ ਗੱਲ ਮੈਂ ਕਹਿ ਸਕਦਾ ਪਲੀਜ਼? ਹਾਂਜੀ ਬੋਲੋ। ਜਿਹੜਾ ਰਹਾਉ ਦਾ ਜਿਹੜਾ ਪੰਕਤੀ ਉਹਦਾ ਨਾ, ਅਨੇਕ ਬਾਰ ਕਰ ਬੰਦਨ ਸੰਤਨ ਉਵਾਂ ਚਰਨ ਗੋਬਿੰਦ ਜੀ ਕੇ ਬਸਨਾ। ਕਹਿੰਦੇ ਵੀ ਲੱਖ ਵਾਰੀ ਮੈਂ ਸੰਤਾਂ ਨੂੰ ਬੰਦਨਾ ਕਰਦਾ, ਉਹਨੂੰ ਨਮਸਕਾਰ ਕਰਦਾ ਆ, ਉਹਨਾਂ ਦੇ ਹਿਰਦੇ ਵਿੱਚ ਮਹਾਰਾਜ ਦੇ ਚਰਨ ਵਸਦੇ ਆ। ਇਹ ਵੀ ਅਰਥ ਕਰ ਸਕਦੇ ਆਪਾਂ। ਠੀਕ ਹੈ ਜੋ ਤੁਸੀਂ ਕਿਹਾ ਠੀਕ ਹੈ, ਦੈਟਸ ਫਾਈਨ। ਉਹ ਬਹੁਤ ਤੁਹਾਡਾ ਵੀ ਟ੍ਰਾਂਸਲੇਸ਼ਨ ਬਹੁਤ ਵਧੀਆ ਹੁੰਦਾ। ਯੂ ਆਲਸੋ ਹੈਵ ਗ੍ਰੇਟ ਨੌਲੇਜ ਇਨ ਇਟ। ਮਹਾਰਾਜ ਦੀ ਕਿਰਪਾ ਆ। ਕਿਰਪਾ ਦੇ ਸਭ ਤੇ ਮਹਾਰਾਜ ਦੀ, ਉਸ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੋਣਾ। ਚੱਲ ਬਬਲ ਸਿੰਘ ਤੂੰ ਕਰਨਾ ਦੂਜਾ ਸ਼ਬਦ। ਕਾਨੜਾ ਮਹਿਲਾ ਪੰਜਵਾਂ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਇਹ ਮੈਂ ਆਪ ਲਿਖੀ ਸੀ। ਜਦੋਂ ਤੋਂ ਮੈਂ ਗੁਰੂ ਦੀ ਸੰਗਤ ਪ੍ਰਾਪਤ ਕੀਤੀ ਹੈ, ਤਦੋਂ ਤੋਂ ਦੂਜਿਆਂ ਦਾ ਸੁੱਖ ਵੇਖ ਕੇ ਅੰਦਰੋਂ ਅੰਦਰ ਸੜਨ ਦੀ ਸਾਰੀ ਆਦਤ ਭੁੱਲ ਗਈ ਹੈ। ਜਬ ਤੇ ਸਾਧ ਸੰਗਤ ਮੋਹਿ ਪਾਈ। ਹਾਂਜੀ, ਕਾਹਦੀ ਆਦਤ ਭੁੱਲ ਗਈ ਆ? ਅੰਦਰੋਂ ਅੰਦਰ ਜਿਸ ਤਰ੍ਹਾਂ ਕਿਸੇ ਉਤੇ ਜੈਲਸੀ ਕਰਨੀ, ਅੰਦਰੋਂ ਅੰਦਰ ਸੜਨਾ। ਠੀਕ ਹੈ, that's fine, go on. ना को बैरी नहीं बिगाना, सगल संग हमको बन आई। उन मैनू कोई भी अपना वैरी नहीं नजर दिसता, कोई ओपरा नहीं दिसता, सबना नाल मेरा प्यार बनिया होया है। जो प्रभ कीनो सो पल मान्यो, यह समत साधु ते पाई। उन जो कुछ परमात्मा करता है, मैं उसनू भला ही मंदा हाँ। ਇਹ ਚੰਗੀ ਅਕਲ ਮੈਂ ਆਪਣੇ ਗੁਰੂ ਦੇ ਪਾਸ ਸਾਧ ਸੰਗਤ ਜਾਂ ਗੁਰੂ ਦੇ ਪਾਸੋਂ ਸਿੱਖੀ ਹੈ। ਇਹ ਮਤਲਬ ਹੁੰਦਾ ਹੈ। ਸਭ ਮੈਂ ਰਵ ਰਿਹਾ ਪ੍ਰਭ ਏਕੋ, ਪੇਕ ਪੇਕ ਨਾਨਕ ਬਿਕਸਾਈ। ਜਦੋਂ ਤੋਂ ਸਾਧ ਸੰਗਤ ਮਿਲੀ ਹੈ, ਮੈਨੂੰ ਇਉਂ ਜਾਪਦਾ ਹੈ ਕਿ ਪਰਮਾਤਮਾ ਹੀ ਸਭ ਜੀਵਾਂ ਵਿੱਚ ਮੌਜੂਦ ਹੈ। ਜਾਪਦਾ ਹੈ ਕਿ ਸੱਚਮੁੱਚ ਹੈ? ਸੱਚਮੁੱਚ ਹੈ। ਇਉਂ ਦਿਸਦਾ ਹੈ, ਕਹਿ ਲਓ। ਨਹੀਂ ਕਿ ਜਾਪਦਾ ਕਹਿ ਸਕਦੇ ਹੋ, ਦਿਸਦਾ ਹੈ। ਡਾਊਟ ਨਾ ਪੈਦਾ ਕਰੋ। ਹਾਂਜੀ, ਪਰਮਾਤਮਾ ਹੀ ਸਭ ਜੀਵਾਂ ਵਿੱਚ ਮੌਜੂਦ ਹੈ, ਤਾਂ ਹੀ ਸਭ ਨੂੰ ਵੇਖ ਕੇ ਮੈਂ ਖੁਸ਼ ਹੁੰਦਾ ਹਾਂ। ਕਿਸੇ ਹੋਰ ਨੇ ਕੁਝ ਹੋਰ ਤਰ੍ਹਾਂ ਦਾ ਕਹਿਣਾ ਵਿੱਚ? ਇੱਕ ਚੀਜ਼ ਮੈਂ ਐਡ ਕਰਨੀ ਡਾਕਟਰ ਸਿਰਫ ਕਹਿਣਾ ਸੀ ਕਿ ਦੋਨੇ ਸ਼ਬਦਾਂ ਦੇ ਵਿੱਚ ਜਿਹੜਾ ਇਹ ਵਰਡ ਸਾਧ ਸੰਗਤ ਆਇਆ ਹੈਗਾ, ਕਿ ਜਿਹੜਾ ਸਾਧ ਸੰਗਤ ਦੀ ਮਹੱਤਤਾ ਦਿੱਤੀ ਹੋਈ ਹੈ ਗੁਰਬਾਣੀ ਦੇ ਵਿੱਚ, ਉਹ ਇਸ ਤਰ੍ਹਾਂ ਅਸੀਂ ਇਹਨੂੰ ਐਕਸਪਲੇਨ ਕਰ ਸਕਦੇ ਹਾਂ ਕਿ ਜਿੱਦਾਂ ਇੱਕ ਚੰਦਨ ਦਾ ਦਰਖਤ ਹੁੰਦਾ ਹੈ, ਸੈਂਡਲਵੁੱਡ ਜਿਹਨੂੰ ਅਸੀਂ ਕਹਿੰਦੇ ਹਾਂ, ਕਿ ਜਿਹੜਾ ਉਹ ਹਰ ਇੱਕ ਜਿਹੜੀ ਚੀਜ਼, ਜਿਹੜੀ ਹਰ ਇੱਕ ਰੁੱਖ ਜੋ ਦਰਖਤ ਨੇ ਉਹਦੇ ਰਾਉਂਡ ਬੂਟੇ ਨੇ, ਉਹ ਹਰ ਇੱਕ ਚੀਜ਼ ਨੂੰ ਫ੍ਰੈਗਰੈਂਸ ਦਿੰਦੀ ਹੈਗੀ ਹੈ। ਤੇ ਇੱਥੇ ਜਿਹੜੀ ਸਾਧ ਸੰਗਤ ਦਾ ਵਰਤਾਓ ਯੂਜ਼ ਕੀਤਾ ਕਿ ਸਾਧ ਸੰਗਤ ਦੀ ਅਸੀਂ ਕਹਿ ਸਕਦੇ ਆਪਣੀ ਐਨਰਜੀ ਹੈ, ਆਪਣੀ ਊਰਜਾ ਅਸੀਂ ਕਹਿ ਸਕਦੇ ਹਾਂ, ਕਿ ਸਾਧ ਸੰਗਤ ਵਿੱਚ ਜਿਹੜਾ ਜਾਂਦਾ ਹੈ ਇਨਸਾਨ, ਉਹਦੇ ਉੱਤੇ ਸਾਡਾ ਜਿਹੜਾ ਅਸੀਂ ਜਾਣਦੇ ਹਾਂ ਤੇ ਸਾਡੇ ਉੱਤੇ ਉਹ ਅਸਰ ਹੁੰਦਾ ਹੈ ਸਾਧ ਸੰਗਤ ਦਾ। ਸੋ ਇਹ ਚੀਜ਼ ਕਾਫੀ ਇੰਪੋਰਟੈਂਟ ਹੈਗੀ ਹੈ ਇਸ ਸ਼ਬਦ ਦੇ ਵਿੱਚ। ਬਿਲਕੁਲ ਠੀਕ ਤੁਸੀਂ ਕਿਹਾ, ਕਿਉਂਕਿ ਤੁਸੀਂ ਸਾਰੇ ਧਰਮ ਪੜ੍ਹ ਕੇ ਦੇਖੇ ਨੇ। ਇਹ ਨਹੀਂ ਕਿ ਚਰਚ ਵਿੱਚ ਲੋਕ ਨਹੀਂ ਜਾਂਦੇ ਜਾਂ ਮਸਜਿਦ ਵਿੱਚ ਲੋਕ ਨਹੀਂ ਜਾਂਦੇ ਜਾਂ ਮੰਦਰਾਂ ਵਿੱਚ ਨਹੀਂ ਜਾਂਦੇ, ਪਰ ਤੁਸੀਂ ਇੱਕ ਚੀਜ਼ ਦੇਖੀ ਹੈ ਕਿ ਗੁਰਦੁਆਰੇ ਦੇ ਵਿੱਚ ਹੁਣ ਅਗਰ ਤੁਸੀਂ ਚਰਚ ਦੀ ਗੱਲ ਕਰੋਗੇ ਤੇ ਸ਼ਾਇਦ ਉਹਨਾਂ ਦੀ ਮਾਸ ਵਨ ਡੇ ਹੁੰਦੀ ਆ ਸੰਡੇ ਨੂੰ। ਅਗਰ ਮਸਜਿਦ ਦੇਖੋਗੇ ਤੇ ਉਹਨਾਂ ਦੀ ਜੁਮੇ ਦੀ ਨਮਾਜ਼ ਸਾਰੀ ਸੰਗਤ ਉਹਨਾਂ ਦੀ ਜਾਂਦੀ ਆ, ਉਹ ਫਰਾਈਡੇ ਆ। ਪਰ ਸਿੱਖ ਧਰਮ ਦੇ ਵਿੱਚ ਜਿਹੜੀ ਐਵਰੀ ਡੇ ਜਿਹੜੀ ਸੰਗਤ ਹੈ ਉਹ ਇਤਨੀ ਇੰਪੋਰਟੈਂਟ ਹੈ
कि जिस वेले उदों गुरु साहब ने भी सवाल करते होंगे ना लोग, ਅਸੀਂ घर बैठ के नहीं पाठ कर सकते, ਤੇ ਉਦੋਂ ਹੀ ਗੁਰੂ ਸਾਹਿਬ ਨੇ ਕਿਹਾ ਹੋਵੇਗਾ ਕਿ ਇਹ ਜਿਹੜਾ ਮਹੱਤਤਾ ਹੈ ਤੁਸੀਂ ਉਹਨਾਂ ਦੇ ਨਾਲ ਬੈਠ ਕੇ ਪਾਠ ਕਰੋ ਜਿਹੜੇ ਆਲਰੇਡੀ ਪਾਠ ਉੱਥੇ ਬੈਠ ਕੇ ਕਰ ਰਹੇ ਨੇ, ਜਿਹੜੇ ਗੁਰੂ ਦੇ ਨਾਲ ਲੱਗੇ ਹੋਏ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨੂੰ ਅਰਪਣ ਕੀਤਾ ਹੋਇਆ, ਜਿਹਨੇ ਗੁਰੂ ਦੇ ਘਰ ਬੈਠ ਕੇ, ਜਿਹਨੂੰ ਹੁਣ ਤੁਸੀਂ ਵਰਡ ਸੰਗਤ ਕਹਿ ਰਹੇ ਹੋ, ਕਿਉਂਕਿ ਦੇਖ ਨਾ ਤੇ ਬੰਦੇ ਉਹੀ ਹੁੰਦੇ ਨੇ, ਨਾਮ ਬਦਲ ਜਾਂਦਾ। ਜਿਸ ਵੇਲੇ ਜਿਸ ਤਰ੍ਹਾਂ ਹੁਣ ਤੁਸੀਂ ਵੀ ਐਜ਼ ਐਨ ਇੰਡੀਵਿਜੂਅਲ ਇੱਥੇ ਹੋ ਤੇ ਤੁਹਾਡਾ ਨਾਮ ਹੋ ਗਿਆ ਸਟੂਡੈਂਟ, ਜੇ ਤੁਸੀਂ ਸਾਰੇ ਇਹੋ ਹੀ ਕਿਸੇ ਪਿਕਚਰ ਹਾਲ 'ਚ ਬੈਠੋਗੇ ਤੇ ਨਾਂ ਹੋ ਜਾਏਗਾ ਆਡੀਅנס, ਤੇ ਇਹੋ ਹੀ ਜਿਸ ਵੇਲੇ ਗੁਰਦੁਆਰੇ ਜਾ ਕੇ ਬੈਠੋਗੇ ਤੇ ਤੁਹਾਡਾ ਨਾਂ ਹੋ ਜਾਏਗਾ ਸਾਧ ਸੰਗਤ। ਸੋ ਗੁਰਦੁਆਰੇ ਬੈਠ ਕੇ ਤੁਹਾਡੀ ਕਿੰਨੀ ਕੁ ਮਹੱਤਤਾ ਹੈ। ਉਹਦੇ ਵਿੱਚ ਇੱਕ ਪੁਆਇੰਟ ਮੈਂ ਤੇਰਾ ਐਡ ਹੋਰ ਕਰਨਾ ਚਾਹਣਾ, ਜਿਹੜੇ ਸਾਰੇ ਤੁਸੀਂ ਜ਼ਰੂਰ ਸਮਝੋ, ਯੂ ਮਸਟ ਬਿਲੀਵ ਇਨ ਇਟ, ਕਿ ਜਿਸ ਵੇਲੇ ਤੁਸੀਂ ਗੁਰਦੁਆਰੇ ਜਾਂਦੇ ਹੋ, ਗੋਡ ਹਿਮਸੈਲਫ ਇਨ ਪਰਸਨ present there, ਕਿ ਵਾਹਿਗੁਰੂ ਸਾਧ ਸੰਗਤ ਦਾ ਇੱਕ ਹਿੱਸਾ, ਔਰ ਸਾਧ ਸੰਗਤ ਦੇ ਵਿੱਚ ਹੀ ਉਹ ਹੈ ਬੈਠਾ ਹੋਇਆ, ਔਰ ਤੁਸੀਂ ਉਹਨੂੰ ਉੱਥੋਂ ਲੱਭਣਾ ਹੈ। ਕਿਹੜੇ ਵੇਲੇ ਉਹ ਤੁਹਾਡੇ ਨੈਕਸਟ ਆ ਕੇ ਬਹਿ ਜਾਏਗਾ ਤੁਸੀਂ ਇਹ ਮਹਿਸੂਸ ਕਰਨਾ, ਪਰ ਪਰਮਾਤਮਾ ਇਜ਼ ਦੇਅਰ। ਇਹ ਕਦੀ ਵੀ ਨਾ ਭੁੱਲੋ, ਕਿਉਂਕਿ ਤੁਸੀਂ ਹੁਣ ਜਿੰਨੇ ਸ਼ਬਦ ਪੜ੍ਹਦੇ ਹੋ ਦਰਸ਼ਨ ਵਾਲੇ, ਉਹੀ ਕਹਿ ਰਹੇ ਨੇ ਪਰਮਾਤਮਾ ਸਾਨੂੰ ਦਰਸ਼ਨ ਦਿਓ, ਤੇ ਜੇ ਤੁਸੀਂ ਕਹਿ ਦਿਓ ਸਾਰਾ ਮੈਟਾਫੋਰਿਕਲ ਹੈ, ਇਹ ਤੇ ਦਰਸ਼ਨ ਸਿਰਫ ਮਨ ਦੇ ਅੰਦਰ ਹੋ ਰਹੇ ਨੇ, ਤੇ ਫਿਰ ਤਾਂ ਸਾਰੀ ਤੁਹਾਡੀ ਥਿਊਰੀ ਬਦਲ ਜਾਏਗੀ। ਕਿਉਂ ਨਹੀਂ ਪਰਮਾਤਮਾ ਤੁਹਾਨੂੰ ਤੁਹਾਡੇ ਖਿਆਲਾਂ ਵਿੱਚ ਆ ਕੇ, ਤੁਹਾਡੇ ਸੁਪਨੇ ਵਿੱਚ ਆ ਕੇ, ਔਰ ਇਨ ਪਰਸਨ ਕਿਸੇ ਰੂਪ ਵਿੱਚ ਆ ਕੇ ਕਿਉਂ ਨਹੀਂ ਤੁਹਾਨੂੰ ਦਰਸ਼ਨ ਦੇਗਾ? ਹੀ ਹੈਜ਼ ਦੀ ਪਾਵਰ। ਤੁਹਾਡੀਆਂ ਸਿਰਫ ਉਹ ਅੱਖਾਂ, ਉਹ ਮਨ ਹੋਣਾ ਚਾਹੀਦਾ, ਤੁਹਾਡੀ ਰੂਹ, ਤੁਹਾਡੀ ਜਿਹੜੀ ਸੋਲ ਹੈ, ਉਹਨੂੰ ਵਾਹਿਗੁਰੂ ਨੂੰ ਪਛਾਣਨ ਦੀ ਲੋੜ ਹੈ ਕਿ ਇਹ ਜਿਹੜਾ ਸ਼ਖਸ ਮੈਨੂੰ ਮਿਲ ਕੇ ਗਿਆ, ਇਸ ਤਰ੍ਹਾਂ ਉਹ ਨਹੀਂ ਕਿ ਤੇਰੇ ਵਿੱਚੋਂ ਰੱਬ ਦਿਸਦਾ, ਕਿ ਕਿਹਦੇ ਵਿੱਚ ਤੁਹਾਨੂੰ ਰੱਬ ਦਿਸੇਗਾ, ਇਹ ਤੁਹਾਡੀ ਰੂਹ ਪਛਾਣੇਗੀ। that is up to you, your own soul, ਕਿਉਂਕਿ ਸੋਲ ਹੀ ਤੁਹਾਡੀ ਪਰਮਾਤਮਾ ਦੇ ਨਾਲ ਜੁੜੀ ਹੈ। ਤੁਹਾਡਾ ਤੇ ਪਰਮਾਤਮਾ ਦਾ ਜਿਹੜਾ ਕਮਿਊਨੀਕੇਸ਼ਨ ਹੋ ਰਿਹਾ, ਜਿਸਨੂੰ ਮੈਂ ਅੰਬਿਕਲ ਕੋਡ ਕਹਿਣਾ, ਤੁਹਾਡਾ ਜਿਹੜਾ ਪਰਮਾਤਮਾ ਦੇ ਨਾਲ ਰਿਸ਼ਤਾ ਪਰਮਾਨੈਂਟ ਜੁੜਿਆ ਹੋਇਆ, ਉਹ ਰੂਹ ਦੇ ਨਾਲ ਹੀ ਹੈ, ਔਰ ਉਹਨੂੰ ਅਸੀਂ ਕਹਿੰਦੇ ਆ ਕਿ ਰੂਹ ਜਿਹੜੀ ਹੈ ਸ਼ਬਦ ਦੇ ਥਰੂ ਪਰਮਾਤਮਾ ਦੇ ਨਾਲ ਸਾਡਾ ਮੈਸੇਜ ਪਹੁੰਚਾਉਂਦੀ ਹੈ ਉਹਨੂੰ। ਗੁਰਦੀਪ ਜੀ ਕੁਝ ਕਹਿਣਾ ਚਾਹੁੰਦੇ ਸੀ? ਹਾਂਜੀ, ਸਾਡੇ ਨਾਲ ਸੰਡੇ ਨੂੰ ਰੌਲ ਹੁੰਦੀ ਹੈ ਗੁਰਦੁਆਰੇ ਮਹਾਰਾਜ ਦੇ ਪਾਠ ਦੀ ਡਿਊਟੀ 7 ਤੋਂ 9, ਤੇ ਕਈ ਵਾਰ ਜਦੋਂ ਮਨ ਨਹੀਂ ਲੱਗਦਾ, ਕਈ ਵਾਰੀ ਮਨ ਜਿੱਦਾਂ ਚਿੱਤ ਲੱਗ ਜਾਂਦਾ ਆ, ਤੇ ਜਦੋਂ ਮਨ ਲੱਗਦਾ ਹੈ ਤਾਂ ਹੋਲ ਹੈ ਨਾ, it seems like filled with, you can't describe it, it just feels so different, you know, the ਮਨ ਨਹੀਂ ਲੱਗਦਾ, it seems kind of empty। ਨਹੀਂ, ਜੋ ਤੁਸੀਂ ਕਹਿ ਰਹੇ ਹੋ ਠੀਕ ਹੀ ਹੈ ਕਿ ਮਨ ਤੇ ਆਮ ਤੌਰ ਤੇ ਨਹੀਂ ਲੱਗਦਾ, 9 out of 10 ਟਾਈਮ ਤੇ ਮਨ ਭਟਕਦਾ ਹੀ ਹੈ, ਕਿ 1% ਵੀ ਮਨ ਲੱਗ ਜਾਏ ਤੇ ਯੂ ਆਰ ਵੈਰੀ ਫੋਰਚੂਨੇਟ। ਕਿਉਂਕਿ ਅਸੀਂ ਉਹਨਾਂ ਸ਼ਬਦਾਂ ਤੇ ਜਾਂਦੇ ਹਾਂ, ਨਵਤੇਜ ਜੀ ਜਿਹੜਾ ਤੁਸੀਂ ਕਿਹਾ ਸੀ, ਜਿਹੜੇ ਸਵੇਰੇ ਪੜ੍ਹੇ ਜਾਂਦੇ ਨੇ, ਤਾਂ ਮੈਂ ਇੱਕ ਲੌਗ ਮੈਟ੍ਰਿਕਸ ਬਣਾ ਕੇ ਤੁਹਾਨੂੰ ਸਾਰਿਆਂ ਨੂੰ ਭੇਜਦਾ। ਅੱਜ ਜਦੋਂ ਮੈਂ ਇਸ ਵੀਕ ਦੇ ਜਿਹੜੇ ਸ਼ਬਦ ਨੇ, ਇਹ ਬੜੀ ਵੰਡਰਸ ਗੱਲ ਹੈ। ਜੇ ਤੁਸੀਂ ਸ਼ਬਦ ਲਓਗੇ ਨਾ ਅੱਜ ਇਸ ਵੀਕ ਦੇ, 2 ਵਾਰੀ ਭਗਤ ਰਵਿਦਾਸ ਦਾ ਸ਼ਬਦ ਆਇਆ ਐਸੇ ਵੀਕ ਵਿੱਚ, ਤੇ 2 ਵਾਰ ਜਿਹੜਾ 244 ਪੇਜ ਤੇ ਮੇਰੇ ਖਿਆਲ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜਾਂ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਉਹ ਆਇਆ। 5 ਦਿਨਾਂ ਵਿੱਚ 2 ਸ਼ਬਦ ਰਿਪੀਟ ਹੋਏ ਨੇ, ਨਵੇਂ ਸ਼ਬਦ ਨਹੀਂ ਆਏ। ਇੱਕੋ ਨਵਾਂ ਸ਼ਬਦ ਆਇਆ, ਉਹ ਭਾਈ ਗੁਰਦਾਸ ਦੀ 12 ਚੋਂ ਹੈ। ਸੋ ਪਹਿਲਾਂ ਮੈਂ ਗੁਰੂ ਅਮਰਦਾਸ ਜੀ ਦਾ ਸ਼ਬਦ ਲੈਣਾ, ਜਿਹੜਾ ਤੁਸੀਂ ਬਹੁਤ ਵਾਰੀ ਸੁਣਿਆ ਸ਼ਬਦ, ਕਿਉਂਕਿ ਬਹੁਤ ਲੰਬਾ, ਮੈਂ ਸਿਰਫ ਉਹਦਾ ਲਾਸਟ ਪਤਾ ਲਵਾਂਗਾ। ਔਰ ਕਿਉਂਕਿ ਇਹਨਾਂ ਸ਼ਬਦਾਂ ਦੇ ਉੱਤੇ ਦਵਿੰਦਰ ਵੀ ਕੁਝ ਕੰਮ ਕਰ ਰਹੀ ਹੈ, ਸੋ ਦਵਿੰਦਰ ਵੀ ਸਾਡੀ ਹੈਲਪ ਕਰ ਸਕਦੀ ਹੈ। ਇਹ ਸ਼ਬਦ ਹੈਗਾ ਪੇਜ 244 ਤੇ, ਗੁਰੂ ਅਮਰਦਾਸ ਜੀ ਦਾ ਸ਼ਬਦ ਹੈ, ਔਰ ਸ਼ਬਦ ਹੈ ਰਾਗ ਘੋੜੀ ਵਿੱਚ ਹੈ, ਫਿਰ ਬਿਨ ਖਰੀ ਨੇ ਮਾਨੀ ਜੀਓ, ਬਿਨ ਫਿਰ ਕਿਉਂ ਜੀਵਾ ਮੇਰੀ ਮਾਏ। ਇਹਦਾ ਲਾਸਟ ਪੈਰਾਗ੍ਰਾਫ ਹੀ ਹੈ ਜਿਹੜਾ ਤੁਹਾਡੇ ਦਿਲ ਨੂੰ, ਜਿਹੜਾ ਭਾਈ ਸਾਹਿਬ ਵੀ ਬਾਰ-ਬਾਰ ਉਹਨੂੰ ਰਿਪੀਟ ਕਰਦੇ ਨੇ, ਮਿਲ ਮੇਰੇ ਪ੍ਰੀਤਮਾ ਜੀ, ਤੇ ਸੁਣਿਆ ਹੋਣਾ 500 ਵਾਰੀ ਸ਼ਬਦ, ਮਿਲ ਮੇਰੇ ਪ੍ਰੀਤਮਾ ਜੀ ਤੁਧ ਬਿਨ ਖਰੀ ਨੇ ਮਾਨੀ। ਹੁਣ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਹੋ, ਵਰਡ ਆਮ ਤੌਰ ਤੇ ਬਾਈਬਲ ਵਿੱਚ ਯੂਜ਼ ਹੁੰਦਾ ਮੀਕ, ਹੰਬਲ, ਨਿਮਾਣੀ। ਮੈਂ ਇੱਕ ਹੰਬਲ ਇਸਤਰੀ ਹਾਂ ਜਾਂ ਪੁਰਸ਼ ਹਾਂ,
परमात्मा मैं खड़ा तेरी उड़ीक कर रहा, फिर मिल मेरे प्रीतमा जियो, ये मेरे प्रीतम है, मेरे बिलव्ड, ये मेरे दोस्त है, मेरे यार, मैं तेरी इंतजार कर रही हूँ। मैं नींद ना आवे ज्यों भावे अन्न ना पानी। दोस्त हो ਜਿਹੜੇ ਤੁਹਾਡੇ ਵਿੱਚੋਂ ਹੋਇਆ ਫਾਲੋਨ ਇਨ ਲਵ ਇਨ ਲਾਈਫ, ਭਾਵੇਂ ਵਾਈਫ ਨਾਲ ਹੈ ਤੇ ਭਾਵੇਂ ਕਿਸੇ ਹੋਰ ਨਾਲ ਹੈ, ਉਹਨਾਂ ਨੂੰ ਪਤਾ ਹੈ ਕਿ ਵੈਨ ਯੂ ਆਰ ਇਨ ਲਵ ਫਿਰ ਤੁਹਾਨੂੰ ਨੀਂਦ ਨਹੀਂ ਆਉਂਦੀ, ਵੈਨ ਯੂ ਆਰ ਇਨ ਲਵ ਤੁਹਾਨੂੰ ਭੁੱਖ ਵੀ ਨਹੀਂ ਲੱਗਦੀ। ਹੁਣ ਮੈਂ ਨਹੀਂ ਪੁੱਛਣਾ ਚਾਹੁੰਦਾ ਇੰਡੀਵਿਜੂਅਲੀ ਕਿ ਤੁਸੀਂ ਯੂ ਫੈਲ ਇਨ ਲਵ ਔਰ ਨਾਟ, ਫਿਰ ਤੁਸੀਂ ਮੁਸਕਰਾ ਕੇ ਚੁੱਪ ਕਰ ਜਾਓਗੇ ਕਿ ਤੁਸੀਂ ਦੱਸਣਾ ਤੇ ਹੈ ਨਹੀਂ। ਇਟ ਇਜ਼ ਸੋ ਸੀਕ੍ਰੇਟ। ਠੀਕ ਕਹਿ ਰਹੇ ਪਰਮ ਜੀ? ਪਰਮ ਜੀ ਹੁਣੇ ਸ਼ਰਮਾ ਰਹੀ ਹੈ। ਬਬਲੀ ਨੂੰ ਜ਼ਰੂਰ ਲਵ ਹੋਇਆ ਹੋਣਾ, ਬਬਲੀ ਦੱਸੇਗੀ। I'm laughing. ਨਹੀਂ, ਬਬਲੀ ਨੂੰ ਅਗਰ ਨਹੀਂ ਵੀ ਹੋਇਆ ਤੇ ਉਹ ਦੱਸ ਦੇਗੀ ਕਿ ਹੋਇਆ। ਕਿ ਮੈਂ ਨੈਣੀ ਨੀਂਦ ਨਾ ਆਵੇ, ਇਹ ਪੱਕੀ ਗੱਲ ਹੈ। ਵੈਨ ਯੂ ਆਰ ਇਨ ਲਵ ਨੀਂਦ ਨਹੀਂ ਆਉਂਦੀ, ਤੁਸੀਂ ਨਹੀਂ ਸੌਂਦੇ। ਫਿਰ ਉਹ ਕੀ ਕਹਿੰਦੇ ਨੇ, ਮੈਂ ਨੈਣੀ ਨੀਂਦ ਨਾ ਆਵੇ ਜੀਓ ਭਾਵੇ ਅੰਨ ਨਾ ਪਾਣੀ, ਭੁੱਖ ਵੀ ਮਰ ਜਾਂਦੀ ਹੈ। ਇਟ ਇਜ਼ ਸੋ ਟਰੂ। ਮੈਂ ਤੇ ਕਹਿੰਦਾ ਗੁਰਬਾਣੀ ਸਮਝਣਾ ਤੇ ਆਪਣਾ ਜੀਵਨ ਨੂੰ ਸਮਝੋ, ਤੁਹਾਨੂੰ ਗੁਰਬਾਣੀ ਪੂਰੀ ਸਮਝ ਆ ਜਾਏਗੀ। ਪਾਣੀ ਅੰਨ ਨਾ ਭਾਵੇ, ਮਰੀਏ ਹਾਵੇ ਬਿਨ ਪਿਰ, ਬਿਨ ਪਿਰ। ਹੁਣ ਪਿਰ ਨੂੰ ਹਸਬੈਂਡ ਕਹਿ ਲਓ, ਬਿਲਵਡ ਕਹਿ ਲਓ, ਜੋ ਵੀ ਕੁਝ ਕਹਿਣਾ ਕਹਿ ਲਓ, ਉਹ ਕਹਿੰਦੇ ਨੇ ਬਿਨ ਪਿਰ ਕਿਉਂ ਸੁੱਖ ਪਾਈਏ। ਜਿਹਨੂੰ ਮੈਂ ਪਿਆਰ ਕਰਦਾ, ਜਿਹਨੂੰ ਮੈਂ ਪਿਆਰ ਕਰਦੀ ਹਾਂ, ਹਾਊ ਕੈਨ ਆਈ ਬੀ ਕੰਫਰਟੇਬਲ ਵਿਦਆਊਟ ਹਿਮ ਔਰ ਹਰ। ਮੇਰਾ ਜੀਵਨ ਉਹਦੇ ਬਗੈਰ ਕੀ ਹੋਏਗਾ? ਕੁਝ ਵੀ ਨਹੀਂ। ਇਟ ਇਜ਼ ਸੱਚ ਏ ਪਾਵਰਫੁਲ ਸਟੇਟਮੈਂਟ ਬਾਈ ਗੁਰੂ ਅਮਰਦਾਸ ਜੀ ਕਿ ਜਿਹਨੂੰ ਤੁਸੀਂ ਪਿਆਰ ਕਰਦੇ ਹੋ ਉਹਦੇ ਵਿੱਚ ਤੁਹਾਡੀ ਨੀਂਦ ਉੱਡ ਜਾਂਦੀ ਹੈ, ਤੁਹਾਡੀ ਭੁੱਖ ਉੱਡ ਜਾਂਦੀ ਹੈ। ਗੁਰ ਆਗੇ ਕਰੋ ਬੇਨੰਤੀ ਜੇ ਗੁਰ ਭਾਵੇ, ਜੋ ਮਿਲੇ ਤਿਵੇਂ ਮਿਲਾਈਏ। ਆਹ ਜੋ ਹੁਣੇ ਮਹਿੰਦਰ ਉਹਨਾਂ ਨੇ ਟ੍ਰਾਂਸਲੇਸ਼ਨ ਕੀਤੀ ਸੀ, ਇੱਥੇ ਆ ਕੇ ਤੁਹਾਨੂੰ ਮੱਥਾ ਟੇਕਣਾ ਪੈਂਦਾ, ਕਿਉਂਕਿ ਤੁਹਾਡਾ ਮਿਲਾਪ ਤੇ ਉਦੋਂ ਹੀ ਹੋਣਾ ਜਦੋਂ ਉਹਦੀ ਮਿਹਰ ਹੋਣੀ ਹੈ। ਜਿੰਨਾ ਦਿਨ ਮਰਜ਼ੀ ਭੁੱਖੇ ਰਹੋ, ਜਦੋਂ ਪਰਮਾਤਮਾ ਮਿਹਰ ਕਰਸੀ ਉਦੋਂ ਹੀ ਤੁਹਾਡਾ ਵਾਹਿਗੁਰੂ ਦੇ ਨਾਲ ਮਿਲਾਪ ਹੋਣਾ। ਪਰ ਹੋਏਗਾ ਜ਼ਰੂਰ, ਉਹ ਮਿਹਰ ਕਰੇਗਾ, ਜ਼ਰੂਰ ਕਰੇਗਾ। ਆਪੇ ਮਿਲ ਲਏ ਸੁਖਦਾਤਾ, ਆਪ ਮਿਲਿਆ ਘਰ ਆਏ, ਨਾਨਕ ਕਾਮਨ ਅਗੇਨ ਬ੍ਰਾਈਡ ਸਦਾ ਸੁਹਾਗਨ, ਨਾ ਫਿਰ ਮਰੇ ਨਾ ਜਾਏ। ਕਿ ਜਿਹੜੇ ਹੂ ਆਰ ਇਨ ਲਵ ਵਿਦ ਗੋਡ ਫਿਰ ਉਹ ਤੇ ਹਮੇਸ਼ਾ ਸੁਹਾਗਨ ਹੀ ਰਹਿਣਗੇ ਨਾ, ਕਿਉਂਕਿ ਪਰਮਾਤਮਾ ਜਿਹੜਾ ਹੈ ਉਹ he is beyond death and beyond birth. So ਇਹ ਬਹੁਤ ਪਾਵਰਫੁਲ ਸਟੈਂਜ਼ਾ ਹੈਗਾ ਫॉर ਲਵ ਕਿ ਤੁਸੀਂ ਪਰਮਾਤਮਾ ਦੇ ਨਾਲ ਇਫ ਯੂ ਫਾਲ ਇਨ ਲਵ ਤਾਂ ਫਿਰ ਤੁਸੀਂ ਜ਼ਿੰਦਗੀ ਭਰ ਸੁਖ ਰਹੋਗੇ, ਕਿਉਂਕਿ ਪਰਮਾਤਮਾ ਨੂੰ ਤਾਂ ਕੋਈ ਆ ਜਾਣ ਹੀ ਨਹੀਂ। ਤੁਸੀਂ ਖੁਸ਼ ਰਹੋਗੇ ਹੀ ਰਹੋਗੇ ਅਗਰ ਉਹ ਤੁਹਾਡਾ ਸੱਚਾ ਪਿਆਰ ਹੈ। ਔਰ ਸੱਚਾ ਪਿਆਰ ਉਹਨੂੰ ਕਹਿ ਦਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਐਂਡ ਸੱਚ ਇਜ਼ ਗੋਡ ਐਂਡ ਗੋਡ ਇਜ਼ ਸੱਚ। ਇਹ ਤੁਸੀਂ ਜ਼ਰੂਰ ਆਪਣੇ ਅੰਦਰ ਇਸ ਚੀਜ਼ ਨੂੰ ਵਸਾ ਕੇ ਰੱਖੋ। ਔਰ ਇਹ ਸ਼ਬਦ ਇਤਨੀ ਵਾਰੀ ਰਿਪੀਟ ਹੋਇਆ। ਮੈਂ ਲੱਭ ਰਿਹਾ ਸੀ, ਅਸੀਂ ਸਤੰਬਰ ਤੋਂ ਸ਼ੁਰੂ ਕੀਤਾ ਮੈਂ ਰਿਕਾਰਡ ਕਰਨਾ। ਇਹ 1 ਫਰਵਰੀ ਨੂੰ ਆਇਆ, 19 ਜਨਵਰੀ ਨੂੰ ਆਇਆ, 15 ਜਨਵਰੀ ਨੂੰ ਆਇਆ, 28 ਦਸੰਬਰ ਨੂੰ ਆਇਆ, 20 ਦਸੰਬਰ, 15 ਦਸੰਬਰ, 10 ਦਸੰਬਰ, 24 ਨਵੰਬਰ, 14 ਨਵੰਬਰ ਨੂੰ ਰਿਪੀਟ ਹੋਇਆ। ਸੋ ਇਟ ਇਜ਼ ਸੱਚ ਏ ਪਪੂਲਰ ਸ਼ਬਦ। ਪਰ ਮੈਂ ਜਸਟ ਫॉर ਯੂਰ ਨੌਲੇਜ ਦੱਸ ਦਿਆਂ, ਤੁਹਾਡੇ ਸੈਕਟਰੀ ਸਾਹਿਬ ਨੇ ਇੱਕ ਈਮੇਲ ਪਾਈ ਹੈ SCPC ਵਾਲਿਆਂ ਨੂੰ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਜ਼ਾਰਾਂ ਸ਼ਬਦ ਨੇ ਤੇ ਅਸੀਂ ਵੀ ਸੁਣ, ਠੀਕ ਹੈ, ਦੇ ਆਰ ਵੈਰੀ ਬਹੁਤ ਸ਼ਬਦ ਗ੍ਰੇਟ ਨੇ, ਪਰ ਅਸੀਂ ਸੁਣਨਾ ਚਾਹੁੰਦੇ ਹਾਂ ਨਵੇਂ ਤੋਂ ਨਵੇਂ ਸ਼ਬਦ। ਔਰ ਉਹ ਤੁਹਾਡੇ ਰਾਗੀ ਸਾਹਿਬਾਨ ਹੀ ਖੋਜ ਕਰਕੇ ਸਾਨੂੰ ਸੁਣਾ ਸਕਦੇ ਨੇ। ਅੱਜ ਵੈਸੇ ਮੇਰੀ ਸਵੇਰੇ ਆਪਣੇ ਬ੍ਰਦਰ ਨਾਲ ਵੀ ਜਦੋਂ ਗੱਲ ਹੋਈ ਤੇ ਉਹਨਾਂ ਨੂੰ ਵੀ ਮੈਂ ਇਹੀ ਗੱਲ ਕਹੀ ਸੀ। ਮੈਂ ਕਿਹਾ ਦੇਖੋ ਕੁਝ ਸ਼ਬਦ ਅਸੀਂ ਰੋਜ਼ ਸੁਣਦੇ ਹਾਂ, ਪਰ ਸਾਡਾ ਵੀ ਜੀ ਕਰਦਾ। ਹੁਣ ਜਿਹੜੇ ਮੇਰੇ ਖਿਆਲ ਵਜ਼ੀਰ ਜੀ ਪੜ੍ਹਦੇ ਨੇ ਗੁਰੂ ਗ੍ਰੰਥ ਸਾਹਿਬ, ਅਗਰ ਇਹਨਾਂ ਨੂੰ ਤੁਸੀਂ ਪੁੱਛੋ ਉਹ ਜੀ ਅਗਲੀ ਵਾਰੀ ਆਪਣੀ ਡਾਇਰੀ ਰੱਖ ਕੇ ਕੋਲ ਰੱਖਣ, ਜਿੱਥੇ ਵੀ ਕੋਈ ਦਰਸ਼ਨ ਵਾਲਾ ਸ਼ਬਦ ਆਵੇ ਉਹਨੂੰ ਨੋਟ ਕਰਨ। ਆਈ ਥਿੰਕ ਮਿਨੀਮਮ 500 ਜਾਂ 600 ਸ਼ਬਦ ਇਹ ਗੁਰੂ ਗ੍ਰੰਥ ਸਾਹਿਬ ਚੋਂ ਕੱਢਣਗੇ ਜਿਹਦੇ ਵਿੱਚ ਦਰਸ਼ਨ ਦਾ ਵਰਡ ਆਏਗਾ। ਇਹ ਰਾਗੀ ਸਾਹਿਬਾਨ ਨੂੰ ਕੱਢਣਾ ਚਾਹੀਦਾ ਨਾ ਸਾਡੇ ਲਈ। ਐਨੀਵੇ, ਇੱਕ ਜਿਹੜਾ ਅੱਜ ਸ਼ਬਦ ਆਇਆ ਉਹ ਮੈਂ ਨਵਤੇਜ ਨੂੰ ਨਹੀਂ ਸੀ ਦਿੱਤਾ ਆਪਣੀ ਲਿਸਟ 'ਚ, ਪਰ ਜੇ ਤੁਸੀਂ ਦੇਖਣਾ ਪੇਜ 204 ਤੇ ਹੈ। ਔਰ ਕਿਉਂਕਿ 2 ਪਦੇ ਦਾ ਸੀ ਤੇ ਮੈਂ ਕਿਹਾ ਲੈਟ ਮੀ ਇਨਕਲੂਡ ਦੈਟ। ਅੱਜ ਜਿਹੜਾ ਅੱਜ ਹਰਮੰਦਰ ਸਾਹਿਬ ਤੋਂ ਆਇਆ ਜਿਹੜਾ ਨਵਤੇਜ, ਪੇਜ 204 ਦੇਖੋ। ਪ੍ਰਭ ਮਿਲਨੇ ਕੋ ਪ੍ਰੀਤ ਮਨ ਲਾਗੀ,
ਜੇ ਤੁਸੀਂ ਕੱਢ ਸਕਦੇ ਹੋ ਤਾਂ ਇੰਟਰਨੈਟ ਤੇ। ਦੱਸੋ ਕਿਹੜਾ ਅੰਗ? Is ਅੰਗ 2 204 204 ਗੌੜੀ ਮਹੱਲਾ ਪੰਜਵਾਂ। ਇਹ ਅੱਜ ਦਾ ਸ਼ਬਦ ਹੈ ਜਿਸ ਵੇਲੇ ਬਾਬਾ ਜੀ ਦੀ ਭੀੜ ਆਈ ਹੈ। 204 So I give you 1 minute to find it out. ਜਿਹੜਾ ਪਹਿਲਾ ਹੱਥ ਉੱਤੇ ਹੋ ਜਾਏਗਾ ਤਾਂ then I'll start. ਕਿਹੜਾ ਪ੍ਰਭ ਮਿਲਬੇ ਕੋ ਕਿਹੜਾ ਪ੍ਰੀਤ ਮਨ ਲਾਗੀ। ਪੇਜ ਕਿਹੜਾ 204 'ਚ ਹੈ? ਹਾਂਜੀ ਮਿਲ ਗਿਆ ਪੇਜ 204 ਤੇ ਪ੍ਰਭ ਹਾਂਜੀ, ਮਿਲ ਗਿਆ। ਮਿਲਣੇ को प्रभ it's always God। प्रभ Yeah. मिलने को प्रीत मन लागी कि मैं अपना सारा प्यार, अपनी सारा चित, अपना जो कुछ भी है वो मैं Yeah. लगा देता कि मैं परमात्मा ਨੂੰ ਮਿਲਣਾ। ਹਾਂਜੀ पाए लगो वो करो बेनती को संत मिले वडभागी। ਹਮ, हर चीज मैं कोशिश करांगा, भावें मत्था टेकना पाए, भावें बेनती करनी पाए। देखो तुसी जिस ਵੇਲੇ ਕਹਿੰਦੇ ਨਾ ਮੈਂ ਕਿਸੇ ਦੇ ਪੈਰ ਛੂਹਣੇ ਨੇ, ਐਕਚੁਅਲੀ ਵਾਟ ਆਰ ਯੂ ਡੂਇੰਗ? ਇੱਜ਼ਤ ਸ਼ੋ ਕਰ ਰਹੇ ਹੋ, ਮਾਣ ਦੇ ਰਹੇ ਹੋ। ਸੋ ਇਹੋ ਕਹਿ ਰਹੇ ਨੇ, I touch his feet, offer my prayers to him, if only I had the great good fortune to meet the true saint। ਪਹਿਲਾਂ ਤੁਹਾਨੂੰ, ਕਿਉਂਕਿ ਇਸ ਪੰਜਵੇਂ ਗੁਰੂ ਸਾਹਿਬ ਦਾ ਸ਼ਬਦ ਹੈ, ਉਹਨਾਂ ਵਾਸਤੇ ਸਭ ਤੋਂ ਵੱਡਾ ਸੇਂਟ ਤੇ ਗੁਰੂ ਰਾਮਦਾਸ ਸੀ। ਔਰ ਸੋ ਗੁਰੂ ਰਾਮਦਾਸ ਜੀ ਕਿ ਵਾਹਿਗੁਰੂ ਨੂੰ ਪਹੁੰਚਣਾ ਚਾਹੁੰਦੇ ਨੇ, ਉਹ ਗੁਰੂ ਰਾਮਦਾਸ ਨੂੰ ਰਿਕੁਐਸਟਾਂ ਕਰ ਰਹੇ ਨੇ ਕਿ ਮੈਨੂੰ ਤੁਸੀਂ ਵਾਹਿਗੁਰੂ ਦੇ ਨਾਲ ਮਿਲਾ ਦਿਓ। ਮਨ ਅਰਪੋ, ਹੁਣ ਕੀ ਕਰ ਰਹੇ ਨੇ? ਹੁਣ ਨਵਤੇਜ ਦੇਖ, ਹੈ ਨਾ ਸ਼ਬਦ ਤੁਹਾਡੇ ਕੋਲ, ਧਿਆਨ ਨਾਲ ਦੇਖੋ। ਹਾਂਜੀ ਮਨ ਅਰਪੋ ਤਨ ਰਾਖੇ ਆਗੋ, ਆਖੋ ਆ। ਮਨ ਕੀ ਮਤ ਮੋ ਸਗਲ ਤਿਆਗੀ। ਸਭ ਕੁਛ ਮੈਂ ਤੇਰੇ ਅੱਗੇ ਰੱਖ ਕੇ, ਜੋ ਮੈਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਸੀ ਨਾ, ਮੈਂ ਆਪਣੀ ਹਉਮੈ ਵੀ ਛੱਡਤੀ ਆ। I have put everything in front of you। ਜੋ ਪ੍ਰਭ ਕੀ, ਫਿਰ ਪਲੀਜ਼ ਹੁਣ ਮੈਨੂੰ ਕੀ ਕਰੋ, ਜੋ ਪ੍ਰਭ ਕੀ ਹਰ ਕਥਾ ਸੁਣਾਵੇ। ਹੁਣ ਮੈਨੂੰ ਤੁਸੀਂ ਪ੍ਰਭੂ ਦੇ ਬਾਰੇ ਦੱਸੋ, ਹੁਣ ਮੈਨੂੰ ਤੁਸੀਂ ਵਾਹਿਗੁਰੂ ਦੇ ਬਾਰੇ ਦੱਸੋ, ਹੁਣ ਮੈਨੂੰ ਸਮਝਾਓ ਕਿ ਵਾਹਿਗੁਰੂ ਕਿੱਥੇ ਹੈ। ਅਨ ਦਿਨ ਫਿਰੋ ਤਿਸ ਪਾਛੇ ਵੈਰਾਗੀ। ਤੇ ਜਿਹੜਾ ਮੈਨੂੰ ਉਸ ਪਰਮਾਤਮਾ ਦੀ ਕਥਾ ਸੁਣਾਏਗਾ, ਜਿਹੜਾ ਮੈਨੂੰ ਉਸ ਪਰਮਾਤਮਾ ਦੇ ਬਾਰੇ ਦੱਸੇਗਾ, ਤੇ ਮੈਂ ਫਿਰ ਉਹਦਾ ਪੱਲਾ ਨਹੀਂ ਛੱਡਣਾ, ਮੈਂ ਫਿਰ ਉਹਨੂੰ ਲੱਭ ਲਾਂਗਾ, ਮੈਂ ਉਹਦੇ ਪਿੱਛੇ ਜਾਣਾ ਹੀ ਜਾਣਾ। ਪੂਰਬ ਕਰੈ ਪੂਰਬ ਕਰਮ ਅੰਕਰ ਜਬ ਪ੍ਰਗਟੇ। ਅੰਕਰ ਕਹਿੰਦੇ ਨੇ ਵੀ ਬੀਜ ਨੂੰ, ਸੀਡ ਨੂੰ। ਜਿਹੜੇ ਤੁਹਾਡੇ ਕਰਮਾਂ ਦੇ ਬੀਜ ਜਦੋਂ ਫੁੱਟਦੇ ਨੇ, ਭੇਟਿਓ ਪੁਰਖ ਰਸ ਬੈਰਾਗੀ। ਹੁਣ ਜੇ ਤੁਹਾਡੇ ਅੱਛੇ ਕਰਮ ਨੇ, ਤੇ ਜੇ ਪਰਮਾਤਮਾ ਨੇ ਅੱਛੇ ਕਰਮ ਤੁਹਾਡੇ ਐਕਸੈਪਟ ਕਰ ਹੀ ਲਏ ਨੇ, ਤੇ ਫਿਰ ਉਹ ਜਿਹੜਾ ਬੈਰਾਗੀ, ਉਹ ਪਰਮਾਤਮਾ ਜਿਹੜਾ ਉਹਦਾ ਉਹ ਪੂਰਾ ਉਹਦਾ ਤੁਸੀਂ ਇੰਜੋਏ ਕਰੋਗੇ, ਉਹਦਾ ਮਿਲਣਾ, ਉਹਦਾ ਤਿਆਗ, ਹਰ ਚੀਜ਼ ਜਿਹੜੀ ਪਰਮਾਤਮਾ ਦੇ ਕੋਲ ਹੈ, that you will enjoy in your life। ਮਿਟਿਓ ਅੰਧੇਰ ਮਿਲਤ ਹਰ ਨਾਨਕ, that is the masterpiece line। ਤੇ ਇੱਕ ਵਾਰੀ ਜੇ ਤੁਹਾਨੂੰ ਪਰਮਾਤਮਾ ਮਿਲ ਜਾਂਦਾ, ਫਿਰ ਕੀ ਹੋਏਗਾ ਗੁਰਦੀਪ ਜੀ? ਮਿਟਿਓ ਅੰਧੇਰ, ਸੋਈ ਜਾਗੀ। ਤੁਹਾਡੇ ਜੀਵਨ ਦਾ ਸਭ ਤੋਂ ਵੱਡਾ ਅੰਧੇਰਾ ਖਤਮ ਹੋ ਜਾਂਦਾ ਹੈ। ਜਨਮ ਜਨਮ ਕੀ ਸੋਈ ਜਾਗੀ। ਅੱਛਾ ਇਹ ਦੱਸੋ, ਆਮ ਤੌਰ ਤੇ ਅੰਧੇਰਾ ਕਿਵੇਂ ਖਤਮ ਹੁੰਦਾ? ਰੋਸ਼ਨੀ, ਲਾਈਟ ਦੇ ਨਾਲ। ਦੀਵਾ ਜਗਾ ਕੇ, ਲਾਈਟ ਜਗਾ ਕੇ। ਤੇ ਸਾਡੇ ਮਨ ਦਾ ਜਿਹੜਾ ਅੰਧੇਰਾ ਹੈ, ਉਹ ਸ਼ਬਦ ਦੇ ਨਾਲ, ਸ਼ਬਦ ਤੁਹਾਡੇ ਅੰਦਰ ਜਾਂਦਾ ਤੇ ਤੁਹਾਡੇ ਅੰਦਰੋਂ ਅੰਧੇਰਾ ਮੁੱਕਦਾ, ਅੰਧੇਰਾ ਖਤਮ ਹੁੰਦਾ। ਇਸ ਸ਼ਬਦ ਵਿੱਚ ਦਰਸ਼ਨ ਦਾ ਨਾਮ ਤੇ ਨਹੀਂ ਆਇਆ ਨਾ, ਦੇਖੋ ਅਤੇ ਇਸ ਸ਼ਬਦ ਵਿੱਚ ਦਰਸ਼ਨ ਦਾ ਨਾਮ ਤੇ ਨਹੀਂ ਆਇਆ। ਪਹਿਲੀ ਲਾਈਨ ਹੀ ਹੈ, ਪ੍ਰਭ ਮਿਲਨੇ ਕੋ ਪ੍ਰੀਤ ਮਨ ਲੱਗੀ। ਹਾਂ, ਪਰ ਮੇਰੇ ਕੋ ਪ੍ਰੀਤ ਮਨ ਲੱਗੀ। ਪਹਿਲਾ ਲਾਈਨ ਹੀ ਹੈ, ਮਿਲਣ ਦੀ ਤੁਹਾਨੂੰ ਹੈ। ਮਿਲਣ ਦੀ ਚਾਹ। ਦਰਸ਼ਨ ਤੇ ਮਿਲਣ ਇੱਕੋ ਹੀ ਚੀਜ਼ ਹੈ ਨਾ। ਹਾਂਜੀ ਹਾਂਜੀ। ਤੂੰ ਪ੍ਰਾਇਮਰੀ ਸਕੂਲ ਵਾਲਾ ਸਵਾਲ ਕੀਤਾ। ਹਾਂਜੀ ਬਿਲਕੁਲ, ਮੈਂ ਦਰਸ਼ਨ ਲੱਭ ਰਹੀ ਸੀ। ਅੱਛਾ, ਲਾਸਟ ਸ਼ਬਦ ਜਿਹੜਾ ਹੈ, ਇਹ ਸੈਕੰਡ ਟਾਈਮ ਮੇਰਾ ਖਿਆਲ ਹੈ ਪਿਛਲੇ 3 ਮਹੀਨਿਆਂ ਵਿੱਚ ਭਾਈ ਗੁਰਦਾਸ ਜੀ ਦੀ ਵਾਰ ਤੋਂ ਆਇਆ। ਔਰ ਮੇਰੇ ਖਿਆਲ ਤੁਹਾਨੂੰ ਨਵਤੇਜ ਨੇ ਵਾਰ ਦੇ ਬਾਰੇ ਲਿਖਿਆ। ਇਹ ਜੀ ਮੈਂ ਪੇਜ ਨੰਬਰ ਨਹੀਂ ਸੀ ਲਿਖ ਸਕਦੇ, ਉਹਨਾਂ ਦੀ ਵੀ ਜਿਹੜੀ ਵਾਰਾਂ ਨੇ ਉਹ ਪੇਜ ਸਟੈਂਡਰਡਾਈਜ਼ ਨਹੀਂ ਹੈ। ਸੋ ਡਿਫਰੈਂਟ ਬੁੱਕ ਵਿੱਚ ਡਿਫਰੈਂਟ ਢੰਗ ਦੇ ਪੇਜਸ ਨੇ। ਸੋ ਇਹ 16ਵੀਂ ਵਾਰ ਸੀ ਉਹਨਾਂ ਦੀ, ਸੌਰੀ 16ਵੀਂ ਵਾਰ। ਹਾਂਜੀ, 6ਵੀਂ ਵਾਰ, 16ਵੀਂ ਪੌੜੀ। 6ਵੀਂ ਵਾਰ ਦੀ 16ਵੀਂ ਪੌੜੀ ਹੈ। ਔਰ ਇਹਦੇ ਵਿੱਚ ਉਹਨਾਂ ਨੇ ਸੰਤ ਗੁਰੂ ਦੀ, ਟਰੂ ਗੁਰੂ ਦੀ, ਹੋਲੀ ਗੁਰੂ ਦੀ
ਗੁਰੂ ਦੀ ਹੀ ਗੱਲ ਕੀਤੀ ਆ ਕਿ ਤੁਹਾਨੂੰ ਇਹ ਯਾਦ ਹੋਣਾ ਹੈ ਕਿ ਮੇਰੇ ਖਿਆਲ ਇੱਕ ਸਾਖੀ ਆਉਂਦੀ ਗੁਰੂ ਅਮਰਦਾਸ ਜੀ ਦੇ ਵਕਤ ਦੀ ਕਿ ਉਹ ਸਫ਼ਰ ਜਦੋਂ ਕਰ ਰਹੇ ਸਨ ਤੇ ਕਿਸੇ ਨੇ ਉਹਨੂੰ ਪੁੱਛਿਆ ਸੀ ਕਿ ਤੇਰਾ ਗੁਰੂ ਕਿਹੜਾ, ਤੇ ਉਹਨਾਂ ਦੇ ਘਰ ਕੋਈ ਆ ਕੇ ਮੇਰੇ ਖਿਆਲ ਸੰਤ ਠਹਿਰਿਆ ਸੀ ਤੇ ਕੋਈ ਹਿੰਦੂ ਸੰਤ ਸੀ ਤੇ ਉਹਨੂੰ ਪੁੱਛਿਆ ਸੀ ਗੁਰੂ ਅਮਰਦਾਸ ਜੀ ਕੋਲੋਂ ਤੁਹਾਡਾ ਗੁਰੂ ਕਿਹੜਾ, ਤੇ ਉਹਨਾਂ ਕਿਹਾ ਸੀ ਮੈਂ ਤੇ ਗੁਰੂ ਨਹੀਂ ਅੱਜ ਤੱਕ ਕੋਈ ਆਇਆ, ਤੇ ਉਹਨਾਂ ਦੇ ਘਰੋਂ ਉੱਠ ਕੇ ਚਲਾ ਗਿਆ ਸੀ, ਉਹਨੇ ਪਾਣੀ ਨੂੰ ਵੀ ਹੱਥ ਨਹੀਂ ਸੀ ਲਾਇਆ। ਉਹਨੇ ਕਹਾ ਜੇ ਤੇਰਾ ਕੋਈ ਗੁਰੂ ਨਹੀਂ ਹੈ ਤੇ ਤੇਰੇ ਹੱਥੋਂ ਪਾਣੀ ਪੀਣਾ ਵੀ अपवित्रता। सो गुरु जड़ा है सानू दे अकाल पुरख ने 10 गुरु दिते ने और एक तो एक तुहानू महान शब्द दिता जिहड़ा सब तो वड्डा हुण तुहाडे कोल है, एवरलास्टिंग शब्द गुरु। शब्द गुरु है तुहानू राह दिखांदा की कहंदे ने तन तन सतगुरु पुरख निरंकार आकार बनाया। परमात्मा जिदों भी तुहानू मिलण आउंदा है वो आप तो निरंकार है, आप तो आकार नहीं है। परमजीत एक तो अग्री कर दी है कि परमात्मा निरंकार विदाउट आकार। परमजीत निरंकार I don't know how to answer that one, sir. जिस वेले तुसी कहंदे हो गुरदीप जी वो आकार है, की मतलब है तुहाडा? He's present, he's in a bodily form, Many- he's form, है ना, he's in a form। नहीं तुसी ਇਹਨੂੰ ਅੱਗੇ ਦੱਸੋ ਨਾ, ਕੋਈ ਦੱਸਣਾ ਹੋਵੇ ਕਿਸੇ ਕਲਾਸ ਨੂੰ ਕੁਝ ਦੱਸਣਾ ਹੋਵੇ, ਕੁਝ ਹੋਰ ਵੀ ਤੇ ਕਹੋਗੇ, ਕੌਣ ਕਹਿ ਸਕਦਾ? ਵੀ ਜੇ ਕਿਸੇ से मिलना या मरण वो दे तार के आऊगा in a form, not necessarily the same form for everybody। ਉਹਨੂੰ ਨਿਰੰਕਾਰ ਜਾਂ ਆਕਾਰ ਉਹਦਾ ਨਹੀਂ ਹੈ, ਇਸ ਕਰਕੇ ਕਹਿੰਦੇ ਹੋ ਕਿ ਉਹ ਕਿਸੇ ਆਕਾਰ ਵਿੱਚ ਵੀ ਆ ਸਕਦਾ ਹੈ। ਉਹਦਾ ਕੋਈ ਪਰਮਾਨੈਂਟ ਆਕਾਰ ਤੁਹਾਨੂੰ ਨਹੀਂ ਪਤਾ, ਉਹਨੇ ਆਪਣਾ ਪਰਮਾਨੈਂਟ ਆਕਾਰ ਕਿਸੇ ਨੂੰ ਨਹੀਂ ਦਿਖਾਇਆ। ਸੋ ਤੁਹਾਨੂੰ ਮਿਲਣ ਇਸ ਕਲਾਸ ਵਿੱਚ 10 ਬੰਦੇ ਬੈਠੇ ਹੋ, 10 ਬੰਦਿਆਂ ਨੂੰ ਡਿਫਰੈਂਟ ਫਾਰਮ ਵਿੱਚ ਮਿਲ ਸਕਦਾ ਹੈ। ਧੰਨ ਧੰਨ ਸਤਿਗੁਰੂ, ਉਹਦੇ ਨੂੰ ਡਿਵਾਈਡ ਕਰ ਲਓ, ਧੰਨ ਧੰਨ ਸਤਿਗੁਰੂ ਸਿੱਖ, ਉਹ ਸਿੱਖ ਧੰਨ ਧੰਨ ਹੈ। ਸੁਨ ਚਰਨ ਸਰਨ ਗੁਰਮੁਖ ਜਵਾਇਆ, ਮਤਲਬ sought after, who listening to the teaching of the Guru has sought the shelter of the Guru feet। जिन्हें किसी साडे गुरु साहब के चरण भी फड़ लए ने, जिन्हें शब्द गुरु नूं भी फड़ लिया, मैं उहदे तो भी कुर्बान जाना। गुरमुख मार्ग धन है रस्ता, जिस रस्ते तो वो होली पर्सन लंघदा है। गुरमुख मार्ग धन है, साध संगत मिल संग चलाया। हुणे दस्या तुहानूं संदीप ने कि नवदीप ने, यार ना हर वेले बदल देना मैं, कोई गल नहीं, बच्चों में मैं की करदा। सो इत्थे भी हुण साध संगत दा फिर वर्ड आ गया, साध संगत मिल संग चलाया। जेड़े उस मार्ग ते चलदे ने, परमात्मा दे मार्ग ते चलदे ने, ते फिर साध संगत ग्रुप बनांदे ने, फिर उहनूं साध संगत ਉਹ ਤੁਸੀਂ ਬਣਾਉਂਦੇ ਹੋ। ਇਹ ਹੁਣ ਤੁਸੀਂ ਸਾਧ ਸੰਗਤ ਬਣਾਈ ਹੈ ਨਾ, ਇਸ ਲਾਈਨ ਦੇ ਮੁਤਾਬਕ ਤੁਸੀਂ ਸਾਰੇ ਧੰਨ ਧੰਨ ਹੋ, ਕਿਉਂਕਿ ਯੂ ਆਰ ਅ ਪਾਰਟ ਆਫ ਦਿਸ ਸਾਧ ਸੰਗਤ। ਔਰ ਜਿਹੜਾ ਵੀ ਸਾਧ ਸੰਗਤ ਦਾ ਪਾਰਟ ਹੈ, ਗੁਰਮੁਖ ਮਾਰਗ ਧਨ ਹੈ, ਸਾਧ ਸੰਗਤ ਮਿਲ ਸੰਗ ਚਲਾਇਆ। ਧੰਨ ਧੰਨ ਸਤਿਗੁਰੂ ਚਰਨ, ਧੰਨ ਮਸਤਕ ਗੁਰ ਚਰਨੀ ਲਾਇਆ। ਸੋ ਤਿੰਨ ਹਿੱਸਿਆਂ 'ਚ ਵੰਡਦੇ ਹੋ, ਸਤਿਗੁਰ ਚਰਨ, ਧੰਨ ਮਸਤਕ ਗੁਰ ਚਰਨੀ ਲਾਇਆ। Best is the feet of the true Guru, and that head is also fortunate which touches the feet of the Guru Nanak or of any Guru। फिर की कहते हैं सतगुरु दर्शन धन है। उन दर्शन आ गए ने, आ गया बाबली तेरे दर्शन। सतगुरु दर्शन धन है। अगर तू आके क्लास विच कहे कि मैनूं वाहिगुरू दे दर्शन होए ने, तां असीं तैनूं भी धन कवांगे, तू बहुत धन वड्डे भागां वाली है कि तैनूं वाहिगुरू दे दर्शन होए ने। सतगुरु के दर्शन होना ही धन है, मतलब तुहाडी बहुत वड्डी किस्मत है। धन धन गुरमुख परसने आया, परसन भी आ गया देखना कि धन धन गुरसिख परसने आया कि परमात्मा जो महेंद्र कहते होंगे ने कि परमात्मा खुद ही चल के आ जाएगा तुहानूं दर्शन देण। तुहानूं किधरे लभण जाण दी लोड़ नहीं, कोई जंगल कोई केव किधरे नहीं। जिस वेले तुहाडा मन चित परमात्मा दे नाल मिल गया,
फिर परसने आया, फिर वाहिगुरु की साइट, वाहिगुरु का दर्शन थानू अपने आप ही मिल जाएंगे। अच्छा, हुण जिहड़ा वक्त आया, वर्ड आया बहुत जरूरी है, वर्ड आया भाओ। पहला वक्त आंदा, पहला वर्ड आंदा रहा विदाउट कन्ना। ध्यान नाल देखो वर्ड जे तुहाडे कोल शब्द आया ते ਹਾਂਜੀ ਭਾਓ ਸਾਡਾ ਪੱਪਾ ਭਾਓ। ਕੰਨਾਂ ਤੇ ਆਓ ਊੜਾ ਇਹਦੇ ਵਿੱਚੋਂ ਕੰਨਾ ਉਡਾ ਦਿਓ ਤੇ ਬਣ ਜਾਏਗਾ ਭਾਓ। ਭਾਓ ਭਾਓ ਇਜ਼ ਡਰ, ਡਰ ਹਾਂਜੀ ਭਾਓ ਇਜ਼ ਪਿਆਰ। ਅੱਛਾ ਇਹ ਫਰਕ ਪੈਂਦਾ ਇਹ ਭਾਓ ਕੰਨਾ ਪਾ ਭਾਓ। ਦਿਓਗੇ ਤੇ ਪਿਆਰ ਬਣ ਗਿਆ, ਠੀਕ ਹੈ ਕੰਨਾ ਠੀਕ ਉਡਾ ਦਿਓਗੇ ਤੇ ਡਰ ਬਣ ਗਿਆ। ਇਹ ਯਾਦ ਰੱਖਣਾ। ਹਮ, ਭਾਓ ਭਗਤ ਗੁਰਸਿੱਖ ਵਿੱਚ ਹੋਏ, ਦਿਆਲ ਗੁਰੂ ਨੂੰ ਲਾਇਆ ਤੇ ਜੇ ਪਿਆਰ ਵੀ ਤੇ ਉਹਨੂੰ ਹੁਣ ਤੇਰਾ ਵਰਡ ਆ ਗਿਆ ਜਿਹੜਾ ਤੁਸੀਂ ਯੂਜ਼ ਕੀਤਾ ਸੀ ਨਵਿੰਦਰ ਜੀ, ਗੁਰਮੁਖ। ਭਾਓ ਭਗਤ ਗੁਰਮੁਖ ਗੁਰਸਿੱਖ ਵਿੱਚ ਹੋਏ, ਦਿਆਲ ਗੁਰਮੁਖ ਲਾਇਆ ਤੇ ਗੁਰੂ ਲਵਸ ਹੈਪੀਲੀ ਦੀ ਡਿਵੋਸ਼ਨਲ ਫੀਲਿੰਗਸ ਆਫ ਗੁਰਸਿੱਖ। ਉਹ ਜਿਹੜਾ ਗੁਰੂ ਵਾਲਾ ਜਿਹਦੇ ਮੂੰਹ ਨੇ ਗੁਰਮੁਖ। ਤੇ ਦੂਜਾ ਭਾਵ ਮਟਾਇਆ। ਔਰ ਸਭ ਤੋਂ ਵੱਡੀ ਲਾਈਨ ਹੈ ਕਿ ਪਲੀਜ਼ ਜੇ ਤੁਸੀਂ ਗੁਰੂ ਨਾਨਕ ਵਿੱਚ ਯਕੀਨ ਕਰਦੇ ਹੋ ਫਿਰ ਬਾਕੀ ਸਾਰੇ ਯਕੀਨ ਛੱਡ ਦਿਓ। ਦੂਜਾ ਭਾਵ ਮਿਟਾਇਆ, ਫਿਰ ਕਿਸੇ ਦੂਜੇ ਵਿੱਚ ਯਕੀਨ। ਇਹ ਨਹੀਂ ਕਹਿੰਦੇ ਕਿ ਫਿਰ ਦੂਜੇ ਨੂੰ ਨਾ ਪੁੱਛੋ, ਨਾ ਇੱਕੋ ਨੂੰ ਪੁੱਛੋ। ਕਿਉਂ ਭਟਕਦੇ ਫਿਰਦੇ ਹੋ ਜਗ੍ਹਾ ਜਗ੍ਹਾ? ਗੁਰੂ ਨਾਨਕ ਹੈ ਨਾ ਤੁਹਾਡੇ ਕੋਲ, ਫੜ ਲਓ ਗੁਰੂ ਨਾਨਕ ਦੇ ਚਰਨ, ਫੜ ਲਓ ਗੁਰੂ ਨਾਨਕ ਦੇ ਫੀਟ, ਟੇਕ ਦੇ ਇੱਕ ਵਾਰੀ ਮੱਥਾ ਗੁਰੂ ਨਾਨਕ ਅੱਗੇ। ਸਾਰੇ ਤੁਹਾਡੇ ਦੁੱਖ ਕੱਟੇ ਜਾਣਗੇ, ਸਾਰੀਆਂ ਤਕਲੀਫਾਂ ਚਲੀਆਂ ਜਾਣਗੀਆਂ। ਕਈ ਵਾਰੀ ਤੁਸੀਂ ਕਹਿੰਦੇ ਹੋ ਜਸਬੀਰ ਕੌਰ ਜੀ ਕਿ ਅਸੀਂ ਮੱਥਾ ਟੇਕਦੇ ਹਾਂ, ਬੜਾ ਕੁਝ ਕਰਦੇ ਹਾਂ, ਪਰ ਦੁੱਖ ਨਹੀਂ ਜਾਂਦਾ। ਦੁੱਖ ਨਹੀਂ, ਪਰ ਦੁੱਖ ਸਹਿਣ ਦੀ ਸ਼ਕਤੀ ਮਿਲ ਜਾਂਦੀ ਹੈ। ਦੁੱਖ ਤੇ ਉਦੋਂ ਹੀ ਜਾਣਾ ਹੈ ਜਦੋਂ ਸਾਡੇ ਨਵਤੇਜ ਜੀ ਕਰਮ ਆਪਣੇ ਪੂਰੇ ਕੰਜ਼ਿਊਮ ਹੋ ਜਾਣੇ ਨੇ। ਸਾਨੂੰ ਪਤਾ ਜਾਂ ਨਹੀਂ ਪਤਾ, ਇਸ ਜਿਸਮ ਸਾਨੂੰ ਤੇ ਇਸ ਜਨਮ ਦੇ ਵੀ ਆਪਣੇ ਕਰਮਾਂ ਦੇ ਬਾਰੇ ਨਹੀਂ ਪਤਾ। ਅਸੀਂ ਕਰਮ ਭੈੜੇ ਵੀ ਕਰਦੇ ਹਾਂ, ਸਭ ਵੀ ਕਹਿੰਦੇ ਅਸੀਂ ਚੰਗੇ ਕੀਤੇ ਨੇ। ਅਸੀਂ ਤਾਂ ਆਪਣੇ ਭੈੜੇ ਕਰਮਾਂ ਨੂੰ ਵੀ ਕਦੇ ਨਹੀਂ ਐਕਸੈਪਟ ਕੀਤਾ। ਇੱਕ ਬੰਦਾ ਕਤਲ ਕਰਕੇ ਆਂਦਾ ਤਾਂ ਵੀ ਕਹਿੰਦਾ ਮੈਂ ਕਤਲ ਨਹੀਂ ਕੀਤਾ। ਸੋ ਅਸੀਂ ਐਸੇ ਇਨਸਾਨ ਆ ਜਿਹੜੇ ਜ਼ਿੰਦਗੀ ਦੇ ਵਿੱਚ ਇੰਨੇ ਨਾ ਸ਼ੁਕਰੇ ਆ ਕਿ ਇਸ ਕਰਮ ਨੂੰ, ਇਸ ਜਨਮ ਦੇ ਕਰਮ ਤੇ ਛੱਡ ਹੀ ਦਿਓ। ਪਿਛਲੇ ਜਨਮ ਦੇ ਜਿਹੜੇ ਕਰਮ ਸਾਡੇ ਨਾਲ ਆਏ ਸੀ ਉਹਨਾਂ ਨੂੰ ਕੀ ਕਰਾਂਗੇ? ਸੋ ਜੇ ਸਾਨੂੰ ਕੋਈ ਦੁੱਖ ਆਉਂਦਾ ਹੈ, ਪਰਮਾਤਮਾ ਦਾ ਨਾਂ ਲਓ। ਪਰਮਾਤਮਾ ਦਾ ਨਾਂ ਅਨਸਥੈਟਿਕ ਵਾਂਗੂ ਤੁਹਾਨੂੰ ਉਸ ਦੁੱਖ ਝੱਲਣ ਦੀ ਸ਼ਕਤੀ ਬਖਸ਼ ਦੇਗਾ। ਤੇ ਜੇ ਤੁਸੀਂ ਪਰਮਾਤਮਾ ਦਾ ਨਾਂ ਨਹੀਂ ਭੁੱਲਦੇ ਤੇ ਪਰਮਾਤਮਾ ਆਪਣੀ ਮਿਹਰ ਦੇ ਨਾਲ ਤੁਹਾਡੇ ਦੁੱਖ ਵੀ ਕੱਟ ਦੇਗਾ। ਮੈਂ ਤੁਹਾਡੇ ਸਾਰਿਆਂ ਦਾ ਐਟ ਦੀ ਐਂਡ ਬਹੁਤ ਹੀ ਇਸ ਥੈਂਕਸ ਇਸ ਕਰਕੇ ਕਰਨਾ ਚਾਹਨਾ ਕਿ ਤੁਹਾਡੀ ਸਾਰਿਆਂ ਦੀ ਮਿਹਨਤ, ਤੁਹਾਡੇ ਸਾਰਿਆਂ ਦੀ ਲਗਨ ਬਹੁਤ ਗ੍ਰੇਟ ਹੈ। ਔਰ ਇਹ ਨਹੀਂ ਕਿ ਤੁਸੀਂ ਗੁਰਮਤਿ ਕਲਾਸ ਅਟੈਂਡ ਕਰ ਰਹੇ ਹੋ, ਤੁਸੀਂ ਵੈਨ ਯੂ ਆਰ ਇਨ ਦਿਸ ਕਲਾਸ ਤੁਸੀਂ ਪਰਮਾਤਮਾ ਦੇ ਨਾਲ ਜੁੜੇ ਹੋਏ ਹੋ। ਪਰਮਾਤਮਾ ਤੁਹਾਡੇ ਨਾਲ ਹੀ ਇਹ ਕਲਾਸ ਅਟੈਂਡ ਕਰ ਰਿਹਾ। ਮੈਂ ਜੋ ਕੁਝ ਬੋਲਦਾ, ਜੋ ਕੁਝ ਤੁਸੀਂ ਕੰਟਰੀਬਿਊਟ ਕਰਦੇ ਹੋ, ਉਹ ਪਰਮਾਤਮਾ ਹੀ ਤੁਹਾਡੀ ਰਸਨਾ ਤੇ ਰੱਖਦਾ। ਮੈਂ ਆਪ ਕੁਝ ਨਹੀਂ ਬੋਲਦਾ, ਜੋ ਪਰਮਾਤਮਾ ਮੈਨੂੰ ਕਹਿੰਦਾ ਮੈਂ ਬੋਲਦਾ। ਇਸੇ ਤਰ੍ਹਾਂ ਹੀ ਜੋ ਤੁਸੀਂ ਬੋਲਦੇ ਹੋ ਪਰਮਾਤਮਾ ਹੀ ਤੁਹਾਡੀ ਰਚਨਾ ਤੇ ਵਰਡ ਰੱਖਦਾ। ਮੇਰਾ ਮੁਝ में किछ नहीं ਤੇ ਜੋ ਕੁਛ ਹੈ ਓਕੇ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।